ਇਹ ਬੋਰਡ ਲਾਉਣ ਦੇ ਖਾਮਿਆਜ਼ੇ ਭੁਗਤਣੇ ਪੈ ਰਹੇ ਨੇ। ਆਪਦੇ ਵੱਲੋਂ ਦਿੱਲੀ ਦੀ ਅੱਖ ਹਮੇਸ਼ਾ ਹੀ ਮਾੜੀ ਰਹੀ ਹੈ ਕਿ ਇਹ ਆਪਣੇ ਪੈਰਾਂ ਤੇ ਖੜਾ ਹੀ ਨਾ ਹੋਵੇ, ਜੇ ਖੜੇ ਹੋ ਗਏ ਤਾਂ ਆਪਣੇ ਹੱਕ ਮੰਗਣਗੇ। ਇਹਨਾਂ ਨੂੰ ਦੱਸਾਂਗੇ 2022 ਚ ਕਿਤੇ ਭੁਲੇਖਾ ਹੋਵੇ ਇਹਨੂੰ ਵੀ ਆ ਸਰਪੰਚ ਆ ਗਿਆ ਗ੍ਰਾਂਟ ਵਾਲੇ ਨੇ ਪਤਾ ਨਹੀਂ ਮੈਨੂੰ ਇਹ ਵੋਟ ਪੈਣੀ, ਉਹ ਭੁਲੇਖੇ ਕੱਢ ਦੇਣਾ। ਹੁਣ ਅਸੀਂ ਅੱਗੇ 10 ਪਿਆਜ਼ ਪਾ ਕੇ ਸਬਜ਼ੀ ਬਣਾਉਂਦੇ ਸੀਗੇ, ਹੁਣ ਅਸੀਂ ਇੱਕ ਪਿਆਜ਼ ਨੂੰ ਵੀ ਤਰਸਦੇ ਹਾਂ। 30-35 ਰੁਪਏ ਕਿਲੋ ਹੋ ਗਿਆ। ਕੌਣ ਗਰੀਬ ਵਾਲੇ ਨੂੰ ਕੰਮ ਤਾਂ ਹੈ ਨਹੀਂ ਰਿਹਾ। ਜੇ ਬੰਦੇ ਧਰਨੇ ਤੇ ਵੀ ਗਏ ਹੋਏ ਜਾਂ ਕੋਈ ਨਾ ਕੋਈ ਕੰਮ ਕਰ ਰਹੇ ਹੋਏ ਜਾਂ ਰੋਕੂਗੇ ਇਹ ਗੱਲਾਂ ਤੇ ਵੀ ਅਸੀਂ ਨਹੀਂ ਵੜਦੇ ਨੇ। ਔਰ ਇਹ ਪੰਜਾਬ ਦੇ ਵਿੱਚੋਂ ਮਿਲਟਰੀ ਦੇ ਵਿੱਚ ਕਿੰਨੇ ਬੱਚੇ ਜਾਂਦੇ ਸੀਗੇ ਸਾਡੇ, ਹੁਣ ਨਸ਼ਿਆਂ ਨੇ ਮਾਰਤੇ ਔਰ ਇਹਨਾਂ ਦੀ ਛਾਤੀਆਂ ਕੱਢ ਰਹੇ ਨਹੀਂ। ਇਹੀ ਪਿੰਡ ਸਾਡਾ ਜਿੱਥੇ ਜਨਰਲ ਆਤਮਾ ਸਿੰਘ ਹੋਏ ਆ। ਸਰਕਾਰ ਨੂੰ ਆਮਦਨ ਹੈ, ਨਸ਼ੇ ਨਾਲ ਸਰਕਾਰ ਨੂੰ ਆਮਦਨ ਹੈ। ਸਾਡੇ ਬੱਚੇ ਮਾਰਤੇ। ਉਹ ਬਣਿਆ ਪੰਜਾਬ ਜਿਹੜਾ ਸੀਗਾ ਉਹ ਵੀ ਨਹੀਂ ਰਿਹਾ। ਕਹਿ ਲੋ ਸੋਚਦੇ ਆ ਸੁਪਨੇ ਛੱਡੋ। ਕਰਤੇ ਡੀਜ਼ਲ ਮਹਿੰਗੇ ਕਰਤੇ, ਗੈਸਾਂ ਮਹਿੰਗੀਆਂ ਕਰਤੀਆਂ। ਸਾਡੇ ਬੱਚੇ ਰੋਦੇ, ਸਾਡੇ ਆਦਮੀ ਰੋਦੇ ਸੜਕਾਂ ਪਰ। ਅਸੀਂ ਕਈ ਵਾਰ ਇਹਨਾਂ ਦੇ ਨਾਲ ਫਾਰਮ ਵਗੈਰਾ ਜੋ ਇਲੈਕਸ਼ਨ ਦੇ ਟਾਈਮ ਫਾਰਮ ਭਰਦੇ ਆ, ਇਹਨਾਂ ਲੋਕਾਂ ਨੂੰ ਆਪਣੇ ਫਾਰਮ ਵੀ ਭਰਨੇ ਨਹੀਂ ਆਉਂਦੇ, ਲੋਕਾਂ ਤੋਂ ਫਾਰਮ ਭਰਾਉਂਦੇ ਆ। ਇਹ ਸਾਡੇ ਤੇ ਰਾਜ ਕਰਦੇ ਆ। ਉਹਨਾਂ ਨੂੰ ਤਾਂ ਇਹ ਦੇਖਦੇ ਆ ਵੀ ਇਹ ਪੰਜਾਬ ਅਸੀਂ ਇੰਨੇ ਧੱਕੇ ਕਰਨ ਦੇ ਬਾਵਜੂਦ ਇਹ ਰੋਟੀ ਕਿਸ ਤਰ੍ਹਾਂ ਖਾ ਰਿਹਾ ਹੈ। ਉਹ ਤਾਂ ਸਾਡੀ ਹੱਥ ਦੀ ਰੋਟੀ ਵੀ ਹੈ, ਕਾਨੂੰਨਾਂ ਦੇ ਸਿਰ ਚੱਕ ਰਹੇ ਆ ਜੀ। ਕਰੋਨੇ ਕਰਕੇ ਤਾਂ ਬਹੁਤ ਬਹਾਨਾ ਮਿਲ ਗਿਆ ਜੀ ਇਹਨਾਂ ਨੂੰ। 2 ਸਾਲ ਐਗਜ਼ੈਂਪਟ ਹੋ ਗਏ। 12,000 ਚ ਜੀ ਆਪਾਂ ਨੂੰ ਸੀਰੀ ਮਿਲ ਰਿਹਾ ਜੀ। 9,000 ਰੁਪਏ ਤੁਸੀਂ ਨੌਕਰੀ ਦੇ ਰਹੇ ਹੋ ਇੱਕ ਬੰਦੇ ਨੂੰ ਜੀ, ਉਹ ਕਿੱਥੇ ਆਪਣਾ ਪੂਰਾ ਹੋ ਜਾਊਗਾ ਜੀ। ਇਹਨਾਂ ਨੇ ਐਜੂਕੇਸ਼ਨ ਦਾ ਜਮੀ ਠੱਲ ਪਾਤਾ। ਇਹਨਾਂ ਵੀ ਨੀਚੇ ਕਰਤੀ ਵੀ ਕਿਉਂ ਜੀ ਇੱਥੇ ਕਰ ਸੰਤ ਹੋ ਕੇ ਮੰਗੇ ਨਾ ਕਰੇ ਵੀ ਸਾਨੂੰ ਨੌਕਰੀ ਦਿਓ। ਇਹਨੂੰ ਕੋਈ ਚੀਜ਼ ਨਹੀਂ ਕਰਨੀ ਚਾਹੀਦੀ। 2 ਚੀਜ਼ਾਂ ਮੈਂ ਗਵਰਨਮੈਂਟ ਵਾਸਤੇ ਲੈ ਲਵੇ, ਇੱਕ ਠੇਕਾ ਤੇ ਗਰੇਤਾ। ਫੀਸਾਂ ਵਧ ਰਹੀਆਂ, ਬੇਰੁਜ਼ਗਾਰ ਸਾਡੇ ਬੱਚੇ ਫਿਰਦੇ ਆ, ਨਸ਼ਿਆਂ ਨੇ ਸਾਡੇ ਬੱਚੇ ਮਾਰ ਲਏ, ਆਮਦਨ ਸਾਨੂੰ ਕੋਈ ਹੈ ਨਹੀਂ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਰੋਜ਼ਾਨਾ ਸਪੋਕਸਮੈਨ ਦੀ 7 ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਪਹੁੰਚੇ ਹਾਂ ਬ੍ਰਹਮਪੁਰ ਜ਼ਿਮੀਂਦਾਰਾਂ, ਜਿੱਥੇ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤ ਕਰਨੀ ਹੈ ਕਿ ਕਿਹੜੇ ਮਸਲਿਆਂ ਦੀ ਗੱਲ ਹੋ ਰਹੀ ਹੈ, ਸਿਆਸਤਦਾਨ ਕੀ ਕਰਨਾ ਚਾਹੁੰਦੇ ਨੇ, ਕੀ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ। तमाम ਚਰਚਾਵਾਂ ਕਰਨੀਆਂ ਨੇ, ਕਿਉਂਕਿ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਅਸਲ ਆਵਾਜ਼ ਨਿਕਲਦੀ ਹੈ ਕਿ ਲੋਕ ਚਾਹੁੰਦੇ ਕੀ ਨੇ ਪਰ ਅਸਲ ਦੇ ਵਿੱਚ ਹੋ ਕੀ ਰਿਹਾ ਹੈ, ਕਿ ਲੋਕਾਂ ਦੇ ਮਸਲਿਆਂ ਦੀ ਗੱਲ ਹੋ ਰਹੀ ਹੈ। ਇੱਕ ਬੋਰਡ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦਿਖਾ ਦੇਵਾਂ। ਇਸ ਪਿੰਡ ਦੇ ਲੋਕਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਨਿਕਲ ਜਾਂਦਾ, ਉਨਾ ਚਿਰ ਕਿਸੇ ਵੀ ਸਿਆਸਤਦਾਨ ਦਾ, ਕਿਸੇ ਵੀ ਸਿਆਸੀ ਧਿਰ ਦਾ ਬੰਦਾ ਹੋਵੇ, ਉਸ ਦੇ ਪਿੰਡ ਦੇ ਵਿੱਚ ਆਉਣ ਤੇ ਪਾਬੰਦੀ ਲਗਾਈ ਗਈ ਹੈ। ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਗੱਲਬਾਤ ਕਰਕੇ ਸਮਝਣਾ ਹੈਗਾ ਕਿ ਪਿੰਡ ਦੇ ਵਿੱਚ ਇਹ ਮਤਾ ਪਾਉਣ ਦੀ ਜ਼ਰੂਰਤ ਕਿਉਂ ਪਈ। ਸਾਡੇ ਨਾਲ ਸਤਨਾਮ ਜੀ ਨੇ। ਬਾਈ ਜੀ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ, ਪਿੰਡ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈਗੀ ਹੈ ਤੇ ਤੁਸੀਂ ਪਿੰਡ ਦੇ ਵਿੱਚ ਸਭ ਤੋਂ ਵੱਡਾ ਬੋਰਡ ਇਹ ਲਾਇਆ ਕਿ ਪਿੰਡ ਦੇ ਵਿੱਚ ਕੋਈ ਵੀ ਸਿਆਸਤਦਾਨ ਆਵੇ। ਪਿੰਡ ਦਾ ਵਿਕਾਸ ਸਿਆਸਤਦਾਨਾਂ ਦੇ ਸਿਰ ਤੇ ਹੁੰਦਾ ਕਿ ਉਹਨਾਂ ਨੇ ਪੈਸੇ ਦੇਣੇ ਨੇ। ਇਹ ਬੋਰਡ ਲਾਉਣ ਦੀ ਲੋੜ ਕਿਉਂ ਮਹਿਸੂਸ ਕੀਤੀ ਤੁਸੀਂ? ਸਭ ਤੋਂ ਪਹਿਲਾਂ ਜੀ ਰੋਜ਼ਾਨਾ ਸਪੋਕਸਮੈਨ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਸਾਡੇ ਪਿੰਡ ਨੂੰ ਚੁਣਿਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਬੋਰਡ ਲਾਉਣ ਦੀ, ਤਕਰੀਬਨ ਪਿਛਲੇ 70 ਸਾਲਾਂ ਤੋਂ ਜੇ ਆਪਾਂ ਦੇਖੀਏ, ਜਿਹੜਾ ਸਾਡਾ ਭਾਰਤ ਹੈ, ਪੰਜਾਬ ਹੈ, ਜਿੰਨੇ ਵੀ ਸਿਆਸਤਦਾਨ ਆਏ ਆ, ਇੱਕ ਸਾਨੂੰ ਡੁਮਲੇਬਾਜ਼ੀ ਦੇ ਵਿੱਚ ਨਚਾਇਆ ਗਿਆ, ਜਨਤਾ ਦਾ ਬੇਵਕੂਫ ਬਣਾ ਕੇ। ਗਰਾਊਂਡ ਲੈਵਲ ਤੇ ਦੇਖੋ, ਹੁਣ ਕਰੋਨਾ ਆਇਆ, ਕਰੋਨਾ ਦੇ ਵਿੱਚ ਹਸਪੀਟਲਾਂ ਦੇ ਵਿੱਚ ਇੰਨਾ ਕੁ ਮੰਦਾ ਹਾਲ ਸੀਗਾ ਕਿ ਲੋਕ ਸੜਕਾਂ ਤੇ ਰੁਲੇ। ਆਕਸੀਜਨ ਨਹੀਂ ਮਿਲੀ ਲੋਕਾਂ ਨੂੰ। ਕਾਗਜ਼ਾਂ ਦੇ ਵਿੱਚ ਪਲਾਟ ਲਾਏ ਗਏ, ਇੰਨੇ ਪਲਾਂਟ ਲਾਤੇ, ਇੰਨੇ 100 ਪਲਾਟ ਲਾਤਾ। ਅਗਰ ਉਹ ਜੇ ਪਲਾਂਟ ਲੱਗਦੇ ਆਕਸੀਜਨ ਦੇ ਤਾਂ ਲੋਕਾਂ ਨੂੰ ਆਕਸੀਜਨ ਮਿਲਦੀ, ਲੋਕ ਕਿਤੇ ਰਾਹਤ ਪਾਉਂਦੇ। ਲੋਕਾਂ ਨੂੰ 2-2 ਕਿਲੋ ਦਾਲ ਦੇ ਕੇ ਵੀ ਅਸੀਂ ਬਹੁਤ ਕੁਝ ਕਰਤਾ ਸਿਆਸਤਦਾਨਾਂ ਨੇ। ਤੇ ਬਾਕੀ ਗੱਲ ਜਿਹੜੀ, ਜਿਵੇਂ ਤੁਸੀਂ ਕਿਹਾ ਵੀ ਸਿਆਸਤਦਾਨ ਹੈ ਉਹ ਪਿੰਡਾਂ 'ਚ ਪੈਸੇ ਦਿੰਦੇ ਆ, ਵੀ ਇਹ ਤੁਹਾਨੂੰ ਬੋਰਡ ਲਾਉਣ ਦੀ ਕਿਉਂ ਲੋੜ ਪਈ। ਮੈਂ ਬੇਨਤੀ ਕਰੂੰਗਾ ਆਪਣੇ ਜਿਹੜੇ ਹੋਰ ਨਾਲ ਦੇ ਭਰਾ ਨੇ, ਸਰਪੰਚ ਨੇ, ਪੰਚਾਇਤਾਂ ਨੇ, ਪੰਜਾਬ ਦੇ ਵਿੱਚ ਤਕਰੀਬਨ 12,000-14,000 ਪੰਚਾਇਤ ਹੈਗੀ ਆ, ਵੀ ਇਹ ਆਪਣਾ ਇੱਕ ਭੁਲੇਖਾ ਜਿਹੜੇ ਸਿਆਸਤਦਾਨ ਹੈ, ਮੰਨ ਲਓ ਮੇਰੇ ਪਿੰਡ ਨੂੰ 10 ਲੱਖ 20 ਲੱਖ ਗ੍ਰਾਂਟ ਦਿੰਦੇ ਆ, ਉਹ ਕੋਈ ਆਪਣੇ ਘਰ ਤੇ ਤਾਂ ਦੇ ਕੇ ਨਹੀਂ ਗਿਆ।
ਮੈਂ ਬਿਸਕੁਟ ਵੀ ਖਾਦਾ, ਮੈਂ ਟੁੱਥਪੇਸਟ ਵਰਤੀ, ਮੈਂ ਕੱਪੜੇ ਲੱਤੇ, ਮੈਂ ਬੁਰਸ਼ ਲੱਤਾ, ਮੈਂ ਜੁੱਤੀ ਲੱਤੀ, ਉਹਦੇ ਵਿੱਚ ਹਰੇਕ ਚੀਜ਼ 'ਚ ਮੈਂ ਟੈਕਸ ਦਿੱਤਾ। ਉਹ ਟੈਕਸ ਕਿੱਥੇ ਗਿਆ? ਉਹ ਟੈਕਸ ਸਾਡਾ ਇਕੱਠਾ ਕਰਕੇ ਸਰਕਾਰ ਦੇ ਖਜ਼ਾਨੇ 'ਚ ਜਾਂਦਾ। ਉਹ ਦੁਬਾਰਾ ਉਸ ਟੈਕਸ ਨੂੰ ਡਿਵੈਲਪਮੈਂਟ ਦੇ ਲਈ, ਕੰਮਾਂ 'ਚ, ਸੜਕਾਂ ਦੇ ਲਈ, ਚਾਹੇ ਕੋਈ ਹੈਲਥ ਦਾ ਕੰਮ ਹੈ, ਉਹ ਟੈਕਸ ਸਾਡੇ ਕੋਲ ਸਾਡਾ ਟੈਕਸ ਮੁੜ ਕੇ ਆਉਂਦਾ, ਨਾ ਕਿ ਕੋਈ ਐਮਐਲਏ, ਮਿਨਿਸਟਰ, ਮੰਤਰੀ ਆਪਣੇ ਘਰ ਤੋਂ ਦੇ ਕੇ ਜਾਂਦਾ। ਇੱਕ ਬੜੀ ਅਹਿਮ ਚੀਜ਼ ਹੈ ਕਿ ਜਦੋਂ ਅਸੀਂ ਪਾਣੀ ਦੇ ਵਹਾਅ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰਦੇ ਆ ਨਾ, ਤਾਂ ਉਸ ਤੋਂ ਬਾਅਦ ਉਸ ਦੇ ਖਾਮਿਆਜ਼ੇ ਵੀ ਭੁਗਤਣੇ ਪੈਂਦੇ ਨੇ। ਇਹ ਬੋਰਡ ਲਾਉਣ ਦੇ ਖਾਮਿਆਜ਼ੇ ਭੁਗਤਣੇ ਪੈ ਰਹੇ ਨੇ ਇਸ ਵੇਲੇ। ਭੁਗਤਣੇ ਪੈ ਰਹੇ ਆ ਜੀ। ਉਹ ਹੁਣ ਮੈਂ ਹਲੇ ਦੱਸ ਨਹੀਂ ਸਕਦਾ ਖਮਿਆਜਿਆਂ ਦੀ। ਮੈਨੂੰ ਤਕਰੀਬਨ ਇੱਕ ਜਿਵੇਂ ਬੈਲ ਵੱਜਦੀ ਆ, ਬੈਲ ਤਾਂ ਮੇਰੇ ਤੱਕ ਆ ਗਈ ਕਿ ਪੰਚਾਇਤ ਤਿਆਰ ਹੋ ਜਾਵੇ, ਪਰ ਫਿਲਹਾਲ ਕੋਈ ਗੱਲ ਨਹੀਂ, ਆਪਾਂ ਤਿਆਰ ਹਾਂ ਜੀ। ਆਪਾਂ ਜੋ ਸੱਚ ਆ ਆਪਾਂ ਉਹ ਦੱਸਣਾ। ਠੀਕ ਹੈ, ਮੈਂ ਨਹੀਂ ਕਹਿੰਦਾ ਮੈਨੂੰ ਮੰਤਰੀ ਸਾਹਿਬ ਨੇ ਪੈਸੇ ਨਹੀਂ ਦਿੱਤੇ ਜਾਂ ਸਾਨੂੰ ਜਿਹੜੀ ਹੁਣ ਮੌਕੇ ਦੀ ਸਰਕਾਰ ਉਹਨੇ ਪੈਸੇ ਨਹੀਂ ਦਿੱਤੇ ਆ ਪੈਸੇ। ਡਿਵੈਲਪਮੈਂਟ ਪਿੰਡ ਦੇ ਕੰਮ ਹੋਇਆ, ਮੇਰਾ ਪਿੰਡ ਬੈਠਾ, ਉਹ ਪੈਸੇ ਕਿਤੇ ਪੰਚਾਇਤ ਨੇ ਖਾ ਨਹੀਂ ਲਏ, ਪਿੰਡ 'ਚ ਲੱਗੇ ਆ, ਲੱਗ ਰਹੇ ਆ, ਕੰਮ ਹੋ ਰਹੇ ਆ। ਪਰੰਤੂ ਇਹ ਨਾ ਕਹਿਣ ਵੀ ਅਸੀਂ ਦਿੰਨੇ ਆ। ਜੇ ਜਿਹੜੀ ਹੁਣ ਜੋ ਮੌਜੂਦਾ ਸਰਕਾਰ ਆ, ਪਿਛਲੇ 4.5 ਸਾਲਾਂ ਤੋਂ ਆ, ਉਸ ਤੋਂ ਪਹਿਲਾਂ ਸਰਕਾਰ ਤੀ ਉਹਨੇ ਵੀ ਦਿੱਤੇ, ਉਹਨਾਂ ਤੋਂ ਪਹਿਲਾਂ ਸਰਕਾਰ ਤੀ ਉਹਨੇ ਵੀ ਦਿੱਤੇ। ਪੈਸੇ ਤਾਂ ਸਾਡੇ ਤੁਹਾਡੇ, ਜਿਵੇਂ ਮੈਂ ਦੱਸ ਕੇ ਹਟੇ, ਸਾਡੇ ਤੁਹਾਡੇ ਟੈਕਸਾਂ ਦੇ ਪੈਸੇ ਆ। ਉਹ ਸਾਡੇ ਜੇ ਸਾਨੂੰ ਪੈਸੇ ਦੇ ਰਹੇ ਆ ਤਾਂ ਅਸੀਂ ਵੋਟਾਂ ਪਾ ਕੇ ਮੰਤਰੀ ਵੀ ਬਣਾਏ ਆ। ਜਿਹੜੀਆਂ ਗੱਡੀਆਂ, ਲਗਜ਼ਰੀ ਗੱਡੀਆਂ 'ਚ ਝੂਟੇ ਲੈ ਰਹੇ, ਹੈਲੀਕਾਪਟਰਾਂ, ਜਹਾਜ਼ਾਂ 'ਚ, ਉਹ ਸਾਡੇ ਇਹਨਾਂ ਲੋਕਾਂ ਦੇ, ਜਨਤਾ ਦੇ ਦਿੱਤੇ ਹੋਏ ਪੈਸਿਆਂ ਨਾਲ, ਵੋਟਾਂ ਨਾਲ ਝੂਟ ਰਹੇ ਨੇ। ਉਹ ਇਹ ਨਾ ਭੁੱਲਣ ਵੀ ਸਾਨੂੰ ਫ੍ਰੀ ਚੀਜ਼ਾਂ ਦੀ ਲੋੜ ਨਹੀਂ। ਸਾਨੂੰ ਜਿਵੇਂ ਹੈਲਥ ਹੈ, ਐਜੂਕੇਸ਼ਨ ਹੈ, ਇਹ ਚੀਜ਼ਾਂ ਫ੍ਰੀ ਕਰੋ, ਜਿਨ੍ਹਾਂ ਦੇ ਵਿੱਚ ਲੋਕ ਪੜ੍ਹ ਕੇ ਲੋਕਾਂ ਨੂੰ ਅਕਲ ਆਵੇ, ਲੋਕਾਂ ਨੂੰ ਰੁਜ਼ਗਾਰ ਮਿਲੇ। ਸਤਨਾਮ ਜੀ, ਤੁਸੀਂ ਬੈਠੋ, ਹੁਣ ਤੁਹਾਡੇ ਨਾਲ ਫਿਰ ਗੱਲ ਕਰਦੇ ਹਾਂ। ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ, ਕਿਉਂਕਿ ਬੜੀਆਂ ਅਹਿਮ ਚੀਜ਼ਾਂ ਨੇ, ਸਮਝਣ ਵਾਲੀਆਂ ਚੀਜ਼ਾਂ ਨੇ ਕਿ ਲੋਕਾਂ ਦੇ ਪੈਸੇ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਆਖ ਕੇ ਹੀ ਬਹੁਤ ਸਾਰੀਆਂ ਠੱਗੀਆਂ ਮਾਰੀਆਂ ਜਾਂਦੀਆਂ ਨੇ। ਬਾਬਾ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਸੁਰਿੰਦਰ ਸਿੰਘ ਹੈ ਜੀ। ਕਿਵੇਂ ਦੇਖਦੇ ਹੋ? 4.5 ਸਾਲ ਬੀਤ ਗਏ ਨੇ ਸੂਬਾ ਸਰਕਾਰ ਨੂੰ, ਲੱਗਦਾ ਕਿ ਲੋਕਾਂ ਦੇ ਮਸਲਿਆਂ ਦੀ ਗੱਲ ਹੋਈ ਪਿਛਲੇ ਸਮੇਂ ਦੇ ਦੌਰਾਨ? ਲੋਕਾਂ ਦੇ ਮਸਲੇ ਹੱਲ ਹੋਏ ਨੇ? ਕੋਈ ਮਸਲਾ ਹੱਲ ਨਹੀਂ ਹੋਇਆ ਜੀ। ਆਪਣੇ ਡਿਪਾਰਟ ਲੱਗੇ ਹੋਏ ਸਾਰੇ ਟੋਟਲ। ਕੋਈ ਮੰਤਰੀ ਹੈ, ਕੋਈ ਐਮਐਲਏ ਹੈ, ਸਭ ਆਪਣੇ ਵੱਲੋਂ ਸੋਚਦੇ ਆ। ਵੈਸੇ ਤੁਹਾਨੂੰ ਲੱਗਦਾ ਕਿ ਕਿਹੜੇ ਮਸਲਿਆਂ ਤੇ ਗੱਲ ਹੋਣੀ ਚਾਹੀਦੀ ਸੀ? ਕਿਹੜੇ ਦਿੱਕਤਾਂ ਹੈਗੀਆਂ ਪੰਜਾਬ ਦੇ ਲੋਕਾਂ ਦੀਆਂ, ਜਾਂ ਕਿਹੜੇ ਮਸਲੇ ਹੈਗੇ ਨੇ ਇਸ ਵੇਲੇ? ਦੇਖੋ ਜੀ, ਦਿੱਕਤ ਸਿੱਧੀ ਹੋਈ ਇੱਕ ਹੈ, ਇਹਨੂੰ ਕੋਈ ਚੀਜ਼ ਨਹੀਂ ਕਰਨੀ ਚਾਹੀਦੀ। ਦੋ ਚੀਜ਼ਾਂ ਆਪਣੇ ਗਵਰਨਮੈਂਟ ਵਾਸਤੇ ਲੈ ਲਵੇ, ਇੱਕ ਠੇਕਾ ਅਤੇ ਕਰੇਤਾ। ਜੇ ਦੂਜਿਆਂ ਵਾਸਤੇ ਲੈਣ, ਕੋਈ ਟੈਕਸ ਲਾਉਣ ਦੀ ਲੋੜ ਨਹੀਂ ਹੈ। ਇੰਨਾ ਪੈਸਾ ਪੰਜਾਬ ਹੋ ਜਾਊਗਾ, ਹਰ ਪਿੰਡ ਨੂੰ ਜਿੰਨੇ ਮਰਜ਼ੀ ਗੰਢ ਦੇਣੇ। ਤੁਹਾਨੂੰ ਲੱਗਦਾ ਕਿ ਇਹੀ ਕਾਰਨ ਆ ਵੱਡਾ, ਕਿਉਂਕਿ ਰੋਪੜ ਤੁਹਾਨੂੰ ਪੈ ਜਾਂਦਾ ਤੇ ਇੱਥੇ ਤਾਂ ਰੇਤੇ ਦੀਆਂ ਖੱਡਾਂ ਵਾਧੂ ਹੈਗੀਆਂ? ਬਿਲਕੁਲ ਜੀ, ਪੁਰਾਣੀ ਸਰਕਾਰ ਵੀ ਲੁੱਟੀ, ਹੁਣ ਲੁੱਟ ਰਹੀ ਹੈ। ਪਹਿਲਾਂ ਕਹਿੰਦੇ ਸੀ ਬੰਦੇ ਨਵੀਂ ਕਾਂਗਰਸ ਆ ਗਈ, ਅਕਾਲੀ ਹਟ ਜਾਣਗੇ, ਅਕਾਲੀ ਲੁੱਟ ਰਹੇ, ਕਾਂਗਰਸ ਲੁੱਟ ਰਹੀ ਹੈ। ਕਿਸੇ ਦਾ ਟਿੱਪਰ ਬੰਦ ਨਹੀਂ ਹੋਇਆ, ਨਾ ਅਕਾਲੀ ਦਾ ਨਾ ਕਾਂਗਰਸ ਦਾ। ਜੇ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰੀਏ, ਲੰਮਾ ਸਮਾਂ ਹੋ ਗਿਆ, 7 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਤਾਂ ਲੱਗਦਾ ਕਿ ਸਰਕਾਰਾਂ ਸਿਰਫ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਨੇ, ਇਸ ਵੇਲੇ ਕੋਈ ਹੱਲ ਨਹੀਂ ਕਰਨਾ ਚਾਹੁੰਦੇ? ਇਹ ਸਾਡੇ ਵੀ ਆਪਣਾ ਦੋਸ਼ ਹੈ। ਅਸੀਂ ਲੋਕ ਜਾਣ ਛੱਡ ਕੇ ਬਾਰਡਰ ਤੇ, ਜੇ ਅਸੀਂ ਪੂਰਾ ਘੱਟ ਫੇਰ ਦਿਖਾਈਏ, ਸਰਕਾਰ ਹਟ ਪਾਊਗੀ ਗੱਲਬਾਤ ਕਰਨ ਨੂੰ। ਉੱਥੇ ਘੱਟ ਘਟਿਆ ਅੱਗੇ ਨਾਲੋਂ, ਘਟ ਗਿਆ। ਉਹ ਵਧਾਉਣਾ ਚਾਹੀਦਾ ਤੁਹਾਡੇ ਸਾਹਮਣੇ? ਬਿਲਕੁਲ ਜੀ। ਅਸੀਂ ਮੈਂ ਹੁਣੇ ਕੱਲ੍ਹ ਜਾ ਕੇ ਆਇਆ ਉੱਥੋਂ, ਅੱਗੇ ਜਨਾ ਘੱਟ ਰਿਹਾ ਨਹੀਂ ਹੈ। ਉੱਥੇ ਜਾਣਾ ਚਾਹੀਦਾ ਹਰ ਬੰਦੇ ਨੂੰ ਪਿੰਡ ਤੋਂ। ਬਾਬਾ ਜੀ, ਕੀ ਨਾਮ ਤੁਹਾਡਾ? ਨੰਦ ਲਾਲ ਜੀ। ਬਾਬਾ ਜੀ, ਤੁਹਾਨੂੰ ਲੱਗਦਾ ਕਿ ਤੁਹਾਡੀ ਲੰਮੀ ਉਮਰ ਹੋ ਗਈ ਹੋਣੀ ਹੈ, ਤੁਸੀਂ ਦੇਖ ਰਹੇ ਹੋਣੇ ਵੱਖ-ਵੱਖ ਸਰਕਾਰਾਂ ਬਣਦੀਆਂ ਪੰਜਾਬ ਦੀਆਂ, ਕਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਪੰਜਾਬ ਨੂੰ? ਇਹ ਤਾਂ ਲੁੱਟਿਆ ਹੀ ਹੁਣ, ਇਹ ਹਟਦੇ ਲੋਕ ਲੁੱਟਣੇ ਤੇ। ਹੁਣ ਵੀ ਬਹੁਤ ਚੱਲ ਰਹੇ ਵੀ ਲੁੱਟੋ ਇਹਨਾਂ ਨੂੰ, ਇਹ ਪੰਜਾਬ ਨੂੰ ਖਤਮ ਕਰ ਦਿਓ। ਤਾਂ ਇਹ ਸੰਘਰਸ਼ਣ ਹੋਇਆ। ਸਾਡੇ ਲੋਕ ਜਿੰਨੇ ਵੀ ਦਿੱਲੀ ਦੇ ਵਿੱਚ ਮਰੇ ਆ, ਹੱਦ ਤੇ ਪਰਾਂ ਮਰੇ ਆ, ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਹੈ ਉੱਥੇ ਦਿੱਲੀ ਦੇ ਵਿੱਚ। ਹਾਂਜੀ, ਤਾਂ ਲੱਗਦਾ ਕਿ ਸਰਕਾਰਾਂ ਸਿਰਫ ਵਾਅਦੇ ਕਰਦੀਆਂ, ਵਾਅਦੇ ਵਫਾ ਨਹੀਂ ਕਰ ਪੂਰੇ ਨਹੀਂ ਜੀ ਕਰਦੀਆਂ ਹੈ। ਹਾਂ, ਪੂਰੇ ਵਾਅਦੇ ਕਰਦੇ ਹੋ। ਮੈਂ ਫਿਰ ਗੱਡੀਆਂ ਨਾ ਕਾਹਨੂੰ ਧਰਨੇ ਲੱਗਾ। ਵੈਸੇ ਲੋਕਾਂ ਨੂੰ ਲਾਮਬੰਦੀ ਕਰਨੀ ਚਾਹੀਦੀ ਹੈ ਕਿ ਜਿਹੜੇ ਵਾਅਦੇ ਕਰਦੇ ਨੇ ਉਹਨਾਂ ਦੇ ਕਾਨੂੰਨੀ ਦਸਤਾਵੇਜ਼ ਬਣ ਜਾਣ। ਜੇ ਵਾਅਦੇ ਨਹੀਂ ਪੂਰੇ ਕਰਦੇ ਤਾਂ ਸਰਕਾਰ ਇਹਨਾਂ ਦੀ ਵਾਪਸ ਵਾਪਸ ਕਿਹਾ ਜੀ। ਇੱਥੇ ਮਾਰ ਰਹੇ ਆ ਸਰਕਾਰਾਂ ਕਾਹਦੀਆਂ ਹੈ, ਇੱਥੇ ਲੋਕਾਂ ਨੂੰ ਮਾਰਦੇ, ਲਟਕਾ, ਕੋਈ ਸੜਕਾਂ 'ਚ ਮਾਰਤਾ, ਕੋਈ ਤਾਂ ਐਕਸੀਡੈਂਟ ਕਰਤਾ, ਕਿਸੇ ਨੂੰ ਕਰਤਾ, ਸਭ ਮਾਰ ਰਹੇ। ਕੀ ਨਾਮ ਬਾਈ ਜੀ ਤੁਹਾਡਾ? ਮੈਂ ਹਰਦੀਪ ਸਿੰਘ ਜੀ। ਕਿਵੇਂ ਦੇਖਦੇ ਹੋ ਬਾਈ, ਕਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ? ਕਿਉਂਕਿ ਸਰਕਾਰਾਂ ਵਾਅਦੇ ਬਹੁਤ ਕਰਦੀਆਂ ਤੁਹਾਡੇ ਹਿਸਾਬ ਦੇ ਨਾਲ। ਸਰਕਾਰਾਂ ਵਾਅਦੇ ਬਹੁਤ ਕਰਦੀਆਂ ਪਰ ਪੂਰੇ ਨਹੀਂ ਉਤਰਦੇ ਜੀ। ਹੁਣ ਨਸ਼ਾ ਸਾਡਾ ਬਹੁਤ ਹੋਇਆ ਬਾਈ। ਕੈਪਟਨ ਸਾਹਿਬ ਨੇ ਸਹੁੰ ਖਾਧੀ, ਗੁਟਕਾ ਸਾਹਿਬ ਦੀ, ਕੀ ਹੋਇਆ? ਕੁਛ ਨਹੀਂ ਹੋਇਆ ਜੀ। ਠੀਕ ਹੈ ਜੀ। ਸਭ ਤੋਂ ਬੜਾ ਵੀ ਨਸ਼ਾ ਜਿਹੜਾ ਸਾਡਾ ਬਹੁਤ ਵੱਡੀ ਸਮੱਸਿਆ ਜੀ। ਹਾਂਜੀ, ਪਰ ਤੁਹਾਨੂੰ ਲੱਗਦਾ ਕਿ ਜੇ ਨਸ਼ੇ ਨੂੰ ਖਤਮ ਕਰਨਾ ਹੋਵੇ ਤਾਂ ਸਰਕਾਰ ਦੇ ਬਹੁਤ ਆਸਾਨ ਹੈਗਾ ਸਰਕਾਰ ਦੇ ਲਈ, ਪਰ ਕਿਤੇ ਨਾ ਕਿਤੇ ਆਪਣੇ ਲੋਕ ਰਲੇ ਹੁੰਦੇ ਨੇ? ਸਾਂ ਵਿੱਚ ਹੈਗੇ ਜੀ ਰਲੇ ਵੇ, ਪਿੰਡਾਂ ਦੇ ਵਿੱਚ ਬਹੁਤ ਰਲੇ ਵੇ ਜਿਹੜੇ ਨਸ਼ਾ ਵੇਚਦੇ ਜੀ, ਜਿਹੜੇ ਇਹਨਾਂ ਦੇ ਚਮਚੇ ਆ ਉਹ ਕਰ ਰਹੇ ਨਾਲ ਮਿਲੇ ਵੇ। ਪਹਿਲਾਂ ਤਾਂ ਗੱਲ ਹੈ ਵੀ ਜਿਹੜੇ ਇਹਨਾਂ ਦੇ ਚਮਚੇ ਆ, ਪਹਿਲਾਂ ਜੁੱਤੀ ਨਾਲ ਫਿਰਨੀ ਚਾਹੀਦੀ ਹੈ ਜੀ। ਜੇ ਨਾਲ ਭਾਈ, ਜਿੱਦਾਂ ਅਸੀਂ ਨਸ਼ੇ ਨੂੰ ਖਤਮ ਦੀ ਗੱਲ ਕਰੀਏ, ਤੁਹਾਡੇ ਹਿਸਾਬ ਨਾਲ ਤਰੀਕਾ ਕੀ ਹੈਗਾ?
ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨ ਦੇਣੇ, ਨੌਜਵਾਨਾਂ ਲਈ ਕੋਸ਼ਿਸ਼ਾਂ ਕਰਨੀਆਂ, ਤੁਹਾਨੂੰ ਲੱਗਦਾ ਕਿ ਉਸ ਤਰੀਕੇ ਨਾਲ ਕੋਸ਼ਿਸ਼ਾਂ ਨਹੀਂ ਹੋ ਰਹੀਆਂ? ਨਹੀਂ, ਉਹ ਚੀਜ਼ਾਂ ਚਾਹੀਦੀਆਂ ਜ਼ਰੂਰ ਹੈ ਪਰ ਹੋ ਨਹੀਂ ਰਹੀਆਂ ਜੀ। ਵੈਸੇ ਸਰਕਾਰ ਦਾ ਇਸ ਵਿੱਚ ਰੋਲ ਜ਼ਿਆਦਾ ਚਾਹੀਦਾ ਜੀ। ਨਸ਼ੇ ਜਿਹੜੇ ਬੰਦ ਸਰਕਾਰੇ ਕਰ ਸਕਦੀ ਹੈ ਤੇ ਪ੍ਰਸ਼ਾਸਨ ਜਿਹੜਾ ਉਹ ਨਾਲ ਮਿਲਿਆ ਵਿੱਚ ਸਭ ਕੁਝ ਚੱਲਦਾ ਜੀ। ਪ੍ਰਸ਼ਾਸਨ ਪਤਾ ਨਹੀਂ ਹੈ ਵੀ ਕੌਣ ਵੇਚ ਰਿਹਾ ਕੌਣ ਨਹੀਂ, ਸਭ ਪਤਾ ਜੀ ਉਹਨੂੰ। ਨਾਲੇ ਜੇ ਵੱਡੇ ਸੌਦਾਗਰ ਜਿਹੜੇ ਨਸ਼ਾ ਵੇਚਣ ਵਾਲੇ, ਜੇ ਉਹਨਾਂ ਨੂੰ ਫੜਿਆ ਜਾਂਦਾ, ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਤਾਂ ਸ਼ਾਇਦ ਠੱਲ ਪੈਂਦੀ ਹੈ ਜੀ। ਹਾਂਜੀ, ਇਸ 'ਚ ਪੈਂਦੀ ਹੈ ਜੀ। ਹਾਂਜੀ। ਕੀ ਨਾਮ ਬਾਈ ਜੀ ਤੁਹਾਡਾ? ਜਸਵੀਰ ਸਿੰਘ। ਜਸਵੀਰ ਜੀ, ਕਿੱਦਾਂ ਦੇਖਦੇ ਹੋ 4.5 ਸਾਲ ਬੀਤ ਗਏ ਨੇ ਸਰਕਾਰ ਨੂੰ, ਲੱਗਦਾ ਕਿ ਸਰਕਾਰਾਂ ਕੁਝ ਸੋਚ ਰਹੀਆਂ ਨੇ ਲੋਕਾਂ ਬਾਰੇ? ਲਾਰਿਆਂ 'ਚ ਰੱਖਿਆ ਵੀ ਸਰਕਾਰਾਂ ਨੇ। ਜਿਹੜੀ ਵੀ ਸਰਕਾਰ ਆਉਂਦੀ ਹੈ ਵਾਅਦੇ ਪੂਰੇ ਨਹੀਂ ਕਰਦੀ, ਮਿੱਠੀਆਂ ਗੋਲੀਆਂ ਦੇ ਕੇ ਚੁੱਪ ਕਰ ਜਾਂਦੇ ਸਭ, ਬਾਅਦ 'ਚ ਵੋਟਾਂ ਪੈ ਕੇ। ਹਾਂਜੀ, ਤੁਹਾਨੂੰ ਲੱਗਦਾ ਕਿ ਇਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ? ਜਿਹੜੇ ਘੱਟੋ ਘੱਟ ਜਿਹੜਾ ਚੋਣ ਮਨੋਰਥ ਪੱਤਰ ਬਣਾਉਂਦੇ ਆ ਉਹਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਲੀਗਲ ਡਾਕੂਮੈਂਟ ਬਣਾ ਦੇਣਾ ਚਾਹੀਦਾ? ਹਾਂਜੀ ਹਾਂ, ਜ਼ਰੂਰ। ਕੀ ਨਾਮ ਜੀ ਤੁਹਾਡਾ? ਹਰਜਤ ਸਿੰਘ ਬਾਲਾ। ਬਈ ਮੈਂ ਇਸ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਵਾਅਦੇ ਹੁੰਦੇ ਨੇ ਉਹ ਵਫਾ ਨਹੀਂ ਹੁੰਦੇ। ਤੁਹਾਨੂੰ ਲੱਗਦਾ ਕਿ ਕਾਨੂੰਨੀ ਦਸਤਾਵੇਜ਼ ਹੋਣੇ ਚਾਹੀਦੇ ਨੇ ਇਹ, ਕਿ ਜਦੋਂ ਇੱਕ ਵਾਰੀ ਜਿਹੜੇ ਵਾਅਦੇ ਕਰਤੇ ਜੇ ਸਰਕਾਰ ਨੇ ਪੂਰੇ ਨਹੀਂ ਕੀਤੇ ਤਾਂ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਵੇ? ਇਹ ਜ਼ਰੂਰ ਹੋਣੀ ਚਾਹੀਦੀ ਹੈ ਜੀ। ਜਿਹੜਾ ਕਾਨੂੰਨੀ ਦਸਤਾਵੇਜ਼ ਜ਼ਰੂਰ ਬਣਨਾ ਚਾਹੀਦਾ, ਜਿਹੜਾ ਚੋਣ ਮੈਨੀਫੈਸਟੋ ਹੈ, ਡੈਫੀਨੇਟਲੀ ਇਹ ਚਾਹੀਦਾ ਹੈ ਜ਼ਰੂਰ। ਕਿਉਂਕਿ ਹਰੇਕ ਵਾਰੀ ਵਾਅਦੇ ਕਰਕੇ ਮੁੱਕਰ ਹਾਂ, ਹਰੇਕ ਵਾਰ ਵਾਅਦੇ ਕਰਕੇ ਮੁੱਕਰ ਜਾਂਦੇ ਆ ਜੀ। ਥੱਲੇ ਬੇਸਿਕ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਪਹੁੰਚਦਾ। ਅੱਜ ਕੱਲ੍ਹ ਬੱਚਿਆਂ ਬਾਰੇ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਵਿਦਿਆਰਥੀਆਂ ਦੀ ਪੜ੍ਹਾਈ ਵੱਲਾਂ ਵੀ ਕੋਈ ਧਿਆਨ ਨਹੀਂ ਸਰਕਾਰਾਂ ਦਾ, ਵਿਕਾਸ ਵੱਲਾਂ ਕੋਈ ਧਿਆਨ ਨਹੀਂ ਹੈਗਾ, ਨਾ ਹੈਲਥ ਬਾਰੇ ਜੀ, ਨਾ ਐਜੂਕੇਸ਼ਨ ਬਾਰੇ। ਇੱਕ ਕਰੋਨਾ ਅੜ ਗਿਆ ਜੀ ਵਿੱਚ, ਹੁਣ ਇਹ ਬਹਾਨਾ ਲੈ ਲੈਣਗੇ ਸਾਰੇ ਵੀ ਕਰੋਨਾ ਆ ਗਿਆ, ਵੈਸੇ ਕੁਝ ਨਹੀਂ ਹੈ। ਵੈਸੇ ਕਰੋਨਾ ਦੇ ਨਾਂ ਤੇ ਵੀ ਤੁਹਾਨੂੰ ਲੱਗਦਾ ਨਹੀਂ ਕਿ ਬੱਚਿਆਂ ਦੀ ਪੜ੍ਹਾਈ ਉਸ ਤਰੀਕੇ ਨਾਲ ਨਹੀਂ ਹੋ ਰਹੀ, ਪੜ੍ਹੇ ਲਿਖੇ ਅਨਪੜ੍ਹ ਪੈਦਾ ਕਰ ਰਹੇ ਹਾਂ? ਡੈਫੀਨੇਟਲੀ ਉਹ ਤਾਂ ਹੈ ਹੀ ਹੈ ਜੀ। ਕਰੋਨੇ ਕਰਕੇ ਤਾਂ ਬਹੁਤ ਬਹਾਨਾ ਮਿਲ ਗਿਆ ਜੀ ਇਹਨਾਂ ਨੂੰ। 2 ਸਾਲ ਐਗਜ਼ੈਂਪਟ ਹੋ ਗਏ। 2 ਸਾਲ ਇੱਕ ਹਿਸਾਬ ਦੇ ਨਾਲ ਇੱਕ ਪੀੜ੍ਹੀ ਜਿਹੜੀ ਆ ਪਿੱਛੇ ਪੈ ਗਈ ਆਪਣੇ ਹਿਸਾਬ ਨਾਲ। ਕੀ ਨਾਮ ਬਾਬਾ ਜੀ ਤੁਹਾਡਾ? ਦਲਜੀਤ ਸਿੰਘ। ਦਲਜੀਤ ਜੀ, ਕਿੱਦਾਂ ਦੇਖਦੇ ਹੋ ਸਰਕਾਰਾਂ, ਕੋਈ ਵੀ ਹੋਵੇ, ਕਾਂਗਰਸ ਹੋਵੇ, ਅਕਾਲੀ ਹੋਵੇ, ਲੰਮਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਇਹਨਾਂ ਨੂੰ ਰਾਜ ਕਰਦਿਆਂ ਨੂੰ, ਲੱਗਦਾ ਕਿ ਲੋਕਾਂ ਦੇ ਅਸਲ ਮਸਲਿਆਂ ਦੀ ਗੱਲ ਹੋਈ ਕਦੇ? ਨਹੀਂ ਹੋਈ, ਤਾਂ ਹੀ ਤਾਂ ਹਾਰ ਕੇ ਉੱਥੇ ਦਿੱਲੀ ਬੈਠੇ ਆ ਤੇ ਆ ਵੋਟ ਲਾਉਣੇ ਪਏ ਆ। ਇਹੀ 70 ਸਾਲ ਦੇਖਦੇ ਨੂੰ ਲੰਘ ਗਏ। ਜਿਹੜੀ ਮੇਰੀ ਉਮਰ ਤਾਂ 60 ਸਾਲ ਆ, ਜਿਹੜੀ 40 ਸਾਲ ਮੈਨੂੰ ਵੀ ਅਕਲ ਜੀ ਆਏ ਤੋਂ ਦੇਖਦੇ ਨੂੰ ਹੋ ਗਏ। ਬਹੁਤ ਹੀ ਜਿਵੇਂ ਹੁੰਦੀਆਂ ਹੈ ਨਾ ਐਜੂਕੇਸ਼ਨ, ਸਕੂਲਾਂ ਦਾ ਹਾਲ ਆਪਾਂ, ਬਾਕੀ ਮਹਿੰਗੀ ਆ ਹੈ ਨਾ। ਇਹ ਤੁਸੀਂ ਜਿਵੇਂ ਦੱਸ ਰਹੇ ਸੀਗੇ ਕਿ ਲੰਮਾ ਸਮਾਂ ਹੋ ਗਿਆ, 40 ਸਾਲ ਦੇਖਦੇ ਹੋ ਗਏ ਉਹਨਾਂ ਨੂੰ ਗੱਲ। ਹਾਂ, ਮੈਂ ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਕਿਹੜੇ ਤੁਹਾਨੂੰ ਲੱਗਦਾ ਕਿ ਵਾਅਦੇ ਕਰਦੀਆਂ ਰਹੀਆਂ ਸਰਕਾਰਾਂ, ਬਾਅਦ ਚੋਂ ਵਫਾ ਨਹੀਂ ਕੀਤੀ? ਉਹੀ ਸ਼ੇਖ ਚਿੱਲੀ ਵਾਲੇ ਵੀ ਐਵੇਂ ਕਰ ਦਾਂਗੇ ਅਸੀਂ ਹੈ ਨਾ, ਇਹਨਾਂ ਤੇ ਕੈਲੀਫੋਰਨੀਆ ਬਣਾ ਦਾਂਗੇ। ਉਹ ਬਣਿਆ ਪੰਜਾਬ ਜਿਹੜਾ ਸੀਗਾ ਉਹ ਵੀ ਨਹੀਂ ਰਿਹਾ। ਕੈਲੀਫੋਰਨੀਆ ਦੇ ਸੁਪਨੇ ਛੱਡੋ, ਉਹ ਫਿਰ ਮੁੰਡੇ ਇੱਧਰ ਤੋਂ ਜਾ ਕੇ ਦੇਖਣ ਲੱਗੇ ਕੈਲੀਫੋਰਨੀਆ ਉੱਧਰ ਵੀ ਇੱਧਰ ਹੁਣ ਬਾਦਲਾਂ ਵਾਲੇ ਛੱਡੋ, ਤੇ ਕੈਪਟਨ ਕੁਪਟਨ ਵਿੱਚੇ ਆ ਨੇ ਸਾਰੇ ਕੁੱਲ ਮਿਲਾ ਕੇ। ਬੜੀ ਅਹਿਮ ਗੱਲ ਕਹੀ ਕਿ ਮੁੰਡਿਆਂ ਨੂੰ ਉੱਧਰ ਜਾ ਕੇ ਦੇਖਣਾ ਪੈ ਗਿਆ ਕਿ ਕੈਲੀਫੋਰਨੀਆ ਦਾ ਹੈ ਹੀ ਹੈ ਨਾ। ਆਈਲੈਟਸ ਕਰੋ ਜਾਓ। ਇੱਕ ਤਰੀਕਾ ਹੀ ਬਣਾਤਾ ਵੀ ਬੰਦੇ ਨੌਜਵਾਨ ਸਾਰੇ ਬਾਹਰ ਹੀ ਚੱਲ। ਬਸ ਇੱਥੇ ਹੈ ਨਹੀਂ ਨਾ। ਹੁਣ ਆਪਾਂ +2 ਬੱਚਾ ਕਰਦਾ, ਬੜੀ ਮਹਿੰਗੀ ਪੜ੍ਹਾਈ ਆ, ਫਿਰ ਅੱਗੇ ਕੁਝ ਦਿਖਦਾ ਨਹੀਂ। ਉੱਥੇ ਆਈਲੈਟਸ ਕਰਕੇ ਸਿੱਖੇਗਾ ਨਾ ਕੁਛ ਨਾ ਕੁਛ ਤਾਂ ਬਣੇਗਾ, ਡਰਾਈਵਰ ਬਣੇਗਾ, ਟਰਾਂਸਪੋਰਟਰ ਬਣੇਗਾ, ਕੋਈ ਕੰਮ ਕਰੂਗਾ, ਪੈਸਾ ਮਿਲੇਗਾ। ਫਿਰ ਕੈਲੀਫੋਰਨੀਆ ਆਪੇ ਦਿਖ ਜਾਏਗਾ, ਬੁੜੇ ਨੂੰ ਵੀ ਦਿਖਾ ਦੂਗਾ ਇੱਥੇ। ਔਰ ਉੱਤੇ ਐਮਪੀ ਕਰੇ ਜਿਹਨੂੰ ਉਹਦੇ ਯਾਦ ਬਣ ਜਾਣਗੇ। ਹਾਂ, ਇਹ ਬੜਾ ਔਖਾ ਹੈਗਾ। ਕੁਝ ਮਹਿਲਾਵਾਂ ਵੀ ਬੈਠੀਆਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ। ਮਾਤਾ ਜੀ, ਜਦੋਂ ਅਸੀਂ ਗੱਲ ਕਰਦੇ ਹਾਂ, ਬੜੀ ਔਰਤਾਂ ਦੇ ਨਾਲ ਬਹੁਤ ਸਾਰੇ ਵਾਅਦੇ ਹੁੰਦੇ ਨੇ, ਪਰ ਤੁਹਾਨੂੰ ਲੱਗਦਾ ਕਿ ਔਰਤਾਂ ਨੂੰ ਉਸ ਤਰੀਕੇ ਦੀ ਸਮਾਜ ਦੇ ਵਿੱਚ ਵੈਲਿਊ ਦਿੱਤੀ ਜਾਂਦੀ ਜਾਂ ਸਿਆਸਤਦਾਨਾਂ ਵੱਲੋਂ ਵੈਲਿਊ ਦਿੱਤੀ ਜਾਂਦੀ ਉਸ ਤਰੀਕੇ ਦੀ? ਨਹੀਂ ਜੀ, ਇਹ ਕੋਈ ਨਹੀਂ ਦਿੱਤੀ ਜਾਂਦੀ ਵੈਲਿਊ। ਜਿੱਦਾਂ ਕਹਿੰਦੇ ਕਿ ਅਸੀਂ ਨੰਨੀ ਸ਼ਾਂ ਦੇ ਤਹਿਤ ਬਹੁਤ ਸਾਰੀਆਂ ਸਕੀਮਾਂ ਚਲਾਉਂਦੇ ਹਾਂ, ਅਸੀਂ ਔਰਤਾਂ ਨੂੰ ਘਰ ਸਿਲੰਡਰ ਪਹੁੰਚਾਉਂਦੇ ਹਾਂ। ਇਸ ਵੇਲੇ ਮਹਿੰਗਾਈ ਨੇ ਲੱਕ ਤੋੜਿਆ ਪਿਆ ਲੋਕਾਂ ਦਾ, ਘਰ ਚਲਾਉਣਾ ਕਿੰਨਾ ਕੁ ਮੁਸ਼ਕਿਲ ਹੋਇਆ ਪਿਆ ਇਸ ਵੇਲੇ? ਸਭ ਨੂੰ ਪਤਾ ਜੀ ਘਰ ਚਲਾਉਣੇ ਮੁਸ਼ਕਿਲ ਹੈ, ਚਾਹੇ ਕੋਈ ਬੜਾ ਜ਼ਿਮੀਂਦਾਰ ਚਾਹੇ ਕੋਈ ਛੋਟਾ। ਉਹ ਜੀ ਮਹਿੰਗਾਈ ਵੀ ਜ਼ਿਆਦਾ ਹੈ ਨਾ। ਉਹੀ ਜੀ ਛੋਟੇ ਜ਼ਿਮੀਂਦਾਰ ਨੂੰ ਸਹੂਲਤ ਹੈਗੀ ਹੈ, ਬੜੇ ਉਹਨੇ ਮਹਿੰਗਾਈ ਤਾਂ ਬਰਾਬਰ ਆ ਗਈ। ਅੱਗੇ 1000 ਰੁਪਏ ਦੇ ਵਿੱਚ ਕਈ ਕੁਝ ਹੋ ਜਾਂਦਾ ਹੁੰਦਾ ਸੀ, ਹੁਣ ਲੱਗਦਾ ਕਿ ਘਰ ਦਾ ਗੁਜ਼ਾਰਾ ਚੱਲਦਾ ਕਿਤੇ? ਨਹੀਂ ਚੱਲਦਾ ਘਰ ਦਾ ਗੁਜ਼ਾਰਾ। ਹੁਣ ਵੈਸੇ ਜੇ ਅਸੀਂ ਰਾਸ਼ਨ ਪਾਉਣਾ ਹੋਵੇ ਤਾਂ ਕਿੰਨਾ ਕੁ ਪੈਸਾ ਖਰਚ ਹੋ ਜਾਂਦਾ ਤੁਹਾਡੇ ਹਿਸਾਬ ਨਾਲ? ਆਪਣੀ ਫੈਮਿਲੀ ਦੇ ਹਿਸਾਬ ਨਾਲ 5-4 ਹਜ਼ਾਰ ਤਾਂ ਥੋੜੀ ਫੈਮਿਲੀ ਦਾ ਹੋ ਜਾਂਦਾ ਜੀ। ਅੱਗੇ 5-4 ਹਜ਼ਾਰ ਦੇ ਨਾਲ ਮੈਨੂੰ ਲੱਗਦਾ 2-3 ਪਰਿਵਾਰ ਸੜ ਜਾਂਦੇ। ਹਾਂਜੀ। ਤੇ ਹੁਣ ਤਾਂ ਉਹੀ ਤੁਹਾਨੂੰ ਦੱਸਦੇ ਵੀ ਹੁਣ ਤਾਂ ਛੋਟੀ ਫੈਮਿਲੀ ਦੇ ਨਹੀਂ ਹੁੰਦਾ ਇੰਨਾ ਖਰਚਾ। ਮਤਲਬ ਤੁਸੀਂ ਕਿਵੇਂ ਦੇਖਦੇ ਹੋ? ਸਰਕਾਰਾਂ ਵਾਅਦੇ ਬਹੁਤ ਕਰਦੀਆਂ ਪਰ ਵਫਾ ਨਹੀਂ ਹੁੰਦੇ। ਨਹੀਂ ਹੁੰਦੇ ਤਾਂ 5-4 ਹਜ਼ਾਰ ਤਾਂ 2 ਬੱਚਿਆਂ ਦੀ ਫੀਸ ਵੀ ਨਹੀਂ ਜਾਂਦੀ। ਗੁਜ਼ਾਰਾ ਤਾਂ ਬੜਾ ਮੁਸ਼ਕਲ ਹੈ, ਫੀਸਾਂ ਵਧ ਰਹੀਆਂ, ਬੇਰੁਜ਼ਗਾਰ ਸਾਡੇ ਬੱਚੇ ਫਿਰਦੇ ਹੈ, ਨਸ਼ਿਆਂ ਨੇ ਸਾਡੇ ਬੱਚੇ ਮਾਰ ਲਏ, ਆਮਦਨ ਸਾਨੂੰ ਕੋਈ ਹੈ ਨਹੀਂ,
ਆ ਬਾਕੀ ਜੱਟਾਂ ਤੇ ਜਿਹੜੀ ਹੋਰ ਪੈਂਦੀ ਆ ਉਹ ਵੀ ਸਾਨੂੰ ਸਭ ਨੂੰ ਪਤਾ ਹੈ। ਟੈਕਸ ਉਹ ਸਾਰੇ ਵਧਾਤੇ, ਬੀਬੀਆਂ ਦੀ ਮਹਿਲਾਵਾਂ ਦੀ ਕੋਈ ਪੁੱਛ ਨਹੀਂ, ਵਾਅਦੇ ਪੂਰੇ ਕਰਦੇ ਨਹੀਂ, ਕੋਈ ਵੀ ਨਹੀਂ ਕਰਦਾ, ਕਰ ਬਹੁਤ ਲੈਂਦੇ ਆ। ਬੜੀ ਅਹਿਮ ਗੱਲ ਕਹੀ ਕਿ ਨੌਜਵਾਨ ਨਸ਼ਿਆਂ ਦੇ ਵੱਸ ਪੈ ਗਏ ਤੇ ਸਰਕਾਰਾਂ ਕੁਝ ਕਰ ਨਹੀਂ ਰਹੀਆਂ। ਨਹੀਂ ਰਹੀਆਂ ਬੇਰੁਜ਼ਗਾਰੀ, ਸਰਕਾਰਾਂ ਨਸ਼ੇ ਮੰਗਾਉਣੀਆਂ, ਸਰਕਾਰੇ ਨਸ਼ੇ ਮੰਗਾਉਣੀਆਂ, ਜੇ ਬਾਰਡਰਾਂ ਟੱਪ ਕੇ ਆਉਣੇ ਆ ਸਰਕਾਰੇ ਮੰਗਾਉਣੀਆਂ। ਸਰਕਾਰਾਂ ਉਹਨਾਂ ਨੂੰ ਕਾਹਤੇ ਨਹੀਂ ਫੜਦੇ ਜਿੱਥੇ ਨਸ਼ੇ ਬਣਦੇ ਆ। ਜਿਹੜੇ ਬੱਚੇ ਖਾਣ ਲੱਗ ਗਏ ਸਾਡੇ ਉਹਨਾਂ ਨੂੰ ਫੜਦੇ ਆ। ਉਹ ਗਰੀਬਾਂ ਦੇ ਫਿਰ ਤੁਹਾਨੂੰ ਪਤਾ ਵੀ ਗਾਹਾਂ ਵੀ ਹਰੇਕ ਬੰਦਾ ਪੈਸੇ ਮੰਗਦਾ, ਬੱਚੇ ਨਹੀਂ ਛੱਡਦਾ ਉਹਨਾਂ ਦਾ, ਹੈ ਨਾ। ਜੇ ਪਿੱਛੋਂ ਹੀ ਨਸ਼ਾ ਬੰਦ ਹੋ ਜਾਵੇ ਅੱਗੇ ਕੌਣ ਲਿਆਊਗਾ? ਇਹ ਰਲੀ ਮਿਲੀ ਸਰਕਾਰ ਮਿਲਦੀ ਆ ਨਸ਼ਿਆਂ ਨਾਲ, ਹੈ ਨਾ। ਸਰਕਾਰ ਨੂੰ ਆਮਦਨ ਹੈ, ਨਸ਼ੇ ਨਾਲ ਸਰਕਾਰ ਨੂੰ ਆਮਦਨ ਹੈ। ਸਾਡੇ ਬੱਚੇ ਮਾਰਤੇ, ਕੁਛ ਮਹਿੰਗਾਈ ਨੇ ਮਾਰਤੇ, ਅਸੀਂ ਕੁਛ ਕੋਈ ਰਾਹ ਨਹੀਂ ਬਚਿਆ, ਫਿਰ ਇਸੇ ਕਰਕੇ ਵਿਦੇਸ਼ਾਂ ਦਾ ਮੁੱਲ ਚੱਲ ਰਿਹਾ। ਬੱਚਿਆਂ ਵਾਸਤੇ ਰਾਹ ਨਹੀਂ ਜਾ ਰਹੇ ਬੱਚੇ ਸਾਡੇ, ਹੈ ਨਾ। ਛੋਟੇ ਬੱਚੇ ਵੀ ਰੋਲ ਰਹੇ ਆ ਪੜ੍ਹਨੇ ਤੋਂ, ਘਰ ਬੈਠੇ 2 ਸਾਲ ਤਾਂ ਉਹਨਾਂ ਦੀ ਪੜ੍ਹਾਈ ਪਿੱਛੇ ਪੈ ਗਈ, ਖਤਮ ਹੋ ਗਏ ਉਹ। ਬਾਕੀ ਫੀਸਾਂ ਔਕਣ ਹੀ ਜਾਂਦੀਆਂ ਸਾਡੀਆਂ, ਪੜ੍ਹਾਈ ਕੋਈ ਨਹੀਂ ਬੱਚਿਆਂ ਦੀ। ਘਰ ਬੈਠੀਆਂ ਮਾਇਆਂ ਨੂੰ ਸਗੋਂ ਕੰਮ ਵੱਧ ਗਏ, ਜਿਹੜੇ ਘਰ ਦੇ ਕੰਮ ਚੱਲਦੇ ਤੇ ਉਹ ਪੜ੍ਹਾਈਆਂ ਪਰ ਹੋ ਗਈਆਂ ਮਾਇਆਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਕਰੋਨਾ ਨੇ ਤੁਹਾਨੂੰ ਲੱਗਦਾ ਕਰਨਾ ਕੀ ਚਾਹੀਦਾ ਸਰਕਾਰਾਂ ਨੂੰ? ਜਿੱਦਾਂ ਹੁਣ ਅਸੀਂ ਪਿੰਡਾਂ ਦੀ ਗੱਲ ਕਰ ਲਈਏ, ਪਿੰਡਾਂ 'ਚ ਖੁੱਲ੍ਹਾ ਹੈ, ਠੇਕਾ ਖੁੱਲ੍ਹਾ ਹੈ, ਸਭ ਕੁਝ ਖੁੱਲ੍ਹਾ ਹੈ। ਬੱਚਿਆਂ ਦੀ ਪੜ੍ਹਾਈ ਕਿਉਂ ਨਹੀਂ ਖੁੱਲ੍ਹ ਰਹੀ? ਬੱਚਿਆਂ ਦਾ ਇੰਤਜ਼ਾਮ ਕਰਨ, ਟੀਕੇ ਲਾਉਣ ਤੇ ਉਹਨਾਂ ਦੇ ਸੈਨੀਟਾਈਜ਼ਰ ਦੇਣ, ਜੋ ਉਹਨਾਂ ਦੀ ਰੋਕਥਾਮ ਵਾਸਤੇ ਜ਼ਰੂਰਤ ਹੈ ਉਹ ਕਰਨ ਪੂਰੀਆਂ ਉਹਨਾਂ ਦੀ। ਹੈਰਾਨੀ ਦੀ ਗੱਲ ਹੈ ਕਿ ਸਾਰਾ ਕੁਝ ਖੁੱਲ ਗਿਆ ਕਿ ਸਕੂਲ ਨਹੀਂ ਖੋਲ ਰਹੇ, ਫੀਸ ਲੈ ਰਹੇ ਹੈ, ਜਾਂ ਤਾਂ ਫੀਸ ਵੀ ਨਾ ਲੈਣ। ਨਿੱਜੀ ਸਕੂਲਾਂ ਨੇ ਵੀ ਬੜੀ ਲੁੱਟ ਮਚਾਈ ਹੋਈ ਹੈ ਇਸ ਵੇਲੇ। ਮਚਾਈ ਹੋਈ ਹੈ, ਸਾਰਿਆਂ ਨੇ ਮਚਾਈ ਹੋਈ ਹੈ। ਉਹੀ ਤਾਂ ਕਹਿੰਦੇ ਆ ਵੀ ਬੱਚੇ ਸਾਡੇ ਹੁਣ ਤਾਂ ਛੋਟੇ ਵੀ ਰੁਲ ਗਏ, ਪਹਿਲਾਂ ਤਾਂ ਵੱਡੇ ਹੀ ਰੁਲੇ ਸੀ। ਇਹ ਸਰਕਾਰੀ ਸਕੂਲਾਂ ਦਾ ਮਾਤਾ ਜੀ ਬੜਾ ਬੁਰਾ ਹਾਲ ਕਰਤਾ ਇਹਨਾਂ ਨੇ। ਕਹਿੰਦੇ ਕਿ ਪਿਛਲੇ ਦਿਨਾਂ ਦੇ ਵਿੱਚ ਨਿੱਜੀ ਸਕੂਲ ਤਾਂ ਚੱਲੀ ਜਾਂਦੇ ਕਿ ਇਹਨਾਂ ਦੇ ਵਿੱਚ ਵੀ ਸਿਆਸਤਦਾਨਾਂ ਦਾ ਹਿੱਸਾ ਹੈਗਾ। ਸੁਣਦੇ ਤਾਂ ਇੱਕ ਨੇ ਜੀ, ਹਿੱਸੇ ਤਾਂ ਹੈ ਨਾ। ਅਸੀਂ ਦੇਖਣ ਤਾਂ ਨਹੀਂ ਜਾਂਦੇ, ਸੁਣਦੇ ਤਾਂ ਹੈਗੇ ਆ। ਹੁਣ ਬੱਚੇ ਸਾਡੇ ਘਰਾਂ ਬੈਠੇ ਆ, ਹੈਰਾਨ ਹੁੰਦੇ ਆ। ਇਹ ਗੱਲਾਂ ਨੂੰ ਤਾਂ ਕਰੋਨਾ ਹੈਗਾ, ਹੈ ਨਾ। ਜਿਹੜਾ ਕੰਮ ਮੋਦੀ ਨੇ ਕਰਨਾ ਨਹੀਂ ਤਾਂ ਕਰੋਨਾ 'ਚ ਕਰਤਾ। ਸਾਡਾ ਸਾਰਾ ਪੰਜਾਬ ਬਾਰਡਰਾਂ 'ਤੇ ਲਿਆਤਾ, ਸੜਕਾਂ 'ਤੇ ਪਾਤਾ। ਇਹ ਕੰਮ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਤਾਂ ਨਾ, ਕਰਨਾ ਚਾਹੀਦਾ ਤਾਂ ਇਸ ਟਾਈਮ ਕਰੋਨਾ 'ਚ ਉਹ ਕੰਮ ਕਰਨਾ ਚਾਹੀਦਾ ਜਿਹੜਾ ਕਰਿਆ ਮੋਦੀ ਨੇ। ਪੈਟਰੋਲ ਮਹਿੰਗੇ ਕਰਤੇ, ਡੀਜ਼ਲ ਮਹਿੰਗੇ ਕਰਤੇ, ਗੈਸਾਂ ਮਹਿੰਗੀਆਂ ਕਰਤੀਆਂ। ਹੋ ਗਏ ਸਾਡੇ ਬੱਚੇ ਰੋਦੇ ਆ, ਸਾਡੇ ਆਦਮੀ ਰੋਦੇ ਸੜਕਾਂ ਪਰ, ਹੈ ਨਾ। ਉਹਨਾਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਉਹਨਾਂ ਨੂੰ। ਉਹ ਕਾਹਤੇ ਕਰੋਨਾ 'ਚ ਕਰਤਾ? ਬਿਲਕੁਲ ਮਾਤਾ ਜੀ, ਤੁਸੀਂ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਗਿਆ ਕਿਸਾਨ ਉੱਥੇ ਧਰਨਿਆਂ ਤੇ ਬੈਠੇ ਨੇ, ਸਰਕਾਰ ਸੋਚ ਨਹੀਂ ਰਹੀ। ਰੋਲ ਰਹੇ ਨੇ, ਰੋਲ ਰਹੇ ਹਾਂ ਅਸੀਂ। ਇੱਕ ਤਾਂ ਸਾਨੂੰ ਜਿਹੜਾ ਮਾੜਾ ਮੋਟਾ ਘਰ ਦਾ ਖਰਚ ਸੀ ਉਹ ਮਹਿੰਗਾਈ ਬਹੁਤ ਹੋ ਗਈ। ਜਿਹੜਾ ਸਾਡੇ ਕੰਮ ਕਰਨ ਵਾਲਾ ਸੀ ਉਹ ਵੀ ਚਲਿਆ ਗਿਆ, ਉੱਥੇ ਦਿੱਲੀ ਜਾ ਕੇ ਬੈਠਦਾ, ਉੱਥੇ ਮਰ ਰਹੇ ਨੇ, ਸਾਨੂੰ ਕੋਈ ਪੁੱਛ ਨਹੀਂ ਰਿਹਾ। ਬਾਕੀ ਸਾਡਾ ਜਿਹੜਾ ਕੋਈ ਮਾੜਾ ਮੋਟਾ ਕਿਸੇ ਨੇ ਦਵਾਈ ਬੂਟੀ, ਤੇਲ ਸਾਨੂੰ ਸਿਰੇ ਲਾਤਾ, ਅਸੀਂ ਤੇਲ ਵੀ ਨਹੀਂ ਪਵਾ ਸਕਦੇ। ਅਸੀਂ ਇੰਨੇ ਗਰੀਬ ਹੋ ਗਏ, ਸਾਡੇ ਐਸੇ ਬੱਚਿਆਂ ਨੂੰ ਅਸੀਂ ਮੋਬਾਈਲ ਕਿੱਥੋਂ ਲੈ ਕੇ ਦਈਏ? ਹਰ ਇੱਕ ਪੜ੍ਹਾਈ ਮੋਬਾਈਲ 'ਤੇ ਹੁੰਦੀ, ਅਸੀਂ ਕਿੱਥੋਂ ਕੱਲੇ ਬੱਚੇ ਨੂੰ 10-10 ਹਜ਼ਾਰ ਦਾ ਮੋਬਾਈਲ ਲੈ ਕੇ ਦਈਏ? ਉਹ ਤਾਂ ਆਪਣੀ ਫੀਸਾਂ ਲੈ ਰਹੇ ਨੇ, ਉਹ ਤਾਂ ਸਭ ਕੁਝ ਲੈ ਰਹੇ ਨੇ। ਸਾਨੂੰ ਵਾਧੂ ਮੋਬਾਈਲਾਂ ਦਾ ਖਰਚ ਸਾਨੂੰ ਪੈ ਗਿਆ, ਪੈਟਰੋਲਾਂ ਦਾ ਖਰਚ ਸਾਨੂੰ ਪੈ ਗਿਆ, ਮਹਿੰਗਾਈ ਦਾ ਖਰਚ ਸਾਨੂੰ ਪੈ ਗਿਆ। ਜਿਹੜੀ ਅਸੀਂ ਅੱਗੇ ਦਾਲ ਪਾਣੀ ਸਭ ਕੇ, ਹੁਣ ਹਰ ਜਗ੍ਹਾ ਨੂੰ ਪਿਆਜ਼ ਹੈ। ਹੁਣ ਅਸੀਂ ਅੱਗੇ 10 ਪਿਆਜ਼ ਪਾ ਕੇ ਸਬਜ਼ੀ ਬਣਾਉਂਦੇ ਸੀਗੇ, ਹੁਣ ਅਸੀਂ ਇੱਕ ਪਿਆਜ਼ ਨੂੰ ਵੀ ਤਰਸਦੇ ਹਾਂ। 30-35 ਰੁਪਏ ਕਿਲੋ ਹੋ ਗਿਆ। ਕੌਣ ਗਰੀਬ ਵਾਲੇ ਨੂੰ ਕੰਮ ਤਾਂ ਹੈ ਨਹੀਂ ਰਿਹਾ, ਕੰਮ ਸਾਡੇ ਬੰਦ ਕਰਿਆ, ਅਸੀਂ ਖਾਵਾਂਗੇ ਕਿੱਥੋਂ? ਸਰਕਾਰ ਵਾਅਦੇ ਤਾਂ ਕਰਦੀ ਕਿ ਅਸੀਂ ਲੋਕਾਂ ਦੀ ਬਾਂਹ ਫੜਾਂਗੇ ਔਖੇ ਸਮੇਂ ਦੇ ਵਿੱਚ। ਸਾਡੇ ਫਸਲ ਹੁੰਦੀ ਹੈ, ਸਾਡੇ ਆਲੂ ਹੁੰਦੇ ਨੇ, ਸਾਡੇ 4-5 ਰੁਪਏ ਕਿਲੋ ਆਲੂ ਦਿੰਦੇ ਨੇ। ਹੁਣ ਸਾਨੂੰ ਉਹੀ 20-25 ਰੁਪਏ ਆਲੂ ਮਿਲਦਾ, ਅਸੀਂ ਕੀ ਖਾਵਾਂਗੇ, ਕੀ ਬੱਚੇ ਨੂੰ ਖਿਲਾਵਾਂ? ਅਸੀਂ ਤਾਂ ਬਿਲਕੁਲ ਸੜਕਾਂ ਤੇ ਲਿਆਤੇ ਜਿੱਦਣ ਤੋਂ ਮੋਦੀ ਬਣੇ। ਸਰੋਂ ਦਾ ਤੇਲ ਵੀ ਅਸਮਾਨੀ ਪਹੁੰਚ ਗਿਆ ਮੇਰੇ ਹਿਸਾਬ ਨਾਲ ਤਾਂ, ਕਿਉਂਕਿ ਸਭ ਤੋਂ ਜ਼ਰੂਰਤ ਤਾਂ ਘਰਾਂ ਦੇ ਵਿੱਚ ਉਹਦੀ ਹੁੰਦੀ ਹੈ। ਸਾਡੀ ਜਦ ਖਰੀਦ ਹੋਣੀ ਹੈ, ਸਾਡੀ ਖਰੀਦ ਕਿਸੇ ਨੇ ਪੁੱਛਣੀ ਨਹੀਂ। ਅਸੀਂ ਸਰੋਂ ਜੱਟ ਕਿਸਾਨ ਬੀਜਦੇ ਆ, ਸਾਨੂੰ ਕੋਈ ਨਹੀਂ ਪੁੱਛਦਾ, ਸਾਨੂੰ ਕੋਈ ਰੇਟ ਨਹੀਂ ਦੇ ਰਿਹਾ। ਜਿੱਦਣ ਅਸੀਂ ਤੇਲ ਲੈਣ ਜਾਣਾ, ਸਾਨੂੰ ਹੁਣ ਉਹੀ 150 ਤੋਂ ਉੱਪਰ ਰੁਪਏ ਮਿਲ ਰਿਹਾ ਤੇਲ। ਕੀ ਅਸੀਂ ਕਰਾਂਗੇ? ਅਸੀਂ ਤਾਂ ਬਿਲਕੁਲ ਮਰ ਗਏ। ਮਾਤਾ ਜੀ, ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਸਰਕਾਰ ਵਾਅਦੇ ਜ਼ਿਆਦਾ ਕਰ ਲੈਂਦੀ, ਬਾਅਦ ਚੋਂ ਵਫਾ ਨਹੀਂ ਹੁੰਦੇ? ਨਾ ਜੀ, ਹੁੰਦੇ ਨਹੀਂ ਹੈਗੇ। ਵਾਅਦੇ ਜ਼ਿਆਦਾ ਕਰ ਲੈਂਦੀ ਹੈ, ਹਾਂ, ਪੂਰੇ ਨਿਭਾਉਂਦੇ ਨਹੀਂ ਹੈਗੇ, ਬਿਲਕੁਲ ਨਹੀਂ ਨਿਭਾਏ ਹੈਗੇ। ਤੁਹਾਨੂੰ ਆਪ ਨੂੰ ਪਤਾ ਹੀ ਹੈ। ਹੁਣ 7 ਮਹੀਨੇ ਕਿਸਾਨਾਂ ਨੂੰ ਵੀ ਬੈਠੇ ਉੱਥੇ ਹੋ ਗਏ ਨੇ, ਕੋਈ ਸਾਡਾ ਹੱਲ ਨਹੀਂ ਪੂਰਾ ਕਰਿਆ ਹੈਗਾ। ਕਿਸਾਨ ਕਹਿੰਦੇ ਕਿ ਜ਼ਮੀਨਾਂ ਖੋਹ ਲੈਣੀਆਂ ਸਰਕਾਰ ਨੇ ਸਾਡੀਆਂ, ਇਸੇ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਵੀ। ਦਿੱਲੀ ਵਿੱਚ ਤਾਂ ਹੀ ਬੈਠੇ ਹਾਂ ਜੀ, ਇਸੇ ਕਰਕੇ ਬੈਠੇ ਹਾਂ ਇੰਨਾ ਚਿਰ। ਜਿਹੜਾ ਬੋਰਡ ਲਾਇਆ ਇਹਦੇ ਵਿੱਚ ਪੂਰੇ ਪਿੰਡ ਦੀ ਸਹਿਮਤੀ ਹੈ ਕਿ ਕਿਸੇ ਸਿਆਸਤਦਾਨ ਨੂੰ ਆਉਣ ਨਹੀਂ ਦੇਣਾ ਸੀ ਪਿੰਡ, ਕਿਉਂਕਿ ਵਾਅਦੇ ਜ਼ਿਆਦਾ ਕਰਦੇ? ਹਾਂ ਜੀ, ਹਾਂ, ਆਉਣ ਨਹੀਂ ਦੇਣੇ ਹੈਗੇ ਪੂਰੇ ਸਭ ਸਾਡੇ ਪਿੰਡ ਦੇ। ਹਾਂ, ਅਸੀਂ ਤੀਵੀਆਂ ਘੇਰੂਗੇ ਵੀ ਨਹੀਂ ਆਉਣ ਦੇਣਾ, ਸਾਡੇ ਪਿੰਡ 'ਚ ਨਹੀਂ ਪੜਨਾ। ਜੇ ਬੰਦੇ ਧਰਨੇ ਤੇ ਵੀ ਗਏ ਹੋਏ ਜਾਂ ਕੋਈ ਨਾ ਕੋਈ ਕੰਮ ਕਰ ਰਹੇ ਹੋਏ, ਵੀ ਰੋਕੂਗੇ ਇਹ ਗੱਲਾਂ ਤੋਂ ਵੀ ਅਸੀਂ ਨਹੀਂ ਵੜਦੇ ਨੇ। ਜੇ 4.5 ਸਾਲ ਹੋ ਗਏ, ਘਰ ਘਰ ਨੌਕਰੀ ਕਹਿੰਦੇ ਤੇ ਉਹ, ਹੈ ਨਾ, ਦਿੱਤੀ ਹੈ ਕਿਸੇ ਨੇ ਨੌਕਰੀ? ਐਡੇ ਨੌਜਵਾਨ ਸਾਡੇ ਮੁੰਡੇ ਵਿਹਲੇ ਫਿਰਦੇ ਹੈ ਨਾ। ਕਿਸੇ ਸਰਕਾਰ ਜ਼ਿਮੀਂਦਾਰਾਂ ਦੀ ਨਹੀਂ ਸੁਣੀ, ਸਾਡੇ ਇੰਨੇ ਜ਼ਿਮੀਂਦਾਰ ਮਰ ਰਹੇ ਆ, ਜਿਹੜਾ ਬੁਰਾ ਹਾਲ ਹੈ। ਸਾਡਾ ਬੱਚੇ ਤੁਸੀਂ ਕਿੱਦਾਂ ਦੇਖਦੇ ਹੋ ਵੀ ਇਹ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਨੂੰ? ਲੱਗਦਾ ਕਿ ਹੱਲ ਹੋ ਜਾਣਾ ਚਾਹੀਦਾ ਹੈ?
ਹਾਂਜੀ ਹੱਲ ਹੋ ਜਾਣਾ ਚਾਹੀਦਾ, ਹੁੰਦਾ ਨਹੀਂ ਜੀ ਹੱਲ। ਵੈਸੇ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਮਹਿੰਗਾਈ ਵਧੀ ਹੈ, ਜਿਸ ਤਰੀਕੇ ਨਾਲ ਹਰੇਕ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਕਿੰਨਾ ਕੁ ਔਖਾ ਹੋ ਗਿਆ ਘਰ ਚਲਾਉਣਾ? ਹਾਂਜੀ ਔਖਾ ਹੀ ਬਹੁਤ ਆ ਘਰ ਚਲਾਉਣਾ ਤਾਂ। ਜਿਨ੍ਹਾਂ ਦੇ ਕੋਈ ਆਮਦਨ ਨਹੀਂ ਜੀ ਉਹਨਾਂ ਨੂੰ ਬਹੁਤ ਔਖਾ ਜੀ, ਮਹਿੰਗਾਈ ਵਧੀ ਜਾਂਦੀ ਆ, ਨੌਕਰੀ ਕੋਈ ਮਿਲਦੀ ਨਹੀਂ, ਬੱਚੇ ਬੇਰੁਜ਼ਗਾਰ ਫਿਰਦੇ ਆ ਜੀ। ਹਾਂਜੀ ਇਹ ਕਹਿੰਦੇ ਸੀ ਅਸੀਂ ਨੌਕਰੀ ਦਵਾਂਗੇ, ਕੋਈ ਨੌਕਰੀ ਨਹੀਂ ਦਿੰਦਾ ਕਿਸੇ ਨੂੰ। ਘਰ ਘਰ ਰੋਜ਼ਗਾਰ ਦਾ ਵਾਅਦਾ ਹੋਇਆ ਸੀਗਾ, ਲੱਖਾਂ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਹੋਇਆ ਸੀ, ਪਰ ਵਾਅਦੇ ਵਫਾ ਨਹੀਂ ਹੋਏ। ਨਹੀਂ ਜੀ ਵਾਅਦਾ ਪੂਰਾ ਨਹੀਂ ਕਰਿਆ ਜੀ ਆਪਣਾ। ਸਰਕਾਰ ਨੂੰ ਜੀ ਵਾਅਦਾ ਪੂਰਾ ਕਰਨਾ ਚਾਹੀਦਾ, ਹਰੇਕ ਘਰ 'ਚ ਇੱਕ ਨੌਕਰੀ ਜ਼ਰੂਰ ਹੋਣੀ ਚਾਹੀਦੀ। ਵੈਸੇ ਘਰ ਚਲਾਉਣਾ ਕਿੰਨਾ ਮੁਸ਼ਕਿਲ ਹੋ ਗਿਆ ਪਿਛਲੇ ਕੁਝ ਸਮੇਂ ਦੀ ਅਸੀਂ ਗੱਲ ਕਰੀਏ, ਕੁਝ ਸਾਲਾਂ ਦੀ ਗੱਲ ਕਰੀਏ? ਸਰ ਬਹੁਤ ਮੁਸ਼ਕਿਲ ਹੈ ਘਰ ਚਲਾਉਣਾ, ਜੋ ਮਹਿੰਗਾਈ ਹੈ ਉਹਦੇ ਵਿੱਚ ਕੋਈ ਗਰੀਬ ਬੰਦੇ ਨੂੰ ਰੋਟੀ 2 ਟਾਈਮ ਦੀ ਔਖੀ ਹੈ ਜੀ। ਤੇ ਆ ਕਰੋਨਾ ਦਾ ਸਮਾਂ ਕਿੱਦਾਂ ਕੱਢਿਆ ਪਰਿਵਾਰਾਂ ਨੇ ਇੱਥੇ, ਜਿਹੜੇ ਪਿੰਡ ਤੁਹਾਡੇ ਖਾਸ ਕਰਕੇ ਇਸ ਪਿੰਡ ਦੀ ਗੱਲ ਕਰੀ ਜਾਂ ਤੁਹਾਡੀ ਗੱਲ ਕਰ ਲਈਏ, ਇਹ ਕਰੋਨਾ ਦਾ ਸਮਾਂ ਤਾਂ ਬਹੁਤ ਮੁਸ਼ਕਿਲ ਲੱਗਿਆ ਹੋਊ। ਸਰ ਬਹੁਤ ਮੁਸ਼ਕਿਲ ਕੱਢਿਆ, ਪਰ ਫਿਰ ਵੀ ਸਾਡੇ ਸਰਪੰਚ ਸਾਹਿਬ ਨੇ ਬਹੁਤ ਸਾਥ ਦਿੱਤਾ ਜੀ ਸਾਡਾ। ਅਸੀਂ ਨੂੰ ਭੁੱਖੇ ਮਰਨ ਵਾਲਾ ਕੋਈ ਕੰਮ ਨਹੀਂ ਤਾਂ ਜੀ ਹੈਗਾ। ਹਾਂਜੀ ਘਰ ਘਰ ਅਨਾਜ ਪਹੁੰਚਾਉਂਦੇ ਰਹੇ? ਪਹੁੰਚਾਉਂਦੇ ਰਹੇ ਜੀ। ਹਾਂਜੀ ਸਾਡੇ ਸਰਪੰਚ ਸਾਹਿਬ ਵਧੀਆ ਹੈ ਜੀ। ਤੁਸੀਂ ਕਿੱਦਾਂ ਕੱਢਿਆ ਸਮਾਂ ਇਹ ਸਾਰਾ ਜਿਹੜਾ ਕਰੋਨਾ ਦਾ ਨਿਕਲਿਆ, ਕਿਉਂਕਿ ਬਹੁਤ ਔਖਾ ਸੀਗਾ ਲੋਕਾਂ ਦੇ ਲਈ? ਬਹੁਤ ਮੁਸ਼ਕਲ ਕੱਢਿਆ ਜੀ। ਹਾਂਜੀ ਬਹੁਤ ਮੁਸ਼ਕਲ ਹੋ ਗਈ। ਹਾਂਜੀ ਸਰਕਾਰ ਸਾਡੀ ਸੁਣਦੀ ਨਹੀਂ ਜੀ ਕੋਈ ਵੀ। ਸਾਡੇ ਘਰ ਦੇ ਸਾਰੇ ਦਿੱਲੀ ਬੈਠੇ ਆ ਜੀ, ਅਸੀਂ ਇੱਥੇ ਘਰਾਂ ਰੋਲਦੇ ਆ, ਸਾਰੇ ਖੇਤਾਂ 'ਚ ਕੰਮ ਕਰਦੇ ਆ ਨਾਲ ਘਰਦਿਆਂ ਦੀ ਜਗ੍ਹਾ। ਹਾਂਜੀ ਸਰਕਾਰ ਜਿਹੜੀ ਮਹਿੰਗਾਈ ਇੰਨੀ ਵੱਧ ਗਈ ਹੈ, ਇਹਦੇ ਬਾਰੇ ਕਿੱਦਾਂ ਦੇਖਦੇ ਹੋ ਤੁਸੀਂ? ਹਾਂਜੀ ਮਹਿੰਗਾਈ ਤਾਂ ਹੀ ਬਹੁਤ ਹੋ ਗਈ, ਹੁਣ ਬਹੁਤ ਮਹਿੰਗਾਈ ਹੋਈ ਵੀ ਹੈ ਜੀ, ਬਹੁਤ ਮੁਸ਼ਕਲ ਹੋਇਆ ਵਾ ਘਰ ਦਾ ਗੁਜ਼ਾਰਾ ਕਰਨਾ। ਹਾਂਜੀ ਹੁਣ ਦੇਖ ਲਓ 150 ਰੁਪਏ ਕਿਲੋ ਤੇਲ ਹੈ, 150 ਰੁਪਏ ਕਿਲੋ ਘਿਓ ਹੈ। ਦੇਖੋ ਕਿਹੜਾ ਅਗਲਾ ਜਿਹਨੇ 300 ਰੁਪਏ ਦਿਹਾੜੀ ਕਰਨੀ ਆ ਉਹ ਕਿੱਥੇ ਕਰ ਲੂਗਾ ਘਰ ਦਾ ਗੁਜ਼ਾਰਾ? ਦੇਖੋ ਕਿੱਦਾਂ ਹੈ ਤੁਹਾਡੇ ਸਾਹਮਣੇ। ਇਧਰੋਂ ਸਰਪੰਚ ਸਾਹਿਬ ਦੀ ਤਾਰੀਫ ਹੋਈ ਹੈ। ਸਰਪੰਚ ਸਾਹਿਬ ਕਹਿੰਦੇ ਕਿ ਤੁਸੀਂ ਕਰੋਨਾ ਦੇ ਸਮੇਂ ਦੇ ਵਿੱਚ ਪਰਿਵਾਰਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ, ਬੜੀ ਜ਼ਿੰਮੇਵਾਰੀ ਵਾਲਾ ਕੰਮ ਕੀਤਾ ਕਿ ਅਨਾਜ ਘਰ ਘਰ ਪਹੁੰਚਦਾ ਰਿਹਾ। ਇਹ ਬੜੀ ਅਹਿਮ ਜ਼ਿੰਮੇਵਾਰੀ ਸੀਗੀ ਕਿ ਆਪਣੇ ਪਿੰਡ ਦੀ ਸਾਰ ਲਈ ਜਾਵੇ ਜਦੋਂ ਔਖੀ ਘੜੀ ਪਈ ਹੈ। ਮੈਨੂੰ ਲੱਗਦਾ ਕਿ ਖਰੇ ਉਤਰੇ ਹੋ ਤੁਸੀਂ। ਨਹੀਂ ਪਤਾ ਕੀ ਗੱਲ ਹੈ ਜੀ, ਮੈਂ ਇਕੱਲਾ ਨਹੀਂ, ਮੇਰੀ ਸਾਰੀ ਪੰਚਾਇਤ ਤੇ ਨਗਰ ਨਿਵਾਸੀ ਸਾਰੇ, ਕਿਸੇ ਨੇ ਮੈਨੂੰ 2000 ਦਿੱਤਾ, ਕਿਸੇ ਨੇ 10 ਦਿੱਤਾ, ਕਿਸੇ ਨੇ 5 ਦਿੱਤਾ, ਕਿਸੇ ਨੇ ਕਣਕ ਦਿੱਤੀ, ਕਿਸੇ ਨੇ ਦਾਲ ਦਿੱਤੀ। ਉਹ ਸਾਰਾ ਸਿਸਟਮ ਅਸੀਂ ਇਕੱਠਾ ਕਰਕੇ ਸਾਰੇ ਪਿੰਡ ਨੂੰ ਸਾਂਝਾ ਲੈ ਕੇ, ਜਿੱਥੇ ਵੀ ਪਰਿਵਾਰ ਨੂੰ ਕਿਸੇ ਨੂੰ ਲੋੜ ਸੀਗੀ, ਕੋਈ ਦਵਾਈ ਦੀ ਸੀਗੀ, ਸਾਡੇ ਇੱਥੇ ਮੈਡੀਕਲ ਸਟੋਰ ਆ, ਅਸੀਂ ਉਹਦੇ ਵਿੱਚ ਉਹਨਾਂ ਦਾ ਹਿਸਾਬ 10 ਦਿਨਾਂ ਬਾਅਦ ਕਰ ਦਿੰਦੇ ਸੀਗੇ ਵੀ ਜੇ ਅਗਰ ਤੁਹਾਨੂੰ ਕੋਈ ਇੱਕ ਦਿਨ ਪਹਿਲਾਂ ਦਵਾਈ ਲਿਖਾਇਓ, ਦੂਜੇ ਦਿਨ ਦਵਾਈ ਲਿਆਓ। ਇਹ ਸਾਰਾ ਸਿਸਟਮ ਸਾਡੇ ਪਿੰਡ ਦੇ ਇੱਕੇ ਨਾਲੇ ਹੋਇਆ, ਇਕੱਲੀ ਪੰਚਾਇਤ ਜਾਂ ਇਕੱਲੇ ਸਰਪੰਚ ਨਾਲ ਨਹੀਂ ਹੁੰਦਾ। ਸਾਰੇ ਪਿੰਡ ਇੱਥੇ ਬਜ਼ੁਰਗ ਬੈਠੇ ਆ, ਸਭ ਦੀ ਸਹਿਮਤੀ ਨਾਲ, ਸਭ ਦੇ ਸਹਿਯੋਗ ਨਾਲ ਹੋਇਆ। ਤਾਂ ਹੀ ਆਪਾਂ ਕਹਿ ਸਕਦੇ ਕਿ ਟੀਮ ਵਰਕ ਹੁੰਦਾ। ਆਪਾਂ ਪਿੰਡ ਦੇ ਕੁਝ ਹੋਰ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ। ਕਿਵੇਂ ਦੇਖਦੇ ਹੋ? ਲੱਗਦਾ ਕਿ ਸਰਕਾਰਾਂ ਅਸਲੀ ਮਸਲਿਆਂ ਵੱਲ ਧਿਆਨ ਦੇ ਰਹੀਆਂ ਨੇ ਜਾਂ ਆਪਸੀ ਕਾਟੋ ਕਲੇਸ਼ 'ਚ ਪਈਆਂ ਹੋਈਆਂ ਨੇ? ਕੁਰਸੀ ਕਿੱਦਾਂ ਹਾਸਲ ਕਰਨੀ ਹੈ, ਬਸ ਇਹੀ ਉਹਨਾਂ ਦੀ ਮੁੱਖ ਮਨਸ਼ਾ ਹੈਗੀ ਇਸ ਵੇਲੇ? ਇਹਨਾਂ ਦਾ ਜਿਹੜਾ ਮੁੱਖ ਮਸਲਾ ਜੀ, ਇਹ ਤਾਂ ਇੱਕ ਆਪਣੀ ਕੁਰਸੀ ਦਾ ਜੀ, ਬਾਕੀ ਪਬਲਿਕ ਬਾਰੇ ਕੋਈ ਨਹੀਂ ਸੋਚਦੇ। ਇਹ ਤਾਂ ਸਾਨੂੰ ਤਾਂ ਬਸ ਇਹ ਸਬਜ਼ਵਾਦ ਦਿਖਾ ਕੇ ਨਾ ਸਾਡਾ ਫੁੱਦੂ ਬਣਾ ਰਹੇ ਜੀ। ਅਸੀਂ ਤਾਂ ਸਾਡੀ ਜ਼ਿੰਦਗੀ ਅਸੀਂ ਤਾਂ ਇਹੀ ਦੇਖਿਆ ਜੀ ਹੁਣ ਤੱਕ ਜੋ ਕਰਿਆ ਇਹਨਾਂ ਨੇ, ਬਸ ਝੂਠੇ ਵਾਅਦੇ ਕਰਕੇ ਗੁੱਟ ਕੇ ਚੱਕ ਕੇ ਜੀ ਇਹ ਲੋਕਾਂ ਨੂੰ ਸੱਚ ਦਵਾ ਕੇ ਉਸ ਟਾਈਮ ਬਾਅਦ 'ਚ ਕੋਈ ਨਹੀਂ ਪੁੱਛਦਾ ਜੀ ਆ ਕੇ। ਇਹ ਹਾਲਾਤ ਨੇ ਸਾਰੀਆਂ ਪਾਰਟੀਆਂ ਦਾ ਆਹੀ ਹਾਲ ਹੈ, ਇੱਕ ਤਾਂ ਨਹੀਂ ਜੀ। ਇਸੇ ਕਰਕੇ ਬੋਰਡ ਲਾਉਣਾ ਪੈ ਗਿਆ ਤੁਹਾਨੂੰ? ਇਸੇ ਕਰਕੇ ਸਾਨੂੰ ਮਜਬੂਰ ਹੋ ਕੇ ਇਹ ਹਾਲਾਤ ਪੈਦਾ ਕਰਨੇ, ਇਹਨਾਂ ਨੇ ਪੈਦਾ ਕਰਨੇ, ਤਾਂ ਸਾਨੂੰ ਇਹ ਦੇਖਣੇ ਪੈਂਦੇ ਸਾਰੇ ਹਾਲਾਤ ਜੋ ਹੈ। ਜੇ ਕੋਈ ਸਿਆਸਤਦਾਨ ਪਿੰਡ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਫਿਰ ਇੱਥੇ ਸਾਰੇ ਪਿੰਡ ਵੱਲੋਂ ਨਗਰ ਵੱਲੋਂ ਫੈਸਲਾ ਲਿਆ ਗਿਆ ਜੀ ਵੀ ਕੋਈ ਨਹੀਂ ਪੜੂਗਾ ਸਾਡੇ ਪਿੰਡ 'ਚ, ਅਸੀਂ ਵਿਰੋਧ ਕਰਾਂਗੇ। ਇਹ ਵੈਸੇ ਤੁਹਾਨੂੰ ਕੀ ਲੱਗਦਾ ਕਿਹੜੇ ਮਸਲਿਆਂ ਦੀ ਗੱਲ ਕਰਨੀ ਚਾਹੀਦੀ? ਕੋਈ ਵੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਕਿਹੜੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ? ਪਹਿਲ ਦੇ ਹਿਸਾਬ ਤਾਂ ਇੱਕ ਤਾਂ ਸਾਡਾ ਸਿਹਤ ਦਾ ਹੋ ਗਿਆ ਜੀ, ਐਜੂਕੇਸ਼ਨ ਦਾ ਹੋ ਗਿਆ, ਦੂਜਾ ਸਾਡਾ ਜਿਹੜਾ ਮੇਨ ਮਸਲਾ ਹੁਣ ਇਸ ਟਾਈਮ ਕਿਸਾਨਾਂ ਦਾ ਜੀ। ਉਹ ਕਿੰਨੇ ਕਿਸਾਨ ਸਾਡੇ ਵਿਚਾਰੇ ਚਲੇ ਗਏ ਉੱਥੋਂ, ਕੋਈ ਹੈ ਕਿਸੇ ਸਰਕਾਰ ਤੇ ਜੂੰ ਸਰ ਕੇ ਇਹਨਾਂ ਦੇ ਕੰਨ ਤੇ ਜੀ। ਹਾਂਜੀ ਸੂਬਾ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀ ਤੁਹਾਡੇ ਹਿਸਾਬ ਨਾਲ? ਇਹਨਾਂ ਨੂੰ ਪੂਰਾ ਸਾਡਾ ਗੌਰ ਕਰਨੀ ਚਾਹੀਦੀ ਕਿਸਾਨਾਂ ਦੀ। ਹੋਰ ਸਾਡੇ ਨੂੰ ਕਿਹਾ, ਸਾਨੂੰ ਤਾਂ ਹੋਰ ਕਿਸੇ ਦੀ ਲੋੜ ਹੀ ਨਹੀਂ ਹੈ ਜਾਂ ਸਾਨੂੰ ਕੋਈ ਗੌਰ ਹੀ ਨਹੀਂ ਕਰਦਾ ਸਾਡੇ ਬਾਰੇ ਜੀ, ਤੁਹਾਨੂੰ ਪਤਾ ਹੀ ਹੈ। ਹਾਂਜੀ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਵਾਅਦੇ ਬਹੁਤ ਕਰਦੀ ਪਰ ਵਫਾ ਨਹੀਂ ਹੁੰਦੇ? ਤੁਹਾਨੂੰ ਲੱਗਦਾ ਕਿ ਜਿਹੜੇ ਵਾਅਦੇ ਕਰਦੇ ਨੇ ਉਹਨਾਂ ਦੇ ਸੰਬੰਧੀ ਇਹਨਾਂ ਤੋਂ ਕਾਨੂੰਨੀ ਦਸਤਾਵੇਜ਼ ਸਾਈਨ ਕਰਾ ਲੈਣੇ ਚਾਹੀਦੇ ਕਿ ਜੇ ਵਾਅਦਾ ਪੂਰਾ ਨਾ ਕੀਤਾ ਤਾਂ ਤੁਹਾਡੀ ਸਰਕਾਰ ਰੱਦ ਕੀਤੀ ਜਾਊਗੀ? ਹਾਂਜੀ ਹਾਂ, ਇਹਨਾਂ ਤੇ ਐਫੀਡੈਵਿਟ ਲੈਣੇ ਚਾਹੀਦੇ ਆ ਜੀ। ਇਹਨਾਂ ਦੇ ਬਾਅਦ ਵਿੱਚ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਵੀ ਮਤਲਬ ਇਹ ਵਾਅਦੇ ਪੂਰੇ ਨਹੀਂ ਕਰੇ ਨੇ, ਇਹ ਜੁਬਲੇ ਹੀ ਛੱਡਦੇ ਆ ਜੀ। ਵੈਸੇ ਤੁਹਾਨੂੰ ਕਿਹੜੇ ਵਾਅਦੇ ਯਾਦ ਨੇ ਕਿ ਬਹੁਤ ਸਾਰੇ ਵਾਅਦੇ ਕਰਕੇ ਗਏ? ਕਿਹੜੇ ਵਾਅਦੇ ਯਾਦ ਤੁਹਾਨੂੰ? ਇੱਕ ਤਾਂ ਜੀ ਆਹ ਆਪਣਾ ਨਸ਼ੇ ਦਾ ਜੀ, ਲੱਕ ਤੋੜ ਦੂੰਗੇ ਜੀ। ਕਈ ਵਾਅਦੇ ਹੋਰ ਵੀ ਹੈ ਜੀ, ਇੱਕ ਨੇ ਆਪਣੀ ਖੇਤੀਬਾੜੀ ਵਾਲਾ ਵੀ ਅਸੀਂ ਮਾਫ ਕਰ ਦੂੰਗੇ, ਸਾਰਾ ਕਰਜ਼ਾ ਮਾਫ ਕਰ, ਹਾਂ ਕਰਜ਼ਾ ਮਾਫ ਕਰ ਦੂੰਗੇ, ਕਿਸੇ ਦਾ ਕਰਕੇ ਬੰਦ ਹੋ ਗਏ ਬਸ। ਵੈਸੇ ਹੋਇਆ ਬਾਬਾ ਜੀ ਕਿੰਨੇ ਕੁ ਬੰਦੇ ਦਾ ਹੋਇਆ ਕਰਜ਼ਾ ਮਾਫ? ਪਤਾ ਨਹੀਂ ਜੀ ਕਿੰਨੇ ਦਾ ਹੋਇਆ, ਆਪਣਾ ਤਾਂ ਘੱਟ ਹੋਇਆ, ਬਹੁਤ ਘੱਟ ਹੋਇਆ ਜੀ। ਗੱਲਾਂ ਬਾਤਾਂ ਬਹੁਤ ਹੈ। ਉਹ ਤਾਂ ਕਹਿੰਦੇ ਸੀਗੇ ਵੀ ਅਸੀਂ ਸਾਰੀਆਂ ਬੈਂਕਾਂ ਦਾ, ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਹੋਵੇ ਸਹਿਕਾਰੀ ਹੋਵੇ, ਸਾਰਿਆਂ ਦਾ। ਨਹੀਂ ਕੋਈ ਸਭ ਵਾਅਦੇ ਹੀ ਆ ਜੀ, ਫੋਕੇ ਹੀ ਇਹ
ਕੁਛ ਨਹੀਂ ਕਰ ਰਹੇ ਨੇ। ਕੁਰਸੀ ਹਾਸਲ ਕਰਨਾ। ਹਾਂਜੀ ਹਾਂਜੀ, ਮੇਨ ਮਕਸਦ ਕੁਰਸੀ ਤੱਕ ਹੈ ਇਹਨਾਂ ਦਾ ਬਸ। ਪਰ ਹੁਣ ਜੇ ਅਗਲੀ ਵਾਰ, ਕਿਉਂਕਿ ਹੁਣ 2022 ਅੱਗੇ ਫੇਰ ਆ ਜਾਣੀ ਹੈ, ਤੁਹਾਡੇ ਹਿਸਾਬ ਨਾਲ ਲੱਗਦਾ ਕਿ ਉਸ ਵੇਲੇ ਜਵਾਬਦੇਹੀ ਤੈਅ ਕਰ ਲੈਣੀ ਚਾਹੀਦੀ ਪਹਿਲਾਂ ਹੀ, ਕਿ ਵਾਅਦੇ ਸਾਨਾ ਉਹੀ ਕਰੋ ਵੀ ਜਿਹੜੇ ਤੁਸੀਂ ਪੂਰੇ ਕਰ ਸਕਦੇ? ਹਾਂਜੀ ਹਾਂ, ਇਹ ਤਾਂ ਪਹਿਲਾਂ ਜਦ ਆਉਣਾ ਅਸੀਂ ਆਹੀ ਗੱਲ ਪੁੱਛਣੀ ਆ ਉਹਨਾਂ ਤੇ ਬਸ। ਕੋਈ ਵੀ ਪਿੰਡ ਦੇ ਵਿੱਚ ਆਇਆ ਤੇ ਉਹਨੂੰ ਇਹੀ ਕਹਿਣਾ ਵੀ ਪਹਿਲਾਂ ਲਿਖ ਕੇ ਦੇ ਸਾਨੂੰ, ਕਿ ਐਫੀਡੇਵਿਟ ਦਿਓ ਸਾਨੂੰ। ਹਾਂ, ਇਹ ਤੁਸੀਂ ਬਾਈ ਜੀ ਕਿੰਨਾ ਕੁ ਇਸ ਗੱਲ ਨਾਲ ਇਤਫਾਕ ਰੱਖਦੇ ਹੋ ਕਿ ਜਿਹੜੇ ਵਾਅਦੇ ਕਰਦੇ ਨੇ ਉਹ ਕਾਨੂੰਨੀ ਦਸਤਾਵੇਜ਼ ਹੋ ਜਾਣੇ ਚਾਹੀਦੇ? ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ। ਦੇਖੋ ਇਹਨਾਂ ਨੇ ਕਿਹਾ ਤਾਂ ਘਰ ਘਰ ਅਸੀਂ ਰੁਜ਼ਗਾਰ ਦੇਵਾਂਗੇ। ਹੁਣ ਸਾਡੇ ਇੱਥੇ ਪਿੰਡ ਦੇ ਸਾਰੇ ਮੋਹਤਬਰ ਸਾਡੇ ਨੌਜਵਾਨ ਬੈਠੇ ਆ, ਕਿਸੇ ਇੱਕ ਨੂੰ ਪੁੱਛ ਕੇ ਦਿਖਾ ਦਿਓ ਵੀ ਕਿਸੇ ਨੂੰ ਨੌਕਰੀ ਮਿਲੀ ਹੋਵੇ। ਠੀਕ ਹੈ ਜੀ, ਇਹ ਵਾਅਦੇ ਕਰਦੇ ਆ, ਇਹ ਵਾਅਦੇ ਤਾਂ ਪੂਰੇ ਨਹੀਂ ਉਤਰਦੇ ਹੈਗੇ ਜੀ। ਨੌਕਰੀ ਮਿਲੀ ਕਿਹਨੂੰ ਤੁਹਾਡੇ ਹਿਸਾਬ ਨਾਲ? ਮੈਂ ਕਹਿੰਦੇ ਸਾਡੇ ਆ ਸਾਰੇ ਬੈਠੇ, ਇਹਨਾਂ ਨੂੰ ਪੁੱਛ ਕੇ ਦੱਸੋ ਕਿਸੇ ਨੌਕਰੀ ਮਿਲੀ ਹੋਵੇ ਇੱਥੇ। ਕੈਪਟਨ ਸਰਕਾਰ ਤਾਂ ਕਹਿੰਦੀ ਕਿ ਅਸੀਂ 90% ਵਾਅਦੇ, 90% ਤੋਂ ਜ਼ਿਆਦਾ ਵਾਅਦੇ ਪੂਰੇ ਕਰਤੇ, ਫਿਰ ਉਹ ਕਿੱਥੇ ਪੂਰੇ ਹੋਏ? ਮੇਰੇ ਸਾਡੇ ਪਿੰਡ ਦੀ 1300-1400 ਵੋਟ ਹੈ ਜੀ। ਠੀਕ ਜੀ, ਇੱਕ ਬੰਦੇ ਨੌਜਵਾਨ ਨੂੰ ਘਰ ਭਰਤੀ ਨੌਕਰੀ ਕਹਿੰਦੇ ਦੇਵਾਂਗੇ, ਸਾਡੇ ਮੇਰੇ ਹਿਸਾਬ ਨਾਲ ਤਾਂ ਮਿਲੀ ਨਹੀਂ ਕਿਸੇ ਨੂੰ। ਮੇਰਾ ਬੇਟਾ ਬੇਰੁਜ਼ਗਾਰ ਹੈ। ਠੀਕ ਹੈ ਜੀ, ਉਹਨੇ ਆਪਣਾ ਕੰਪਿਊਟਰ ਦਾ ਹਾਰਡਵੇਅਰ ਡਿਪਲੋਮਾ ਕਰਿਆ ਹੋਇਆ, ਪੈਸਾ ਲਾ ਕੇ ਅਸੀਂ ਡਿਪਲੋਮਾ ਕਰਾਉਂਦੇ, ਨੌਕਰੀ ਕਿੱਥੇ ਤੇ ਮਿਲਣੀ, ਦੇ ਨਹੀਂ ਰਹੇ। ਮੈਨੂੰ ਤਾਂ ਇਦਾਂ ਲੱਗਦਾ ਕਿ ਇਦਾਂ ਦੇ ਹਾਲਾਤ ਬਣਾਤੇ ਇਹਨਾਂ ਨੇ, ਜਿਨ੍ਹਾਂ ਦਾ ਵਸ ਚੱਲਦਾ ਉਹ ਆਪਣੇ ਨਿਆਣੇ ਵਿਦੇਸ਼ ਭੇਜ ਰਹੇ ਨੇ, ਜਿਨ੍ਹਾਂ ਦਾ ਨਹੀਂ ਚੱਲ ਰਿਹਾ ਉਹ ਇੱਥੇ ਰਹਿ ਰਹੇ ਨੇ ਤੇ ਰੁਲ ਰਹੇ ਨੇ। ਕੋਈ ਆਪਣੀ ਜ਼ਮੀਨ ਦਾ ਕੀਲਾ ਰੱਖ ਕੇ ਬੱਚੇ ਨੂੰ ਬਾਹਰ ਭੇਜਦਾ। ਠੀਕ ਹੈ, 20-20 ਲੱਖ ਲਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਆ। ਜੇ ਸਾਡੇ ਕੋਲ ਇੱਥੇ ਰੁਜ਼ਗਾਰ ਹੋਵੇ, ਸਾਨੂੰ ਬਾਹਰ ਜਾਣ ਦੀ ਕੀ ਲੋੜ, ਅਸੀਂ ਕਿਉਂ ਬੱਚੇ ਭੇਜੀਏ ਆਪਣੇ ਬਾਹਰ? ਠੀਕ ਹੈ, ਸਰਕਾਰਾਂ ਚਾਹੁੰਦੀਆਂ ਨਹੀਂ ਕਿ ਇੱਥੇ ਰਹਿਣ, ਇੱਥੇ ਰਹੂਗੇ ਤੇ ਰੁਜ਼ਗਾਰ ਮੰਗਣਗੇ। ਇਹਨਾਂ ਨੇ ਐਜੂਕੇਸ਼ਨ ਦਾ ਜਮੀ ਠੱਲ ਪਾਤਾ, ਇਹਨਾਂ ਵੀ ਨੀਚੇ ਕਰਤੀ ਵੀ ਕਿਉਂ ਇੱਥੇ ਕਰ ਸੰਤ ਹੋ ਕੇ ਮੰਗੇ ਨਾ ਕਰੇ ਵੀ ਸਾਨੂੰ ਨੌਕਰੀ ਦਿਓ। +2 ਦੇ ਬਾਅਦ ਜੱਟਾਂ ਦੇ ਮੁੰਡੇ ਨੂੰ ਕਿਸੇ ਹੈ ਨਹੀਂ ਗਾ ਨੌਕਰੀ, ਦੱਸੋ ਕਿਸੇ ਨੂੰ ਮਿਲਦੀ ਹੈ ਕਿਤੇ ਨਾ। ਤੇ ਇਹ ਹਾਲਾਤ ਨੇ ਇਸ ਵੇਲੇ। ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਅਦੇ ਬਹੁਤ ਹੋ ਜਾਂਦੇ ਨੇ ਪਰ ਵਾਅਦੇ ਵਫਾ ਨਹੀਂ ਹੁੰਦੇ? ਕੋਈ ਅੱਜ ਤਾਈਂ ਤਾਂ ਇਹਨਾਂ ਨੇ ਕਰਕੇ ਗਏ, ਜਿਹੜਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਜੀ। ਬਾਕੀ ਸਾਡਾ ਜਿਹੜਾ ਕਿਸਾਨ ਯੂਨੀਅਨ ਦਾ ਜ਼ਿਆਦਾ ਮੁੱਦਾ ਸਾਡਾ ਆਹੀ ਹੈ ਜੀ ਵੀ ਖੇਤੀ ਕਾਨੂੰਨ ਰੱਦ ਹੋਣ। ਇਹਦੇ ਨਾਲ ਇਹ ਚੱਲਣਾ ਜੀ ਕੰਮ, ਭਾਵੇਂ ਕੋਈ ਮੰਤਰੀ ਆਵੇ, ਜੋ ਮਰਜ਼ੀ ਆਵੇ ਜੀ। ਸਾਡਾ ਕਿ ਕੇਂਦਰ ਦੀ ਸਰਕਾਰ ਹੱਲੇ ਵੀ ਅੜੀ ਪਈ ਆ, ਕਹਿੰਦੀ ਕਿ ਅਸੀਂ ਤਾਂ ਬਣਾਏ ਕਾਨੂੰਨ ਕਿਸਾਨਾਂ ਦੇ ਲਈ ਨੇ, ਕਿਸਾਨਾਂ ਨੂੰ ਸਮਝ ਨਹੀਂ ਆ ਰਹੇ। ਇਹ ਵੀ ਫਾਇਦੇਦਾਰ, ਸਾਨੂੰ ਫਾਇਦੇਦਾਰ ਹੈ ਨਹੀਂ ਜੀ, ਸਾਨੂੰ ਚਾਹੀਦੇ ਨਹੀਂ ਹੈਗੇ। ਜੇ ਉਹਨਾਂ ਨੂੰ ਉਹ ਆਪਣੇ ਕੋਲ ਰੱਖ ਲਵੇ ਜੀ, ਉਹ ਸਾਨੂੰ ਵਾਅਦੇ ਨਹੀਂ ਪੂਰੇ ਹੈਗੇ ਚਾਹੀਦੇ ਜੀ, ਸਾਨੂੰ ਤਾਂ ਰੱਦ ਚਾਹੀਦੇ ਜੀ, ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਕਾਨੂੰਨ ਬਣਾਏ ਨੇ, ਤੁਹਾਨੂੰ ਲੱਗਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਿਤੇ? ਇਹ ਜੀ ਕੋਈ ਹੱਕ 'ਚ ਨਹੀਂ ਹੈਗੇ ਕਿਸਾਨਾਂ ਦੇ। ਇੱਕ ਇਹ ਮਾਰੂ ਨੀਤੀਆਂ ਸਾਰੀਆਂ ਕਿਸਾਨਾਂ ਦੀਆਂ, ਇਹ ਸਰਕਾਰ ਮਾਰਨੇ 'ਤੇ ਖੜੀ ਹੈ ਜੀ। ਬਾਕੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਜੀ। ਤੁਹਾਨੂੰ ਕੀ ਲੱਗਦਾ ਇਹ ਕਾਨੂੰਨਾਂ ਦੇ ਤਹਿਤ ਕਰਨਾ ਕੀ ਚਾਹੁੰਦੀ ਹੈ ਸਰਕਾਰ, ਜਿਹੜੀ ਸੈਂਟਰ ਦੀ ਸਰਕਾਰ ਆ, ਕਰਨਾ ਕੀ ਚਾਹੁੰਦੀ ਹੈ? ਇਹ ਕਾਨੂੰਨਾਂ ਦੇ ਤਹਿਤ ਇਹ ਸਾਰਾ ਕੁਝ ਹੜਪਣਾ ਚਾਹੁੰਦੀ ਹੈ ਜੀ। ਬੱਚਿਆਂ ਨੂੰ ਕੋਈ ਰੁਜ਼ਗਾਰ ਨਹੀਂ ਹੈਗਾ, ਕੋਈ ਕੁਛ ਨਹੀਂ ਜੀ, ਸਭ ਕੁਝ ਡਾਮਾਡੋਲ ਹੋਇਆ ਜੀ ਪੰਜਾਬ ਦੇ ਵਿੱਚ। ਇਹ ਸਰਕਾਰ ਨੂੰ ਅੱਗੇ ਨੀਤੀਆਂ ਅਪਣਾਉਣੀਆਂ ਚਾਹੀਦੀਆਂ, ਕੁਝ ਬੱਚਿਆਂ ਵਾਸਤੇ ਸੋਚਣਾ ਚਾਹੀਦਾ ਹੈ। ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਕਾਨੂੰਨ ਲਿਆਂਦੇ ਗਏ, ਲੱਗਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਿਸੇ ਨਜ਼ਰ ਆਉਂਦੇ ਨੇ? ਬਾਈ ਜੀ ਜੇ ਕਾਨੂੰਨ ਹੱਕ 'ਚ ਹੋਣ ਤਾਂ ਕਿਸਾਨ ਧਰਨੇ ਕਿਉਂ ਲਾਉਣ? ਜਿਹੜਾ 600 ਕਿਸਾਨ ਦੇ ਉੱਪਰ ਮਰ ਗਿਆ, ਵਿਚਾਰਾ ਸ਼ਹੀਦ ਹੋ ਗਿਆ, ਉਹਨਾਂ ਵਾਸਤੇ ਇੱਕ ਸ਼ਬਦ ਤੱਕ ਨਹੀਂ ਬੋਲਿਆ। ਔਰ ਜਿਹੜੇ ਜ਼ਖਮੀ ਹੋਏ ਆ ਪੁਲਿਸ ਵਾਲੇ, ਉਹਨਾਂ ਦੀ ਖਬਰਾਂ ਲੈ ਕੇ ਜਾਂਦੇ ਆ। ਤੇ ਮੋਦੀ ਨੂੰ ਇਹ ਗਲਤ ਕੰਮ ਕਰਨੇ ਨਹੀਂ ਚਾਹੀਦੇ। ਜਨਤਾ ਨਾਲੇ ਰਾਜ ਹੈ, ਅਸੀਂ ਉਹਨੂੰ ਰਾਜ ਦਿੱਤਾ, ਤਾਂ ਇਹਦਾ ਮਤਲਬ ਇਹ ਥੋੜਾ ਵੀ ਸਾਡੇ ਨਾਲ ਠੱਗੀ ਕਰੇ। ਅੱਜ ਕੱਲ ਇੱਕ ਪੰਜਾਬ ਦੇ ਵਿੱਚ ਅੱਜ ਕੱਲ ਇੱਕ ਹੋਰ ਹਵਾ ਚੱਲੀ ਹੋਈ ਹੈ ਕਿ ਦਲਿਤ ਨਾਮ ਤੇ ਇੱਕ ਜਿਹੜੀ ਸਿਆਸਤ ਹੋ ਰਹੀ ਹੈ ਕਿ ਦਲਿਤ ਮੁੱਖ ਮੰਤਰੀ ਹੋਊਗਾ, ਦਲਿਤ ਡਿਪਟੀ ਮੁੱਖ ਮੰਤਰੀ ਹੋਊਗਾ, ਦਲਿਤ ਵਰਗ ਨੂੰ ਅਸੀਂ ਪਹਿਲ ਦੇਵਾਂਗੇ। ਤਾਂ ਲੱਗਦਾ ਕਿ ਧਰਮਾਂ ਦੇ ਨਾਂ ਤੇ ਜਿਹੜੀ ਇਹ ਸਿਆਸਤ ਹੋ ਰਹੀ ਹੈ, ਇਸ ਦੇ ਸਿੱਟੇ ਭਿਆਨਕ ਹੋ ਸਕਦੇ ਨੇ। ਬਾਈ ਜੀ ਇਹ ਤਾਂ ਫੁੱਟ ਪਾਉਂਦੇ ਆ। ਦਲਿਤ ਪਹਿਲਾਂ ਵੀ ਇੱਥੇ ਤੇ ਹੁਣ ਵੀ ਇੱਥੇ, ਇਹਨਾਂ ਨੇ ਕਰਨਾ ਕੁਛ ਨਹੀਂ। ਜਦੋਂ ਦੇ ਹੱਥ 'ਚ ਨਹੀਂ ਕੁਛ ਹੋਣਾ, ਕਿਆ ਕਰ ਲੂੰਗੇ? ਹੁਣ ਤੋਮਰ ਕਹੀ ਜਾਂਦਾ ਗੱਲਬਾਤ ਕਰੋ, ਲੇਕਿਨ ਕਾਨੂੰਨ ਰੱਦ ਨਹੀਂ ਹੋਣੇ, ਫਿਰ ਗੱਲਬਾਤ ਕਾਹਦੀ? ਪੰਜਾਬ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ। ਜੇ ਨੌਕਰੀ ਦੇਣ, ਬੱਚੇ ਕਮਾਉਣ, ਨਸ਼ਾ ਕਰਨਗੇ ਨਹੀਂ। ਔਰ ਇਹ ਪੰਜਾਬ ਦੇ ਵਿੱਚੋਂ ਮਿਲਟਰੀ ਦੇ ਵਿੱਚ ਕਿੰਨੇ ਬੱਚੇ ਜਾਂਦੇ ਸੀਗੇ ਸਾਡੇ, ਹੁਣ ਨਸ਼ਿਆਂ ਨੇ ਮਾਰਤੇ ਔਰ ਇਹਨਾਂ ਦੀ ਛਾਤੀਆਂ ਕੱਢ ਰਹੇ ਨਹੀਂ। ਇਹੀ ਪਿੰਡ ਸਾਡਾ ਜਿੱਥੇ ਜਨਰਲ ਆਤਮਾ ਸਿੰਘ ਹੋਏ ਆ, ਸਾਡੇ ਪਿੰਡ ਦੇ, ਔਰ ਉਹੀ ਪਿੰਡ ਹੈ ਜਿੱਥੇ ਨਸ਼ਿਆਂ ਦੀ ਦਲਦਲ ਦੇ ਵਿੱਚ ਇਹ ਨੌਜਵਾਨ ਫਸੇ ਹੋਏ ਆ। ਇਹਨਾਂ ਨੂੰ ਮਾਰੂ ਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ। ਵਾਅਦੇ ਜਿੰਨੇ ਤੁਸੀਂ ਪੂਰੇ ਕਰ ਸਕਦੇ ਹੋ ਉਨੇ ਕਰੋ, ਨਹੀਂ ਤਾਂ ਮੇਰੇ ਹਿਸਾਬ ਨਾਲ ਤਾਂ ਇਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਲੱਗਦਾ ਕਿ ਪਿੰਡ ਦੇ ਵਿੱਚ ਏਕਾ ਕਰ ਲੈਣਾ ਚਾਹੀਦਾ ਨਸ਼ੇ ਦੇ ਖਿਲਾਫ, ਵੀ ਜੇ ਸਰਕਾਰਾਂ ਨਹੀਂ ਕੁਛ ਕਰ ਰਹੀਆਂ, ਜਿੱਦਾਂ ਤੁਸੀਂ ਇੱਥੇ ਆਪਣੇ ਪੰਚਾਇਤ ਨੇ ਸਹਿਮਤੀ ਕਰਕੇ ਬੋਰਡ ਲਗਾ ਦਿੱਤਾ ਕਿ ਕੋਈ ਸਿਆਸਤਦਾਨ ਅੰਦਰ ਦਾਖਲ ਨਾ ਹੋਵੇ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਜਾਂ ਉਹਨਾਂ ਦਾ ਹੱਲ ਨਹੀਂ ਹੁੰਦਾ। ਇਸੇ ਤਰੀਕੇ ਨਾਲ ਨਸ਼ੇ ਦੇ ਖਿਲਾਫ ਵੀ ਪਿੰਡ ਦੇ ਵਿੱਚ ਜਾ ਕੇ ਮਤੇ ਪੈ ਜਾਣੇ ਚਾਹੀਦੇ ਕਿ ਜਿਹੜਾ ਨਸ਼ਾ ਕਰੂਗਾ ਜਾਂ ਕਰਵਾਉਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੇ ਉਹਦਾ ਪਿੰਡ ਦੇ ਵਿੱਚੋਂ ਬਹਿਸ਼ਕਾਰ ਕਰ ਦਿੱਤਾ ਜਾਊਗਾ।
ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਆਪਣੇ ਸਰਪੰਚ ਸਾਹਿਬ ਨੂੰ। ਸਿਆਸਤ ਤੋਂ ਉੱਪਰ ਉੱਠ ਕੇ ਇਹਨਾਂ ਨੇ ਨਸ਼ੇ ਪ੍ਰਤੀ ਬਹੁਤ ਬੀੜਾ ਚੁੱਕਿਆ ਵੀ ਇੱਥੇ ਨਸ਼ਾ ਨਹੀਂ ਹੋਣ ਦੇਣਾ। ਲੇਕਿਨ ਜਦ ਥਾਣੇ ਵਿਕਦੇ ਆ, ਨਸ਼ਾ ਬੰਦ ਨਹੀਂ ਹੋ ਸਕਦਾ। ਇਹ ਮੈਂ ਦਾਅਵੇ ਨਾਲ ਕਹਿਣਾ, ਤੁਹਾਨੂੰ ਵੀ ਪਤਾ, ਤੁਸੀਂ ਇੰਟਰਵਿਊਜ਼ ਲੈਂਦੇ ਹੋ ਤੇ ਸਾਨੂੰ ਵੀ ਪਤਾ ਇਹਨਾਂ ਚੀਜ਼ਾਂ ਦਾ। ਤੇ ਅਸੀਂ ਤਾਂ ਇਹੀ ਕਹੋਗੇ ਵੀ ਇਹਨਾਂ ਲੀਡਰਾਂ ਨੂੰ ਮੂੰਹ ਨਾ ਲਾਓ ਜਿਹੜੇ ਸਾਡੇ ਵਾਅਦਿਆਂ ਤੇ ਖਰੇ ਨਹੀਂ ਉਤਰਦੇ। ਜਦ ਸਿਸਟਮ ਹੀ ਵੇਖ ਜਾਊਗਾ ਤਾਂ ਸਰਪੰਚ ਕੀ ਕਰੂਗਾ ਉਸ ਹਿਸਾਬ ਦੇ ਨਾਲ? ਦੇਖੋ, ਸਰਪੰਚ ਸਾਹਿਬ ਅਸੀਂ ਚੁਣਿਆ ਵਾ, ਸਾਨੂੰ ਬੜੀ ਖੁਸ਼ੀ ਹੈ ਵੀ ਸਾਡੇ ਹੱਕ ਦੇ ਵਿੱਚ ਗੱਲ ਕਰਦੇ ਆ ਔਰ ਸੱਚੀ ਗੱਲ ਕਰਦੇ ਆ, ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰਦੇ ਆ। ਜਿਹੜੇ ਪਿੰਡ ਦੇ ਵਿੱਚ ਵਿਕਾਸ ਕਰੇ ਆ, ਪਾਰਟੀ ਤੋਂ ਉੱਪਰ ਉੱਠ ਕੇ ਕਰੇ ਆ। ਔਰ ਜਿਹੜੇ ਜੇ ਆਪਾਂ ਪੰਜਾਬੀ 'ਚ ਕਹਿੰਦੇ ਅੜੇ ਹੋਏ ਮੋਰਚੇ ਭੰਨੇ ਆ ਇਹਨਾਂ ਨੇ। ਅਸੀਂ ਤਾਂ ਇਹਨਾਂ ਨਾਲ ਪੂਰਾ ਸਹਿਯੋਗ ਦਵਾਂਗੇ ਰਹਿੰਦੇ ਦਮ ਤੱਕ। ਬਾਈ, ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਖੇਤੀ ਕਾਨੂੰਨ ਨੇ, ਲੱਗਦਾ ਕਿ ਸਰਕਾਰ ਦੀ ਅੜੀ ਦਾ ਨਤੀਜਾ ਨੇ, ਇਸੇ ਕਰਕੇ ਰੱਦ ਨਹੀਂ ਹੋ ਰਹੇ? ਉਹ ਅੜੀ ਵੀ ਹੈਗੀ ਹੈ, ਬਾਕੀ ਉਹਨਾਂ ਦਾ ਹੁਣ ਆਏ ਆ ਵੀ ਜਿਹੜੇ ਉੱਪਰ ਤਕੜੇ ਘਰਾਣੇ ਆ ਉਹਨਾਂ ਨੂੰ ਦੇ ਦਈਏ, ਸਾਡੀ ਉਸ ਜ਼ਮੀਨ ਵਿੱਚ ਅਸੀਂ ਉਹ ਕੰਮ ਕਰੀਏ ਵੀ ਇਹ ਜ਼ਿਮੀਂਦਾਰਾਂ ਦੀ ਜ਼ਮੀਨ ਖੋਹ ਕੇ ਉਹਨਾਂ ਨੂੰ ਦੇ ਦਈਏ, ਤਾਂ ਹੀ ਬੈਠੇ ਹੁਣ 7-8 ਮਹੀਨੇ ਦੇ। ਜੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਨਤੀਜੇ ਕੀ ਹੋਣ ਵਾਲੇ? ਨਤੀਜੇ ਤਾਂ ਜੀ ਹੁਣ ਇਹ ਫਿਰ ਜ਼ਿਮੀਂਦਾਰ ਦਾ ਵੀ ਸਭ ਕਾਸੇ ਦਾ ਬੁਰਾ ਹਾਲ ਹੈ। ਤੇ ਇਹਦਾ ਕੋਈ ਤਾਂ ਲੱਗਦਾ ਕਿ ਹੱਲ ਇਹੀ ਹੈ ਕਿ ਰੱਦ ਹੋਣ, ਫੇਰ ਹੀ ਹੱਲ ਹੈ? ਹੁਣ ਜੀ ਜ਼ਰੂਰੀ ਆ ਰੱਦ ਹੋਣ, ਰੱਦ ਵਾਸਤੇ ਹੀ ਬੈਠੇ ਆ ਦਿੱਲੀ 'ਚ। 7 ਮਹੀਨੇ ਹੋ ਗਏ। 7 ਮਹੀਨੇ। ਬਾਬਾ ਜੀ, ਕੀ ਕਹਿਣਾ ਚਾਹੋਗੇ? ਸਰਕਾਰ ਕਿਸ ਤਰੀਕੇ ਨਾਲ ਇਸ ਵੇਲੇ ਮੂਕ ਦਰਸ਼ਕ ਬਣੀ ਹੋਈ ਹੈ, ਤਾਂ ਲੱਗਦਾ ਕਿ ਖੇਤੀ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕਰ ਦੇਣਾ ਚਾਹੀਦਾ, ਨਵਾਂ ਕੁਝ ਲਿਆਉਣਾ ਚਾਹੀਦਾ ਇਸ ਬਾਬਤ? ਦੇਖੋ ਜੀ, ਬਿਲਕੁਲ ਕਰਨਾ ਚਾਹੀਦਾ। ਜਦੋਂ ਇੱਕ ਘਰ ਦੇ ਵਿੱਚ ਮੂੰਗੀ ਮਸਰੀ ਦੀ ਦਾਲ ਬਣਦੀ ਹੈ, ਇੱਕ ਪਰਿਵਾਰ ਦੇ 10 ਮੈਂਬਰ ਆ, 2 ਕਹਿੰਦੇ ਅਸੀਂ ਖਾਣੀ ਨਹੀਂ, ਖਾਣੀ 8 ਕਹਿੰਦੇ ਅਸੀਂ ਖਾਣੀ ਨਹੀਂ, ਤਾਂ ਘਰ ਦੇ ਜਿਹੜੇ ਆਗੂ ਲੋਕ ਉਹਨਾਂ ਨੂੰ ਗੱਲ ਸਮਝਣੀ ਚਾਹੀਦੀ ਹੈ ਵੀ 8 ਆਦਮੀ ਘਰ ਦੇ ਮੈਂਬਰ ਇਨਕਾਰ ਕਰ ਰਹੇ ਆ ਤਾਂ ਉਹ ਗੱਲ ਮੰਨ ਲੈਣੀ ਚਾਹੀਦੀ ਆ। ਹੁਣ ਜਦੋਂ ਸਾਰੇ ਲੋਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਾਰੇ ਵਰਗਾਂ ਦੇ ਲੋਕ ਇੱਕੋ ਹੀ ਗੱਲ ਕਹਿ ਰਹੇ ਆ ਵੀ ਖੇਤੀ ਕਾਨੂੰਨਾਂ ਨੂੰ ਲਾਗੂ ਕਰੋ, ਵੀ ਕਾਹਦੇ ਵਾਸਤੇ ਲਾਗੂ ਕਰ ਰਹੇ ਆ? ਕਿਆ ਫਾਇਦਾ ਹੈ ਜਦੋਂ ਕੋਈ ਮੰਨੇ ਨਹੀਂ ਰਿਹਾ? ਲੋਕਤੰਤਰ ਤਾਂ ਇਹੀ ਹੁੰਦਾ ਨਾ ਕਿ ਲੋਕਾਂ ਦੀ ਆਵਾਜ਼ ਸੁਣੀ ਜਾਵੇ। ਲੋਕਾਂ ਦੀ ਆਵਾਜ਼ ਨਹੀਂ ਸੁਣੀ। ਲੋਕਤੰਤਰ ਕਿਹਾ ਜਾਂਦਾ ਹੈ। ਇਹ ਇੱਕ ਲੋਕਤੰਤਰ ਵਾਲੀਆਂ ਗੱਲਾਂ ਨਹੀਂ, ਇਹ ਤਾਂ ਘਰ ਦੀ ਕਮਲੋਪੜੀ ਦੀ ਗੱਲ ਹੈ। ਹੁਣ ਅੱਜ ਦੇ ਸਮੇਂ ਦੇ ਵਿੱਚ ਨਾ ਕਿਸਾਨ, ਨਾ ਮਜ਼ਦੂਰ, ਨਾ ਮੁਲਾਜ਼ਮ, ਨਾ ਕੋਈ ਵਰਗ ਸੈਟੀਸਫਾਈ ਨਹੀਂ ਹੈ। ਸਾਰੇ ਧਰਨੇ, ਸਾਰੇ ਸੜਕਾਂ ਤੇ ਧਰਨਿਆਂ ਵੱਲ ਨੂੰ ਚੱਲਿਆ। ਦੇਖ ਲਓ, ਹੁਣ ਅੱਜ ਵੀ ਮੈਂ ਜਾਣਾ ਤਾਂ ਮੁਲਾਜ਼ਮਾਂ ਦਾ ਧਰਨਾ ਰੋਪੜ ਬੈਠੇ ਆ, ਸਾਰੇ ਮਜ਼ਦੂਰ ਉਹ ਇਕੱਠੇ ਹੋਏ ਆ, ਦੂਸਰੇ ਲੋਕ ਉਹ ਇਕੱਠੇ, ਮਤਲਬ ਕੋਈ ਤਾਂ ਵਰਗ ਸੈਟੀਸਫਾਈ ਹੋਵੇ ਸਰਕਾਰ ਤੋਂ। ਕੋਈ ਵੀ ਵਰਗ ਇਸ ਵੇਲੇ ਕਿਤੇ ਨਾ ਕਿਤੇ ਸੈਟੀਸਫਾਈਡ ਨਹੀਂ ਹੈਗਾ। ਤੇ ਜੀ ਬਾਈ ਜੀ, ਤੁਸੀਂ ਕਿਵੇਂ ਦੇਖਦੇ ਹੋ? ਵਾਅਦੇ ਬਹੁਤ ਹੁੰਦੇ ਨੇ, ਵਫਾ ਨਹੀਂ ਹੁੰਦੇ। ਤੁਹਾਨੂੰ ਲੱਗਦਾ ਕਿ ਸਰਕਾਰਾਂ ਦੇ ਜਿਹੜੇ ਵਾਅਦੇ ਨੇ, ਇਹਨਾਂ ਦੇ ਕਾਨੂੰਨੀ ਦਸਤਾਵੇਜ਼ ਹੋਣੇ ਚਾਹੀਦੇ ਕਿ ਇਹਨਾਂ ਦੀ ਜਵਾਬਦੇਹੀ ਤੈਅ ਹੋਵੇ? ਅਸੀਂ ਬਿਲਕੁਲ ਚਾਹੁੰਦੇ ਹਾਂ ਜੀ ਇਹ ਜਿਹੜਾ ਵੀ ਕੋਈ ਇੱਥੇ ਪਿੰਡ 'ਚ ਵੋਟਾਂ ਮੰਗਣ ਆਉਂਦਾ ਹੈ, ਪਿਛਲੇ ਦੇਖ ਕੇ ਸਾਰਾ ਰਿਕਾਰਡ ਦੇਖਦੇ ਆ, ਅੱਗੇ ਵਾਸਤੇ ਇਹ ਹੋਣਾ ਚਾਹੀਦਾ ਵੀ ਜਿਹੜਾ ਵੀ ਕੋਈ MLA ਜਾਂ ਕੋਈ MP ਜਿਹੜਾ ਵੀ ਚੋਣ ਲੜਨ ਵਾਸਤੇ ਆਉਂਦਾ, ਉਹ ਤੋਂ ਐਫੀਡੈਵਿਟ ਲਿਆ ਜਾਵੇ ਆਪਣੇ, ਜਿਹੜੀਆਂ ਉਹ ਡਿਮਾਂਡਾਂ ਕਹਿੰਦਾ ਰੱਖਦਾ ਸੀ ਆਹ ਕਰੂੰਗੇ ਅਸੀਂ ਆਹ ਕਰੂੰਗੇ, ਕਰਦੇ ਕੁਝ ਵੀ ਨਹੀਂ ਹੈਗੇ। ਇੱਕ ਖਾਲੀ ਲੋਲੀਪੌਪ ਦੇ ਕੇ ਚਲੇ ਜਾਂਦੇ ਆ, ਵੋਟਾਂ ਲੈ ਜਾਂਦੇ ਆ, 4 ਸਾਲ 5 ਸਾਲ ਪੁੱਛਦੇ ਨਹੀਂ ਕਦੇ, ਜਾਂ ਵੋਟਾਂ ਦਾ ਟਾਈਮ ਹੁੰਦਾ ਦੁਬਾਰਾ ਫੇਰ ਉਹੀ। ਇਹ ਪਾਣੀ ਦਾ ਮਸਲਾ ਵੀ ਬੜਾ ਵੱਡਾ ਮਸਲਾ ਹੈਗਾ। ਪਾਣੀ ਦੇ ਮਸਲੇ ਨੂੰ ਬਿਲਕੁਲ ਦਰਕਨਾਰ ਕੀਤਾ ਜਾ ਰਿਹਾ ਕਿ ਜ਼ਮੀਨ ਵਾਲਾ ਪਾਣੀ ਜਿਹੜਾ ਸਾਡਾ ਲਗਾਤਾਰ ਗੰਦਲਾ ਹੋ ਰਿਹਾ ਜਾਂ ਹੇਠਾਂ ਜਾ ਰਿਹਾ, ਉਹਦੇ ਬਾਰੇ ਸਰਕਾਰ ਕੋਈ ਹੱਲ ਕਰ ਰਹੀ ਨਹੀਂ ਹੈ ਨਜ਼ਰ ਆਉਂਦੀ। ਪਾਣੀ ਪੰਜਾਬ ਤੋਂ ਲਗਾਤਾਰ ਵੱਡੀਆਂ ਵੱਡੀਆਂ ਨਹਿਰਾਂ ਦੇ ਜ਼ਰੀਏ ਬਾਹਰ ਜਾ ਰਿਹਾ ਹੈਗਾ, ਤੇ ਤੁਹਾਨੂੰ ਲੱਗਦਾ ਕਿ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਇਦਾਂ ਦੇ ਬਣ ਜਾਣੇ ਕਿ ਪੰਜਾਬ ਦੇ ਲੋਕਾਂ ਨੇ ਪਾਣੀ ਪੀਣ ਨੂੰ ਤਰਸਣਾ ਹੈਗਾ। ਇਹ ਤਾਂ ਦੇਖੋ ਜੀ, ਸਾਡੇ ਗੱਲ ਤਾਂ ਸ਼ੁਰੂ ਤੋਂ ਹੀ ਧੱਕਾ ਹੋ ਰਿਹਾ ਹੈ। ਭਾਖੜਾ ਡੈਮ ਦੀ ਬਿਜਲੀ ਹੋਈ ਆ, ਉਹ ਸਾਰੀ ਦਿੱਲੀ ਜਾ ਰਹੀ ਹੈ। ਲੱਗਿਆ ਇੱਥੇ ਆ ਪਲਾਂਟ, ਪੰਜਾਬ ਨੂੰ ਇੱਕ ਕਿਲੋਵਾਟ ਕੁਝ ਵੀ ਨਹੀਂ ਮਿਲ ਰਿਹਾ ਉਹਦੇ ਵਿੱਚ। ਤੇ ਪਾਣੀ ਹੈ ਜਿਹੜੇ ਉਹ ਸਾਰੇ ਬਾਹਰ ਜਾ ਰਹੇ ਆ। ਹੁਣ ਰਾਜਸਥਾਨ ਨੂੰ ਜਾ ਰਿਹਾ ਹੈ ਨਹਿਰ ਵਿੱਚ। ਹੁਣ ਤੁਸੀਂ ਇਸ ਵਕਤ ਮੌਕੇ 'ਤੇ ਜਾ ਕੇ ਦੇਖ ਸਕਦੇ ਹੋ ਨਹਿਰ ਕਿੰਨੀ ਓਵਰਫਲੋ ਚੱਲ ਰਹੀ ਹੈ। ਇਹ ਸਾਰਾ ਪਾਣੀ ਹਰਿਆਣੇ ਰਾਜਸਥਾਨ ਨੂੰ ਜਾ ਰਿਹਾ ਫਾਲਤੂ। SYL ਨਹੀਂ ਬਣੀ, ਪਰ ਪਾਣੀ ਦਾ ਪੱਧਰ ਉੱਚਾ ਕਰਕੇ ਤੇ ਪਾਣੀ ਪਹੁੰਚਾਇਆ ਇਹ ਨਹਿਰ ਦੀ ਥਰੂ ਹੁਣ ਵੱਧ ਫਾਲਤੂ ਪਾਣੀ ਦੇ ਰਹੇ ਆ ਜੀ ਉਹਨਾਂ ਨੂੰ ਇਸ ਟਾਈਮ। ਉਹ ਤਾਂ ਪੰਜਾਬ ਨੂੰ ਸਿਰਫ ਇੱਕ ਦੇਖਣ ਕੇ ਹੀ ਰਾਜੀ ਨਹੀਂ ਹੈਗੇ। ਸ਼ੁਰੂ ਤੋਂ ਹੀ ਸਾਡੇ ਗੱਲ ਤਾਂ ਧੋਖਾ ਹੀ ਹੋ ਰਿਹਾ। ਇਸ ਟਾਈਮ ਵੀ ਕਿਆ ਕਰੀਏ, ਅਸੀਂ ਸ਼ੁਰੂ ਤੋਂ ਲੈ ਕੇ
ਪੰਜਾਬ ਨੂੰ ਤਾਂ ਇਹ ਦੇਖ ਕੇ ਰਾਜੀ ਹੋ ਨਹੀਂ ਹੈਗੇ। ਪੰਜਾਬ ਦੇ ਵੱਲਾਂ ਦਿੱਲੀ ਦੀ ਅੱਖ ਹਮੇਸ਼ਾ ਹੀ ਮਾੜੀ ਰਹੀ ਹੈ ਕਿ ਇਹ ਆਪਣੇ ਪੈਰਾਂ ਤੇ ਖੜਾ ਹੀ ਨਾ ਹੋਵੇ, ਜੇ ਖੜੇ ਹੋ ਗਏ ਤਾਂ ਆਪਣੇ ਹੱਕ ਮੰਗਣਗੇ। ਉਹਨਾਂ ਨੂੰ ਤਾਂ ਇਹ ਦੇਖਦੇ ਆ ਵੀ ਇਹ ਪੰਜਾਬ ਅਸੀਂ ਇੰਨੇ ਧੱਕੇ ਕਰਨ ਦੇ ਬਾਵਜੂਦ ਇਹ ਰੋਟੀ ਕਿਸ ਤਰ੍ਹਾਂ ਖਾ ਰਿਹਾ ਹੈ, ਉਹ ਤਾਂ ਸਾਡੀ ਹੱਥ ਦੀ ਰੋਕੀ ਵੀ ਹੈ, ਕਾਨੂੰਨਾਂ ਦੇ ਸਿਰ ਚੱਕ ਰਹੇ ਆ ਜੀ ਸਾਨੂੰ। ਜਦੋਂ ਕਿਸਾਨ ਧਰਨੇ ਤੇ ਬੈਠੇ ਉੱਥੇ ਲੰਗਰ ਲਾ ਦਿੰਦੇ ਨੇ ਹਰੇਕ ਚੀਜ਼ ਦਾ, ਉੱਥੇ ਪੀਜੇ ਵੀ ਚੱਲਦੇ ਨੇ, ਪਾਸਤੇ ਵੀ ਚੱਲਦੇ ਨੇ, ਪਕੌੜੇ ਵੀ ਚੱਲਦੇ ਨੇ, ਸਾਰਾ ਕੁਝ ਚੱਲਦਾ, ਤੇ ਉਹ ਕਹਿੰਦੇ ਤੁਸੀਂ ਕਾਹਤੋਂ ਖਾਂਦੇ? ਕਿਸਾਨ ਕਹਿੰਦਾ ਜੀ ਅਸੀਂ ਬੀਜ ਸਕਦੇ ਹਾਂ ਤੇ ਅਸੀਂ ਖਾ ਨਹੀਂ ਸਕਦੇ। ਉਹ ਤਾਂ ਇਹੀ ਚੀਜ਼ ਆਈ ਉਹਨਾਂ ਨੂੰ, ਇਹੀ ਤਕਲੀਫ ਹੈ ਸਾਡੇ ਜਰੀ ਨਹੀਂ ਜਾਂਦੀ। ਹਾਂਜੀ, ਉਹ ਸਾਤੇ ਦੇਖ ਕੇ ਜਰ ਨਹੀਂ ਹੁੰਦੇ ਉਹਨਾਂ ਤੇ ਵੀ ਇਹ ਰੋਟੀ ਕਿਉਂ ਖਾਂਦੇ ਆ। ਇਹ ਹੁਣ ਸਾਡੀ ਜ਼ਮੀਨ ਵੀ ਉਹ ਕਰਨੀ ਚਾਹੁੰਦੇ ਆ, ਨੌਕਰੀਆਂ ਇਹਨਾਂ ਨੇ ਸਾਡੀਆਂ ਖੋਹ ਲੀਆਂ, ਐਜੂਕੇਸ਼ਨ ਦਾ ਬਹੁਤ ਬੁਰਾ ਹਾਲ ਹੈ। ਹੁਣ ਇਹਦੇ ਵਿੱਚ ਦੇਖੋ ਐਜੂਕੇਸ਼ਨ ਇੱਥੇ ਜੇ ਕੋਈ ਸਕੂਲ 'ਚ ਹੈ ਤਾਂ ਮਾਸਟਰ ਨਹੀਂ ਪੂਰੇ। ਹੁਣ ਇਹਨਾਂ ਦੇ ਬੱਚੇ ਦਾ ਬਾਹਰ ਬੜੇ ਬੜੇ ਸਕੂਲਾਂ 'ਚ ਪੜ੍ਹਦੇ ਆ, ਜਾਂ ਨੌਕਰੀਆਂ ਦੇਣੀਆਂ ਉੱਥੇ ਮੈਰਿਟ ਦੇ ਦੇਣੀ, ਸਾਡਾ ਬੱਚਾ ਕਿੱਥੇ ਮੈਰਿਟ 'ਚ ਉਹਨਾਂ ਦੇ ਬਰਾਬਰ ਆ ਜਾਊਗਾ। ਇਹ ਸਿਆਸਤਦਾਨਾਂ ਦੀ ਵੀ ਮੈਨੂੰ ਲੱਗਦਾ ਮੈਰਿਟ ਹੋਣੀ ਚਾਹੀਦੀ ਫੇਸ ਹਿਸਾਬ ਨਾਲ, ਕਿ ਉਹਨਾਂ ਦਾ ਤਾਂ ਕੋਈ ਪੁੱਛਿਆ ਨਹੀਂ ਜਾਂਦਾ ਵੀ ਕਿੰਨਾ ਪੜ੍ਹਿਆ ਹੈਗਾ। 10ਵੀਂ ਫੇਲ ਬੰਦਾ ਉਹ ਸਾਡੇ ਉੱਪਰ ਲਾ ਦਿੱਤੇ ਜਾਂਦੇ ਨੇ, ਤਾਂ ਉਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਕਿ ਕਿੰਨੀ ਮਿਹਨਤ ਕਰਕੇ ਬੱਚੇ ਪੜ੍ਹਾਈਆਂ ਹਾਸਲ ਕਰਦੇ ਨੇ, ਬੀਐਡ ਐਮਐਡ ਕਰਕੇ, ਡਬਲ ਟੈਟ ਪਾਸ ਕਰਕੇ ਅੱਗੇ ਪਹੁੰਚਦੇ ਨੇ। ਅਸੀਂ ਤਾਂ ਇਹ ਵੀ ਚਾਹੁੰਦੇ ਵੀ ਜਿਹੜਾ ਕੋਈ ਐਮਐਲਏ ਜਾਂ ਐਮਪੀ ਬਣਦਾ ਉਹਦੀ ਵੀ ਕੋਈ ਮੈਰਿਟ ਹੋਣੀ ਚਾਹੀਦੀ ਆ, ਉਹਨੂੰ ਵੀ ਮੈਰਿਟ ਦੇ ਹਿਸਾਬ ਨਾਲ ਸਾਨੂੰ ਖੜਾਉਣਾ ਚਾਹੀਦਾ ਇੱਥੇ, ਜਿਹੜਾ ਜਾ ਕੇ ਆਪਣਾ ਟੈਸਟ ਦੇ ਕੇ ਆਪਣਾ ਕਲੀਅਰ ਕਰਕੇ ਇੱਥੇ ਆਵੇ ਸਾਡੇ 'ਚ। ਲੱਗਦਾ ਕਿ ਟੈਸਟ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ। ਜਦੋਂ ਇੱਥੇ ਹੋਰ ਚੀਜ਼ਾਂ ਵਾਸਤੇ ਪੁੱਛਿਆ ਜਾਂਦਾ ਉਹਨਾਂ ਨੂੰ ਵੀ ਤਾਂ ਟੈਸਟ ਹੋਣਾ ਚਾਹੀਦਾ ਜ਼ਰੂਰ। ਉਹਨਾਂ ਦੇ ਵੀ ਕੋਈ ਇੱਕ ਉਹਨਾਂ ਦਾ ਜਦੋਂ ਵੀ ਕੋਈ ਨਵੀਂ ਸਰਕਾਰ ਖੜਦੀ ਹੈ, ਕੋਈ ਪਾਰਟੀ ਖੜਦੀ ਹੈ, ਉਹਨਾਂ ਕੋਲੋਂ ਇੱਕ ਐਫੀਡੈਵਿਟ ਲਿਆ ਜਾਵੇ ਕੋਰਟ ਰਾਹੀਂ ਵੀ ਜਿੰਨਾ ਪੁਰਾਣੀ ਸਰਕਾਰ ਦਾ ਕਰਜ਼ਾ ਹੈ ਉਹ ਅਸੀਂ ਪਹਿਲਾਂ ਭਰਪਾਈ ਕਰਕੇ ਖਜ਼ਾਨੇ ਨੂੰ ਪੂਰਾ ਕਰਾਂਗੇ, ਫਿਰ ਅਸੀਂ ਇਲੈਕਸ਼ਨ ਲੜਾਂਗੇ। ਕਿਉਂਕਿ ਇਹ ਗੱਲ ਨਾ ਕਰੀ ਜਾਵੇ ਪੁਰਾਣੀ ਸਰਕਾਰ ਖਾ ਗਈ ਹੁਣ ਖਜ਼ਾਨੇ 'ਚ ਕੱਖ ਨਹੀਂ ਹੈ। ਨਹੀਂ ਤਾਂ ਇਹੀ ਬਹਾਨਾ ਦੇ ਕੇ ਕਹਿ ਦਿੰਦੇ ਵੀ ਉਹ ਪਿਛਲੀ ਸਰਕਾਰ ਨੇ ਸਾਡੇ ਤੇ ਕਰਜ਼ਾ ਬਹੁਤ ਚੜ੍ਹਤਾ, ਸਾਡੇ ਤੋਂ ਕੰਮ ਨਹੀਂ ਹੋ ਰਿਹਾ। ਸਾਈ ਬਹਾਨਾ ਇਹਦਾ ਟਾਲਮ ਟੋਲੇ ਦੀ ਨੀਤੀ ਹੈ ਉਹਨਾਂ ਕੋਲੋਂ, ਸਰਕਾਰਾਂ ਜਿਹਦੀਆਂ ਮਰਜ਼ੀ ਆਈ ਜਾਣਾ, ਇਹਦਾ ਸਾਡੀ ਲੁੱਟ ਇਸੇ ਢੰਗ ਨਾਲ ਨਾ ਲੋਕਾਂ ਨੇ ਕਰੀ ਜਾਣੀ ਹੈ। ਇਸੇ ਤਰੀਕੇ ਨਾਲ ਇਹਨਾਂ ਨੇ ਜਾਰੀ ਰੱਖਣੀ ਹੈਗੀ ਲੁੱਟ। ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ? ਲੰਮਾ ਤਜਰਬਾ ਹੋ ਗਿਆ ਜ਼ਿੰਦਗੀ ਦਾ, ਬਹੁਤ ਸਾਰੇ ਵਾਅਦੇ ਤੁਸੀਂ ਸੁਣੇ ਹੋਣੇ ਨੇ ਇਸ ਵੇਲੇ ਕਿ ਕਿਹੜੇ ਕਿਹੜੇ ਵਾਅਦੇ ਹੁੰਦੇ ਰਹੇ ਨੇ, ਤਾਂ ਲੱਗਦਾ ਕਿ ਵਾਅਦੇ ਵਫਾ ਨਹੀਂ ਹੁੰਦੇ, ਸਿਰਫ ਸਿਆਸਤਦਾਨ ਵਾਅਦੇ ਕਰਨੇ ਜਾਣਦੇ ਨੇ। ਵਾਅਦੇ ਕਰਨੇ ਜਾਂਦੇ, ਕੋਈ ਵਾਅਦਾ ਨਹੀਂ ਪੂਰਾ ਕਰਦੇ। ਜਿਹੜੀ ਐਜੂਕੇਸ਼ਨ ਦੀ ਇਹਨਾਂ ਦੀ ਗੱਲ ਚੱਲਦੀ ਹੈ ਨਾ ਜੀ, ਮੰਤਰੀਆਂ ਵਗੈਰਾ ਦੀ, ਅਸੀਂ ਕਈ ਵਾਰ ਇਹਨਾਂ ਦੇ ਨਾਲ ਫਾਰਮ ਵਗੈਰਾ ਜੋ ਇਲੈਕਸ਼ਨ ਦੇ ਟਾਈਮ ਫਾਰਮ ਭਰਦੇ ਆ, ਇਹਨਾਂ ਲੋਕਾਂ ਨੂੰ ਆਪਣੇ ਫਾਰਮ ਵੀ ਭਰਨੇ ਨਹੀਂ ਆਉਂਦੇ, ਲੋਕਾਂ ਤੋਂ ਫਾਰਮ ਭਰਾਉਂਦੇ ਆ। ਇਹ ਸਾਡੇ ਤੇ ਰਾਜ ਕਰਦੇ ਆ। ਹਾਂਜੀ, ਇਹ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਆਪਣੇ ਫਾਰਮ ਭਰਨੇ ਨਹੀਂ ਆਉਂਦੇ, ਆਪਣੇ ਵੀ ਫਾਰਮ ਨਹੀਂ ਇਹਨਾਂ ਨੂੰ ਭਰਨੇ ਆਉਂਦੇ ਜੀ। ਇਹਨਾਂ ਤੋਂ ਐਪਲੀਕੇਸ਼ਨ ਲਿਖਾਉਣ ਨੂੰ ਕਹਿ ਦਿੱਤਾ ਜਾਂ ਮੈਨੂੰ ਲੱਗਦਾ ਨਹੀਂ ਲਿਖ ਜਾਣੀ। ਹਾਂਜੀ ਹਾਂ, ਨਹੀਂ ਆਉਂਦੇ। ਇਹ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਜੀ, ਇੱਥੇ ਜੋ ਕਾਨੂੰਨ ਹੈ ਆਪ ਇਹ ਉਹ ਕਾਨੂੰਨ ਤੇ ਨਹੀਂ ਚੱਲਦੇ ਹੈਗੇ। ਸਾਡੀ ਇੱਥੇ 6.5 ਕਿੱਲੇ ਜ਼ਮੀਨ 2010 ਤੋਂ ਲੈ ਕੇ ਅੱਜ ਤੱਕ ਠੇਕਾ ਨਹੀਂ ਦਿੱਤਾ ਉਹਨੇ, ਫੈਕਟਰੀ ਚਲਾ ਰਿਹਾ ਹੈ। ਅਸੀਂ ਡੀਡੀਓ ਦੇ ਕੇਸ ਪਾ ਕੇ ਸਾਰਾ ਉੱਥੇ ਸਾਡੇ ਹੱਕ 'ਚ ਹੋ ਗਿਆ ਸੀ। ਗਾਹਾਂ ਇੱਥੇ ਮਿਨਿਸਟਰਾਂ ਨੇ ਗੈਰ ਰਲ ਕੇ ਉਹ ਡਾਇਰੈਕਟਰ ਤੇ ਨਾਲੇ ਤਾਂ ਉਹਨੂੰ ਕਬਜ਼ਾ ਦਵਾਤਾ, ਨਾਲੇ ਉਹਦੇ ਹੱਕ 'ਚ ਕੇਸ ਕਰਵਾਤਾ, ਨਾਲੇ ਸਟੇ ਦਵਾਤੀ। ਉਹਦੇ ਖਿਲਾਫ ਹੁਣ ਅਸੀਂ ਹਾਈ ਕੋਰਟ ਕੇਸ ਪਾਇਆ ਹੋਇਆ, ਦੇਖੋ ਕਿਆ ਬਣਦਾ। ਪਰ ਲੋਕਾਂ ਨੂੰ ਆਪਣੇ ਮਸਲਿਆਂ ਲਈ ਉਹੀ ਕਹਿੰਦੇ ਕਿ ਲੋਕਾਂ ਦੀ ਜਿਨ੍ਹਾਂ ਦੀ ਸਿਆਸੀ ਸ਼ਹਿ ਹੈਗੀ ਆ ਜਾਂ ਪਹੁੰਚ ਹੈਗੀ ਆ, ਉਹਨਾਂ ਦਾ ਸਾਰਾ ਕੁਝ। ਅਸੀਂ ਕੋਈ ਪੰਚਾਇਤ ਦਾ ਕਬਜ਼ਾ ਕੋਈ ਕਰ ਨਹੀਂ ਸਕਦਾ, ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਇੰਨਾ ਸਾਨੂੰ ਆਮਦਨ ਨਹੀਂ ਹੋਈ ਹੋਣੀ ਜਿੰਨਾ ਅਸੀਂ ਇਸ ਕੇਸ ਤੇ ਪੈਸਾ ਕਰ ਚੁੱਕੇ। ਇਹੀ ਤਾਂ ਕਾਰਨ ਹੈ ਕਿ ਸਿਆਸੀ ਸ਼ਹਿ ਵਾਲੇ ਲੋਕ ਹਮੇਸ਼ਾ ਬਚ ਜਾਂਦੇ ਨੇ। ਬਾਈ ਜੀ ਕਿਵੇਂ ਦੇਖਦੇ ਹੋ? ਨੌਜਵਾਨਾਂ ਨਾਲ ਬਹੁਤ ਸਾਰੇ ਵਾਅਦੇ ਹੋਏ ਸੀ, ਲੱਗਦਾ ਕਿ ਨੌਜਵਾਨਾਂ ਨੇ ਕੋਈ ਵਾਅਦਾ ਪੂਰਾ ਕੀਤਾ ਸਰਕਾਰ ਨੇ? ਕੋਈ ਵਾਅਦਾ ਨਹੀਂ ਜੀ ਪੂਰਾ ਹੋਇਆ, ਇਹ ਸਭ ਜੁਮਲੇਬਾਜ਼ੀਆਂ ਹੈ ਜੀ ਇੱਥੇ। ਹੁਣ ਇਹ ਪਿੰਡਾਂ ਦੇ ਲੋਕਾਂ ਨੇ ਬਣਾਏ ਤੇ ਪਿੰਡਾਂ ਦੇ ਲੋਕ ਹੀ ਸੁਧਾਰਨਗੇ ਇਹਨਾਂ ਨੂੰ। ਪਿੰਡਾਂ ਦੇ ਲੋਕਾਂ ਨੇ ਹੁਣ ਕਿਤੇ ਨਾ ਕਿਤੇ ਕਮਰ ਕੱਸੇ ਕਰ ਰਹੇ ਨੇ ਕਿ ਜੇ ਸਿਆਸਤਦਾਨ ਆਉਣਗੇ ਪਹਿਲਾਂ ਦੱਸੋ ਵਾਅਦੇ ਜਿਹੜੇ ਪਿਛਲੇ ਕੀਤੇ ਸੀ ਉਹ ਪੂਰੇ ਕਰੋ। ਹਾਂ ਜੀ ਹਾਂ, ਇਹ ਸਵਾਲ ਹੋਣਗੇ। ਔਰ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਇੱਦਾਂ ਇਕੱਠ ਕਰਨ ਤੇ ਜਾਗਰੂਕ ਹੋਣ, ਇਹਨਾਂ ਨੂੰ ਪਿੰਡਾਂ 'ਮਾ ਵੜਨੇ ਤੇ ਬੰਦ ਕਰੋ, ਜਾਤੀ ਸੰਘਰਸ਼ ਚੱਲਦਾ। ਬਾਈ ਜੀ ਕੀ ਨਾਮ ਤੁਹਾਡਾ? ਹਰਮਨਜੀਤ। ਹਰਮਨ ਕਿਵੇਂ ਦੇਖਦੇ ਹੋ? ਬਹੁਤ ਸਾਰੇ ਵਾਅਦੇ ਨੌਜਵਾਨਾਂ ਨੇ, ਖਾਸ ਕਰਕੇ ਘਰ ਘਰ ਰੋਜ਼ਗਾਰ ਹਰੇਕ ਸਰਕਾਰ ਵਾਅਦਾ ਕਰਦੀ, ਕੇਂਦਰ ਦੀ ਸਰਕਾਰ ਨੇ ਵੀ ਕਿਹਾ ਸੀ 2 ਕਰੋੜ ਨੌਕਰੀਆਂ ਦੇਵਾਂਗੇ, ਪਰ ਮੈਨੂੰ ਲੱਗਦਾ ਕਿਤੇ ਉਹ ਚੀਜ਼ਾਂ ਹੋ ਨਹੀਂ ਰਹੀਆਂ। ਨਹੀਂ, ਸਰਕਾਰ ਨੌਕਰੀਆਂ ਬਾਰੇ ਕਹਿ ਤਾਂ ਰਹੀ ਹੈ ਪਰ ਵਾਅਦੇ ਪੂਰੇ ਨਹੀਂ ਕਰਦੀ। ਸਾਡੇ ਪਿੰਡੇ ਦੇਖ ਲਓ ਜੀ, ਕਿੰਨੇ ਨੌਜਵਾਨ ਖੜੇ ਆ, ਕਿਸੇ ਨੂੰ ਸਰਕਾਰੀ ਜੌਬ ਮਿਲੀ ਹੋਵੇ। ਮੈਨੂੰ ਲੱਗਦਾ ਬਹੁਤਿਆਂ ਨੇ ਪਾਸਪੋਰਟ ਬਣਾ ਕੇ ਰੱਖੇ ਹੋਣੇ ਆ ਵੀ ਕਿਹੜੇ ਵੇਲੇ ਦਾਲ ਲੱਗੇ ਤਾਂ ਬਾਹਰ ਜਾਈ। ਪਾਸਪੋਰਟ ਤਾਂ ਬਣਾਉਣੇ ਆ ਜੀ। ਹੁਣ ਇੱਥੇ ਇੰਡੀਆ 'ਚ ਇਹਨਾਂ ਨੇ ਛੱਡਿਆ ਹੀ ਕੀ ਹੈ? ਕੱਖ ਵੀ ਨਹੀਂ ਛੱਡਿਆ ਹੈਗਾ ਸਾਡੇ ਵਾਸਤੇ। ਇੱਥੇ ਤਾਂ ਸਾਨੂੰ ਇਹਨਾਂ ਨੇ ਭੁੱਖੇ ਮਾਰਨੇ ਵਾਲਾ ਕੰਮ ਕੀਤਾ ਹੋਇਆ, ਕੋਈ ਜੌਬ ਨਹੀਂ, ਕੋਈ ਨੌਕਰੀ ਨਹੀਂ। ਆ ਸਾਡੀ ਤੁਸੀਂ ਖੇਤੀਬਾੜੀ ਦਾ ਦੇਖ ਲਓ ਜੀ, 7 ਮਹੀਨੇ ਹੋ ਗਏ ਅਸੀਂ ਦਿੱਲੀ ਬੈਠੇ ਹਾਂ,
ਸਾਡੀ ਕੋਈ ਸੁਣਵਾਈ ਨਹੀਂ ਹੈਗੀ। ਅਸੀਂ ਕੀ ਕਰੀਏ ਹੁਣ? ਆਪਣੀ ਆਉਣ ਵਾਲੀ ਜਨਰੇਸ਼ਨ ਤਾਂ ਉਹ ਬਚਾਉਣੀ ਹੈ ਜੀ। ਕੈਨੇਡਾ ਅਮਰੀਕਾ ਅਸੀਂ ਤਾਂ ਭੱਜਦੇ, ਆਈਲੈਟਸ ਵਗੈਰਾ ਤਾਂ ਕਰਦੇ ਹਾਂ ਵੀ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਕੋਈ ਚੰਗੀ ਸਿੱਖਿਆ ਐਜੂਕੇਸ਼ਨ ਦੇ ਸਕੀਏ। ਬੜੀ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡਾ ਭਵਿੱਖ ਸਿਰਜਣਾ ਹੈਗਾ, ਅਧਿਆਪਕ, ਉਹ ਵੀ ਸੜਕਾਂ ਤੇ ਨੇ। ਜਿਨ੍ਹਾਂ ਨੇ ਸਾਨੂੰ ਅਨਾਜ ਦੇਣਾ, ਕਿਸਾਨ, ਉਹ ਵੀ ਸੜਕਾਂ ਤੇ ਨੇ। ਤੇ ਸਰਕਾਰਾਂ ਕਰ ਕੀ ਰਹੀਆਂ ਨੇ? ਵੀ ਸਿਰਫ ਇਹ ਆਪਣੀ ਕੁਰਸੀਆਂ ਦੇ ਆਨੰਦ ਮਾਰ ਰਹੀਆਂ ਨੇ। ਹਾਂਜੀ, ਇਹ ਸਭ ਆਪਣੇ ਕੁਰਸੀਆਂ ਵਾਸਤੇ ਕਰਦੇ ਆ ਜੀ। ਅਧਿਆਪਕਾਂ ਨੇ ਸਾਨੂੰ ਲੋੜ ਹੀ ਕੀ ਹੈ ਸੜਕਾਂ ਤੇ? ਜੇ ਇਹ ਸਾਨੂੰ ਸਹੀ ਆਪਣਾ ਹੱਕ ਦੇਣ, ਸਾਨੂੰ ਸੜਕਾਂ ਤੇ ਉਤਰਨੇ ਵਾਸਤੇ ਸਾਨੂੰ ਕੋਈ ਲੋੜ ਨਹੀਂ ਜੀ ਹੈ। ਵੈਸੇ ਹਰਮਨ, ਜਿੱਦਾਂ ਤੁਸੀਂ ਗੱਲ ਕਰ ਰਹੇ ਕਿ ਨੌਜਵਾਨ ਬੇਰੁਜ਼ਗਾਰ ਨੇ, ਤਾਂ ਲੱਗਦਾ ਕਿ ਹੁਣ ਨੌਜਵਾਨਾਂ ਨੂੰ ਵੀ ਸਿਆਸਤ ਦਾ ਰੁਖ ਕਰ ਲੈਣਾ ਚਾਹੀਦਾ। ਘੱਟੋ ਘੱਟ ਜਿਹੜੇ ਸਿਆਸਤਦਾਨ ਆਲਰੇਡੀ ਹੈਗੇ, ਜੇ ਉਹ ਨਹੀਂ ਵਾਅਦੇ ਪੂਰੇ ਕਰ ਰਹੇ, ਤਾਂ ਅਸੀਂ ਸਿਆਸਤ ਦੇ ਵਿੱਚ ਜਾ ਕੇ ਲੋਕਾਂ ਦੇ ਮਸਲੇ ਚੁੱਕੀਏ, ਲੋਕਾਂ ਦੀ ਜਿਹੜੀ ਜੂਨ ਇਹਨਾਂ ਸਿਆਸਤਦਾਨਾਂ ਨੇ ਖਰਾਬ ਕੀਤੀ, ਅਸੀਂ ਸੁਧਾਰਨ ਦੀ ਕੋਸ਼ਿਸ਼ ਕਰੀਏ। ਇਹ ਤਾਂ ਜ਼ਰੂਰ ਕਰਨਾ ਪੈਣਾ ਜੀ। ਹੁਣ ਤਾਂ ਨੌਜਵਾਨਾਂ ਨੂੰ ਇਹ ਚੱਕਣਾ ਪੈਣਾ। ਤੁਸੀਂ ਸਿੱਧਾ ਪ੍ਰਕਾਸ਼ ਸਿੰਘ ਬਾਦਲ ਤੇ ਹੀ ਲੈ ਲਓ, 100 ਸਾਲ ਦਾ ਹੋ ਚੱਲਿਆ, ਉਹ ਕਹਿੰਦਾ ਮੈਂ ਹੁਣ ਵੀ ਮਿਨਿਸਟਰ ਬਣਾ ਜੀ। ਦੱਸੋ, ਅੱਗੇ ਬੱਚਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ। ਇੱਕੋ ਬੰਦਾ ਥੋੜ੍ਹਾ ਬਾਰ-ਬਾਰ ਮਿਨਿਸਟਰ ਬਣੀ ਜਾਊਗਾ ਜੀ। ਕਿਉਂਕਿ 25 ਸਾਲ ਪ੍ਰਕਾਸ਼ ਸਿੰਘ ਬਾਦਲ ਦੇ ਤੇ 10 ਸਾਲ ਹੁਣ ਕੈਪਟਨ ਸਾਹਿਬ ਦੇ, 35 ਸਾਲ ਤਾਂ ਇਹੀ ਹੋ ਗਏ ਪੂਰੇ ਰਾਜ ਦੇ ਵਿੱਚੋਂ ਵੀ। ਅਸੀਂ 35 ਸਾਲ ਇਹਨਾਂ 2 ਲੋਕਾਂ ਨੂੰ ਦੇ ਦਿੱਤੇ। ਇਹਨਾਂ ਦਾ ਵੀ ਟਾਈਮ ਰੱਖਣਾ ਚਾਹੀਦਾ ਜੀ। 60 ਸਾਲ ਤੋਂ ਬਾਅਦ ਇਹਨਾਂ ਨੂੰ ਵੀ ਇਸ ਚੀਜ਼ ਤੋਂ ਰਿਟਾਇਰਮੈਂਟ ਦੇ ਦੇਣੀ ਚਾਹੀਦੀ ਹੈ, ਕਿਉਂਕਿ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਮੌਕਾ ਮਿਲ ਸਕੇ ਜੀ। ਰਾਸ਼ਟਰਪਤੀ ਵੀ ਅਮਰੀਕਾ ਦਾ 2 ਵਾਰੀ ਬਣਦਾ, ਪਰ ਇੱਥੇ ਹਾਲਾਤ ਹੋਰ ਨੇ। ਬਾਈ ਜੀ, ਕਿੱਦਾਂ ਦੇਖਦੇ ਹੋ? ਇਹ ਬੜੇ ਵਾਅਦੇ ਹੋ ਗਏ ਸਿਆਸਤਦਾਨਾਂ ਦੇ ਨਾਲ, ਪਰ ਕੋਈ ਹੱਲ ਨਹੀਂ ਕਰਦੇ। ਇਹ ਦੇਖੋ ਜੀ, ਇਹਦਾ ਹੱਲ ਤਾਂ ਪਬਲਿਕ ਨੂੰ ਇਹ ਲੱਭਣਾ ਪੈਣਾ ਜੀ। ਠੀਕ ਹੈ ਜੀ, ਆਪਾਂ ਇਹ ਜੁਮਲੇਬਾਜ਼ੀ ਕਰ ਰਹੇ ਹਾਂ। ਹਰੇਕ ਵਾਰੀ ਕੋਈ ਨਾ ਕੋਈ ਆਉਂਦਾ ਹੈ, ਉਹ ਆਪਣਾ ਹੀ ਨਵੇਂ ਤੋਂ ਨਵੇਂ ਮੈਨੀਫੈਸਟੋ ਵਿੱਚ ਜੀ ਆਪਾਂ ਨੂੰ ਲਾਰੇ ਲਾ ਕੇ ਚਲੇ ਜਾਂਦੇ ਆ। ਉਹਦੇ ਵਿੱਚ ਤਾਂ ਆਪਾਂ ਨੂੰ ਆਪਣੇ ਆਪ ਕਰਦੇ ਦੇਖਣਾ ਪੈਣਾ ਜੀ। ਹਰੇਕ ਵਾਰੀ ਆਪਾਂ ਇਹਨਾਂ ਦੇ ਪਟੇ ਚੜ ਜਾਂਦੇ ਇੱਕ ਤਰ੍ਹਾਂ ਦੇ। ਜੇ ਆਪਾਂ ਦੇਖੀਏ ਪਿਛਲੇ 5 ਤੁਸੀਂ ਮੈਨੀਫੈਸਟੋ ਦੇਖ ਲਓ, ਉਹਦੇ ਵਿੱਚ ਕਿਆ ਕੁਝ ਨਹੀਂ ਮਿਲ ਰਿਹਾ ਜੀ ਆਪਾਂ ਨੂੰ। ਹਰਦੇ ਹਰੇਕ ਵਾਰੀ ਇਸ ਤਰ੍ਹਾਂ ਹੀ ਆਉਂਦਾ। ਹੁਣ ਨਵਾਂ ਮੈਨੀਫੈਸਟੋ 'ਚ ਦੇਖ ਲਓ ਵੀ ਤੁਹਾਨੂੰ 300 ਯੂਨਿਟ ਇਲੈਕਟ੍ਰਿਸਿਟੀ ਦੀ ਦੇ ਰਹੇ ਆ। ਜਿਹੜਾ ਆਪਣਾ ਮੇਨ ਆਪਣਾ ਕਿਆ ਜੀ, ਆਪਣਾ ਐਜੂਕੇਸ਼ਨ ਤੇ ਹੈਲਥ ਹੈ, ਉਹਦੇ ਬਾਰੇ ਕੋਈ ਕੁਝ ਨਹੀਂ ਆ ਰਿਹਾ ਜੀ। ਠੀਕ ਹੈ ਨਾ ਜੀ। ਕੇਜਰੀਵਾਲ ਕਹਿੰਦਾ ਮੈਂ ਗਾਰੰਟੀ ਦੇ ਕੇ ਜਾਣਾ ਕਿ 300 ਯੂਨਿਟ ਮੁਫਤ ਦੇਵਾਂਗੇ ਤੇ ਬਾਕੀ ਵੀ ਹੱਲ ਕਰਾਂਗੇ। ਕਹਿੰਦਾ ਇਹ ਤਾਂ ਲੋਕਾਂ ਦੇ ਪੈਸੇ ਨੇ ਜਿਹੜੇ ਲੋਕਾਂ ਤੱਕ ਪਹੁੰਚਣੇ ਚਾਹੀਦੇ, ਇਹ ਸਿਆਸਤਦਾਨ ਆਪਣੀਆਂ ਝੋਲੀਆਂ 'ਚ ਪਾਈ ਜਾਂਦੇ। ਦੇਖੋ, ਹਲੇ ਆਪਾਂ ਨੇ ਉਹਨਾਂ ਦਾ ਜਿਹੜਾ ਦਿੱਲੀ ਮਾਡਲ ਦੇਖਿਆ, ਉਹ ਹਿਸਾਬ ਨਾਲ ਤਾਂ ਬਹੁਤ ਸਹੀ ਹੈ ਜੀ। ਜੇ ਉਹ ਪੰਜਾਬ ਮਾਡਲ ਤੇ ਵੀ ਕਰਦੇ ਆ ਤਾਂ ਆਪਾਂ ਉਹ ਅੱਗੇ ਦੀ ਉਹ ਪਲੈਨਿੰਗ ਕਰ ਸਕਦੇ ਹਾਂ ਜੀ। ਠੀਕ ਹੈ ਵੀ ਆਪਾਂ ਉਹਨਾਂ ਨੂੰ ਪਹਿਲਾਂ ਪ੍ਰੈਡਿਕਟ ਨਹੀਂ ਕਰ ਸਕਦੇ। ਉਹ ਤਾਂ ਵੀ ਇੱਕ ਵਾਰੀ ਦਿੱਲੀ ਮਾਡਲ ਦਾ ਉਹ ਪੂਰਾ ਹੋ ਗਿਆ, ਉਹਦੇ ਬਾਅਦ ਪੰਜਾਬ ਮਾਡਲ ਤੇ ਉਹ ਕਿਆ ਕਰਦੇ ਉਹਦੇ ਬਾਰੇ ਆਪਾਂ ਨੂੰ ਦੇਖਣਾ। ਤੁਸੀਂ ਇਹ ਕਹਿਣਾ ਚਾਹੁੰਦੇ ਕਿ ਅਸੀਂ ਇੰਨਾ ਸਮਾਂ ਕਾਂਗਰਸੀਆਂ ਅਕਾਲੀਆਂ ਨੂੰ ਦੇਤਾ, ਇੱਕ ਮੌਕਾ ਹੋਰ ਕਿਸੇ ਨੂੰ ਦੇ ਕੇ ਦੇਖ ਲੈਣਾ ਚਾਹੀਦਾ ਕਿ ਉਹ ਕੀ ਕਰਦੇ। ਅਲਟਰਨੇਟਿਵ ਦਾ ਆਪਾਂ ਨੂੰ ਲੱਭਣਾ ਪੈਣਾ। ਠੀਕ ਹੈ ਨਾ ਜੀ। ਜੇ ਆਪਣੇ ਕਿਸਾਨ ਜਥੇਬੰਦੀਆਂ ਤੋਂ ਕੋਈ ਲੜ ਰਿਹਾ ਤਾਂ ਉਹ ਸਭ ਤੋਂ ਬੈਸਟ ਹੈ ਜੀ, ਕਿਉਂਕਿ ਉਹ ਫੀਲਡ ਵਿੱਚ ਗਏ ਹੋਏ ਹੈ ਜੀ। ਉਹ 'ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ। ਉਹਦੇ ਬਾਅਦ 'ਚੋਂ ਜੇ ਆਪਾਂ ਵੀ ਦੇਖੋ ਵੀ ਹੁਣ ਆਪਾਂ ਨੂੰ ਕਿੰਨੇ ਸਾਲ ਹੋ ਗਏ ਜੀ, ਆਪਾਂ ਹੀ ਅਕਾਲੀ ਤਾਂ ਜਾਂ ਕਾਂਗਰਸੀ ਉਲਝੇ ਹੋਏ ਹੈ ਜੀ। ਵੈਸੇ ਜਿੱਦਾਂ ਨੌਜਵਾਨਾਂ ਦੀ ਜਦੋਂ ਅਸੀਂ ਗੱਲ ਕਰਦੇ, ਨੌਜਵਾਨਾਂ ਨਾਲ ਬਹੁਤ ਸਾਰੇ ਵਾਅਦੇ, ਨੌਕਰੀਆਂ ਦੇ ਵਾਅਦੇ, ਘਰ ਘਰ ਰੋਜ਼ਗਾਰ ਦਾ, ਜਾਂ ਖੇਡਾਂ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੇ ਅਨਾਉਂਸਮੈਂਟ ਹੁੰਦੇ ਨੇ, ਪਰ ਜ਼ਮੀਨੀ ਪੱਧਰ ਤੇ ਹੁੰਦਾ ਤੁਹਾਡੇ ਹਿਸਾਬ ਦੇ ਨਾਲ? ਨਹੀਂ, ਜ਼ਮੀਨੀ ਪੱਧਰ ਤੇ ਦੇਖੋ ਜੀ, ਹੁਣ ਮੈਂ ਆਪਣੀ ਤੁਹਾਨੂੰ ਐਗਜ਼ਾਮਪਲ ਦਿੰਦਾ। ਮੈਂ ਬੀਟੈਕ ਕਰੀ ਵੀ ਹੈ ਜੀ, ਇਲੈਕਟ੍ਰੀਕਲ ਇੰਜੀਨੀਅਰ, ਮੇਰੀ ਪਲੇਸਮੈਂਟ ਹੋਈ ਵੀ ਦਿੱਲੀ। ਜੇ ਮੈਂ ਉਹੀ ਆਪਣਾ ਕਰਦੇ ਆਪਣਾ ਇੱਥੇ ਜੋਬ ਵਾਸਤੇ, ਗਵਰਨਮੈਂਟ ਜੋਬ ਵਾਸਤੇ ਅਪਲਾਈ ਕਰਾਂ, ਮੇਰੇ ਉਹ ਕ੍ਰਾਈਟੇਰੀਆ ਨਹੀਂ ਮੇਰਾ ਹੋਣਾ, ਪੂਰਾ ਨਹੀਂ ਹੋਣਾ। ਪਹਿਲਾਂ ਤਾਂ ਦੇਖੋ ਜੀ ਆਪਣੇ ਇੱਥੇ SC/BC ਕੋਟਾ ਆ ਜਾਂਦਾ ਹੈ। ਠੀਕ ਹੈ ਜੀ, ਮੈਂ ਉਹਨੂੰ ਗਲਤ ਨਹੀਂ ਕਹਿੰਦਾ, ਹੈ ਉਹ ਵੀ ਸਹੀ ਹੈ। ਪਰ ਜਦ ਤੁਸੀਂ ਇੱਕ ਪਰਿਵਾਰ ਨੂੰ SC/BC ਕੋਟਾ ਦੇਤਾ ਤਾਂ ਅੱਗੇ ਜਨਰੇਸ਼ਨ ਨੂੰ ਦੇਣ ਦੀ ਕੀ ਜ਼ਰੂਰਤ ਹੈ ਜੀ। ਠੀਕ ਹੈ ਜੀ, ਉਹ ਤਾਂ ਆਪਾਂ ਨੇ ਵੀ ਆਪਾਂ ਨੇ ਉਹਨਾਂ ਨੂੰ ਨਿਊ ਜਦ ਆਪਾਂ ਨੇ ਉਹਦੀ ਬੇਸਮੈਂਟ ਸਟਰੋਂਗ ਕਰਤੀ, ਫਿਰ ਉੱਪਰ ਤਾਂ ਸਾਰਾ ਕੁਝ ਆਪੀ ਸਹੀ ਹੋ ਬਾਅਦ ਕ੍ਰਾਈਟੇਰੀਆ ਇਹ ਹੋਣਾ ਚਾਹੀਦਾ ਕਿ ਬੰਦੇ ਦੀ ਕੈਪੇਬਿਲਿਟੀ ਕਿੰਨੀ ਆ, ਉਹ ਕੈਪੇਬਲ ਹੈ ਜਾਂ ਨਹੀਂ ਹੈਗਾ, ਉਹ ਹੀ ਹੋਣਾ ਚਾਹੀਦਾ। ਕਹਿਰ ਦੇਖੋ ਉਹਦੇ ਬਾਅਦ ਚੋਂ ਜੀ ਦੇਖੋ, ਹੁਣ ਤੁਸੀਂ ਮੰਨ ਲਓ ਵੀ ਇੱਕ ਬੰਦਾ ਕਹਿਰਦੇ 95% ਨਾਲ ਕੁਆਲੀਫਾਈ ਕਰਿਆ ਵਾ, ਇੱਕ ਆਪਣਾ ਉਹੀ 45% ਨਾਲ ਹੈ ਜੀ। 45 ਨੂੰ ਤੁਸੀਂ ਜੋਬ ਦੇ ਰਹੇ ਹੋ, 95% ਵਾਲਾ ਤੁਹਾਡਾ ਬੇਰੁਜ਼ਗਾਰ ਘੁੰਮ ਰਿਹਾ, ਅਨਐਮਪਲਾਈ ਹੈ ਜੀ। ਉਹਦਾ 45 ਤੇ 95 ਦਾ ਕਦ ਕੰਪੈਰੀਜ਼ਨ ਹੋ ਜਾਊਗਾ, ਜਾਂ ਤਾਂ ਉਹਨਾਂ ਦੇ ਲਈ ਕੋਈ ਹੋਰ ਹਿੱਲਾ ਕੀਤਾ ਜਾਵੇ। ਦੇਖੋ ਜੀ, ਇਹ ਹੈ ਵੀ ਜਦ ਆਪਾਂ ਸਕੂਲ ਲੈਵਲ ਤੇ ਉਹਨਾਂ ਦੀ ਐਜੂਕੇਸ਼ਨ ਫ੍ਰੀ ਕਰ ਸਕਦੇ ਹਾਂ, ਉਹਨਾਂ ਦੇ ਬਾਅਦ 'ਚੋਂ ਉਹਨਾਂ ਦੀ ਕਰਦੇ ਆਪਾਂ ਉਹਦੀ ਟੋਟਲੀ ਐਜੂਕੇਸ਼ਨ ਫ੍ਰੀ ਕਰ ਦਿਓ, ਸਕੂਲ ਦੀ ਵੀ ਐਜੂਕੇਸ਼ਨ ਫ੍ਰੀ ਕਰ ਦਿਓ, ਉਹਨਾਂ ਦੀ ਕਰਦੇ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਆਪਣੀ ਹਾਇਰ ਸੈਕੰਡਰੀ ਐਜੂਕੇਸ਼ਨ ਕਰਨੀ ਉਹ ਵੀ ਫ੍ਰੀ ਕਰੋ। ਜਦ ਆਪਾਂ ਕੰਪੀਟੀਸ਼ਨ 'ਚ ਆ ਗਏ, ਉਹ 'ਚ ਤਾਂ ਕੁਝ ਹੋਣਾ ਨਹੀਂ ਚਾਹੀਦਾ ਜੀ। ਪੜ੍ਹਾਈ ਮੁਫਤ ਦੇ ਦਿਓ ਵੀ ਬੰਦਾ ਕੈਪੇਬਲ ਹੋ ਜਾਵੇ, ਜੇ ਉਹ ਕੈਪੇਬਲ ਹੋ ਜਾਵੇ ਤੇ ਆਪਣੇ ਹਿਸਾਬ ਦੇ ਨਾਲ ਕੰਪੀਟੀਸ਼ਨ ਲੜ ਕੇ ਜੇ ਜਿੱਤਦਾ ਤਾਂ ਉਹ ਗੱਲ ਵੱਖਰੀ ਹੈ। ਉੱਥੇ ਕੋਈ ਤੁਹਾਡੇ ਹਿਸਾਬ ਨਾਲ ਕੋਟਾ ਨਹੀਂ ਹੋਣਾ ਚਾਹੀਦਾ। ਬਾਈ ਕੀ ਨਾਮ ਤੁਹਾਡਾ? ਗੁਰਵਿੰਦਰ ਸਿੰਘ। ਗੁਰਵਿੰਦਰ, ਲੱਗਦਾ ਕਿ ਬਹੁਤ ਸਾਰੇ ਵਾਅਦੇ ਹੋਏ ਪਰ ਵਫਾ ਨਹੀਂ ਹੋ ਰਹੀ। ਨਹੀਂ ਜੀ, ਬਿਲਕੁਲ ਵੀ ਨਹੀਂ। ਨੌਜਵਾਨ ਇਸੇ ਕਰਕੇ ਬੇਰੁਜ਼ਗਾਰ ਘੁੰਮ ਰਹੇ ਨੇ। ਦੇਖੋ ਜੀ, ਨੌਜਵਾਨ ਬੇਰੁਜ਼ਗਾਰ ਨੇ ਤੇ ਸਰਕਾਰ ਨੂੰ ਇਹ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਜੀ, ਕਿਉਂਕਿ ਉਹ ਆਪਣਾ ਵਾਅਦਾ ਕਰਕੇ ਘਰਾਂ ਚਲੇ ਗਏ ਨੇ। ਉਹ ਇੱਕ ਤਰ੍ਹਾਂ ਦਾ ਤੁਹਾਨੂੰ ਲੋਲੀਪੌਪ ਦੇ ਗਏ ਨੇ ਕਿ ਇਹਨੂੰ ਚੂਸਦੇ ਰਹੋ।
ਹੁਣ ਤੁਸੀਂ ਵੀ ਹਰ ਰੋਜ਼ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਕਿ ਪੋਸਟਾਂ ਸਰਕਾਰ ਦੀਆਂ ਪੈਂਦੀਆਂ ਨੇ ਕਿ ਅਸੀਂ ਇੰਨੇ ਹਜ਼ਾਰ ਨੌਕਰੀ ਦਿੱਤੀ, ਬਟ ਸਭ ਨੂੰ ਪਤਾ ਹੈ ਕਿ ਕਿਸੇ ਨੂੰ ਨੌਕਰੀ ਕੋਈ ਨਹੀਂ ਮਿਲੀ ਆ। ਜੇ ਇੱਥੇ ਨੌਕਰੀਆਂ ਮਿਲਣ ਤਾਂ ਮੁੰਡੇ ਬਾਹਰ ਕਿਉਂ ਜਾਣ, ਜਾਂ ਆਈਲੈਟਸ ਕਰਨ, ਜਾਂ ਬਾਹਰਲੀਆਂ ਕੰਟਰੀਆਂ 'ਚ ਕਿਉਂ ਕਿ 2019 ਵਿੱਚ ਜੀ ਆਪਣਾ 2,19,000 ਬੱਚਾ ਪੰਜਾਬ ਚੋਂ ਗਿਆ ਜੀ ਫੋਰਨ 'ਚ। ਜੇ ਆਪਾਂ ਕਰਦੇ ਦੇਖੀਏ ਜੀ 2,19,000 ਬੱਚਾ ਜੀ। ਮੈਨੂੰ ਲੱਗਦਾ ਕਿ ਉਹ ਕੈਲੀਫੋਰਨੀਆ ਜਿਹੜਾ ਕਹਿੰਦੇ ਸੀ ਇੱਥੇ ਬਣਨਾ, ਹੁਣ ਉੱਥੇ ਹੀ ਦੇਖਣ ਚੱਲ ਗਏ। ਉਹ ਉੱਥੇ ਹੀ ਦੇਖਣ ਗਏ ਹੋਏ ਨੇ ਜੀ। ਉੱਥੇ ਨਹੀਂ ਤਾਂ ਕੈਲੀਫੋਰਨੀਆ ਹੈਗਾ, ਉਹ ਤਾਂ ਇੱਕ ਵਾਰੀ ਆਪਾਂ ਨੂੰ ਉਹ ਜੁਮਲਾ ਦੇਤਾ ਜੀ ਵੀ ਤੁਹਾਨੂੰ ਕੈਲੀਫੋਰਨੀਆ, ਉਹ ਉਹਨਾਂ ਨੇ ਪਹਿਲਾਂ ਹੀ ਪਲੈਨਿੰਗ ਕਰੀ ਵੀ ਸੀ ਵੀ ਤੁਹਾਨੂੰ ਅਸੀਂ ਇੱਥੇ ਕੈਲੀਫੋਰਨੀਆ ਨੇ ਤੁਹਾਨੂੰ ਅਸਲ ਕੈਲੀਫੋਰਨੀਆ ਭੇਜਣਾ ਹੈ। ਜਾਣੀ ਕਿ ਉਹ ਤਿਆਰੀ ਕਰ ਲਈ ਸੀ ਵੀ ਇੱਥੇ ਤੁਹਾਨੂੰ ਰੱਖਣਾ ਹੀ ਨਹੀਂ ਹੈਗਾ। ਬਾਈ ਕੀ ਨਾਮ ਤੁਹਾਡਾ? ਦਿਲਵਰ ਹੈ। ਕਿਵੇਂ ਦੇਖਦੇ ਹੋ ਨੌਜਵਾਨਾਂ ਦਾ ਇਸ ਵੇਲੇ ਕਿਹੋ ਜਿਹੇ ਹਾਲਾਤ ਨੇ, ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਤੁਹਾਡੇ? ਹਾਲਾਤ ਤੁਹਾਡੇ ਸਾਹਮਣੇ ਹੀ ਸਾਰਾ ਦੇਖ ਲਓ, ਨਸ਼ਾ ਕਿੰਨਾ ਵਧਿਆ ਹੋਇਆ ਹੈ। ਕੋਈ ਜੋਬ ਨਹੀਂ ਆ, ਕੋਈ ਪਹਿਲਾਂ ਕਹਿੰਦੇ ਸੀ ਪੈਸੇ ਆਉਣਗੇ 2500 ਰੁਪਏ ਦਿਖਾ ਦਿਓ, ਕੋਈ ਕਿਸੇ ਇੱਕ ਦੇ ਖਾਤੇ ਵਿੱਚ ਆਏ ਹੋਣ, ਜਾਂ ਕਿਸੇ ਮੇਰੇ ਪਿੰਡ 'ਚੋਂ ਕਿਸੇ ਇੱਕ ਮੁੰਡੇ ਨੂੰ ਦਿਖਾ ਲਓ ਨੌਕਰੀ ਮਿਲੀ ਹੋਵੇ। ਨੌਕਰੀਆਂ ਕੈਪਟਨ ਬੇਰੁਜ਼ਗਾਰ ਭੱਤੇ ਦੀ ਵੀ ਗੱਲ ਹੋਈ ਸੀ। ਹਾਂਜੀ ਹਾਂਜੀ, ਉਹੀ ਦੇ ਨਾਲੇ 2500 ਰੁਪਏ ਦੇ ਨਾਲ ਤੁਸੀਂ ਦੱਸੋ ਆਪਣੀ ਲਾਈਫ 'ਚ ਕੀ ਕਰ ਲੋਗੇ ਜੀ? 2500 ਨਾਲ ਇੱਕ ਬੰਦਾ ਕੀ ਕਰ ਸਕਦਾ ਜੀ? ਜਿਹੜਾ ਕਰਦੇ ਇਹ ਘਰ ਰੋਜ਼ਗਾਰ ਕਹਿ ਰਹੇ ਆ, ਉਹ 'ਚ ਕੰਪਨੀਆਂ ਕਿਹੜੀਆਂ ਆ ਰਹੀਆਂ? ਬੇਸਿਕ ਸੈਲਰੀ ਉਹ ਤੁਹਾਨੂੰ 300 ਰੁਪਏ ਦਿਹਾੜੀ ਦੇ ਰਹੇ ਹੋ, ਤੁਹਾਡਾ ਮੰਥਲੀ ਕਿੰਨਾ 9000 ਰੁਪਏ ਬਣ ਰਿਹਾ। ਉਹ ਇੱਥੇ ਦਾ ਆਪਣਾ ਸੀਰੀ ਨਹੀਂ ਇੰਨੇ ਤੇ ਮੰਨਦਾ। ਉਹ ਇਹਦੇ ਵਿੱਚ ਤਾਂ ਦੇਖੋ ਜੀ, ਹੁਣ ਆਪਾਂ ਜੀਰੀ ਲਾ ਰਹੇ ਹਾਂ, ਤੁਹਾਨੂੰ ਵੀ ਪਤਾ ਹੋਊਗਾ ਜੀ 400 ਰੁਪਏ ਤੇ ਦਿਹਾੜੀ ਵਾਲਾ ਮਿਲ ਰਿਹਾ, ਨਾਲ ਰੋਟੀਆਂ ਚਾਹ ਤੇ ਦੁੱਧ ਅਲੱਗ। 12000 ਚ ਜੀ ਆਪਾਂ ਨੂੰ ਸੀਰੀ ਮਿਲ ਰਿਹਾ ਜੀ। 9000 ਰੁਪਏ ਤੁਸੀਂ ਨੌਕਰੀ ਦੇ ਰਹੇ ਹੋ ਇੱਕ ਬੰਦੇ ਨੂੰ ਜੀ, ਉਹ ਕਿੱਥੇ ਆਪਣਾ ਪੂਰਾ ਹੋ ਜਾਊਗਾ ਜੀ? ਜਾਂ ਤਾਂ ਜਿਸ ਤਰ੍ਹਾਂ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਮਿਨੀਮਮ ਜਿਹੜੀ ਸੈਲਰੀ ਹੈ ਉਹ 350 ਹੋਣੀ ਚਾਹੀਦੀ ਹੈ ਜੀ। 300 ਰੁਪਏ ਦਾ ਤੁਸੀਂ ਪੈਕੇਜ ਦੇ ਰਹੇ ਹੋ ਜੀ ਪਰ ਡੇ ਦਾ, ਉਹ 9000 ਰੁਪਏ ਬਣ ਰਿਹਾ ਜੀ। ਉਹ ਕਿੱਥੇ ਤੇ ਬੰਦਾ ਕਹਿਰ ਦੇ ਉਰੇ ਰਹਿ ਜਾਏਗਾ ਜੀ। ਤਾਂ ਕੁੱਲ ਮਿਲਾ ਕੇ ਬੜੇ ਮਸਲੇ ਨੇ। ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਇਧਰਲੇ ਪਾਸੇ ਤੁਸੀਂ ਦੇਖ ਲਓ ਨਾਲ ਦੀ ਨਾਲ, ਹੁਣ ਕਿਉਂਕਿ ਗਰਮੀ ਬਹੁਤ ਹੈ ਤਾਂ ਇਸੇ ਕਰਕੇ ਪ੍ਰਬੰਧ ਵੀ ਇੱਥੇ ਜਿਹੜੇ ਪਿੰਡਾਂ ਦੇ ਵਿੱਚ ਰਵਾਇਤਾਂ ਹੁੰਦੀਆਂ ਨੇ ਉਹ ਚੱਲ ਰਹੇ ਨੇ। ਛਬੀਲ ਦਾ ਪਾਣੀ ਨਿਆਣੇ ਆਣ ਕੇ ਪੀ ਰਹੇ ਨੇ। ਸਰਪੰਚ ਸਾਹਿਬ ਬੜੀ ਅਹਿਮ ਹੈ, ਤੁਹਾਡੇ ਪਿੰਡ ਦੇ ਲੋਕ ਇਸ ਗੱਲੋਂ ਤਾਂ ਜਾਗਰੂਕ ਨੇ ਕਿ ਉਹਨਾਂ ਦੇ ਮਸਲੇ ਕਿਹੜੇ ਨੇ ਤੇ ਉਹਨਾਂ ਨੇ ਸਵਾਲ ਕਿਹੜੇ ਕਰਨੇ, ਤਿਆਰ ਨੇ, ਕਿਉਂਕਿ 2022 ਦੀਆਂ ਚੋਣਾਂ ਅੱਗੇ ਆ ਰਹੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਵੇਂ ਲਾਮਬੰਦ ਕਰਨਾ ਕਿ ਹਰੇਕ ਵਿਅਕਤੀ ਦੀ ਜਵਾਬਦੇਹੀ ਹੈ ਜਿਹੜੀ ਸਿਆਸਤਦਾਨ ਦੀ ਉਹ ਤੈਅ ਹੋਵੇ ਤੇ ਨਾਲ ਦੀ ਨਾਲ ਜਿਹੜੇ ਹੋਰ ਪਿੰਡ ਨੇ ਉਹਨਾਂ ਨੂੰ ਵੀ ਨਾਲ ਹੀ ਇਸੇ ਲਹਿ ਤੇ ਤੋਰਨਾ ਹੈਗਾ? ਦੇਖੋ ਜੀ, ਲਾਮਬੰਦੀ ਦਾ ਤਕਰੀਬਨ ਪਿਛਲੇ 7-8 ਮਹੀਨਿਆਂ ਤੋਂ ਜਿਹੜੀ ਕਿਸਾਨੀ ਸੰਘਰਸ਼ ਚੱਲ ਰਿਹਾ ਉਹਨੂੰ ਦੇਖ ਕੇ ਲੋਕ ਲੱਗੇ ਹੋਏ ਨੇ ਕਰਨ। ਜਿਵੇਂ ਸਿਆਸਤਦਾਨ ਵਾਅਦੇ ਕਰਕੇ ਮੁੱਕਰ ਜਾਂਦੇ ਨੇ, ਵੱਡੀਆਂ ਗੁਟਕਾ ਸਾਹਿਬ ਲੈ ਕੇ ਸੌਹਾਂ ਖਾਧੀਆਂ, ਇਹ ਸਾਰਾ ਕੁਝ ਇੱਕ ਜਿਵੇਂ ਕੋਰਟ ਦੇ ਅੰਡਰ ਦੇ ਵਿੱਚ ਹੋਣਾ ਚਾਹੀਦਾ ਕਿ ਜੋ ਤੁਸੀਂ ਮੂੰਹੋਂ ਕਿਹਾ, ਜੇ ਤੁਸੀਂ ਕਮ ਸੇ ਉਹ 1% ਚਾਹੀਦੀ, ਜੇ ਤੁਸੀਂ 20 ਵਾਅਦੇ ਕੀਤੇ ਤਾਂ ਘੱਟੋ ਘੱਟ ਕੋਰਟ ਕੋ ਇਦਾਂ ਦਾ ਇਹਨਾਂ ਨੂੰ ਕੋਈ ਮੋਟੀਵੇਟ ਦੇਵੇ ਕਿ 17 ਜਾਂ 15-18 ਵਾਅਦੇ ਤੁਹਾਨੂੰ ਪੂਰੇ ਹਰ ਹੀਲੇ ਕਰਨੇ ਪੈਣਗੇ। ਜਾਣੀ ਕਿ ਇਦਾਂ ਹੋ ਜਾਵੇ ਵੀ ਜਦੋਂ ਅੱਧੀ ਸਰਕਾਰ ਦਾ ਸਮਾਂ ਹੋ ਗਿਆ ਉਦੋਂ ਉਹਨਾਂ ਤੋਂ ਇੱਕ ਚੀਜ਼ ਡਾਕੂਮੈਂਟ ਮੰਗਿਆ ਜਾਵੇ ਵੀ ਦੱਸੋ ਤੁਸੀਂ ਕਿੰਨੇ ਵਾਅਦੇ ਕੀਤੇ ਸੀ, ਕਿੰਨੇ ਪੂਰੇ ਹੋ ਗਏ। ਜੇ ਵਾਅਦੇ ਪੂਰੇ ਕਰਨ 'ਚ ਸਫਲ ਆ ਤਾਂ ਤੁਹਾਡੀ ਸਰਕਾਰ ਅੱਗੇ ਕੰਟੀਨਿਊ ਰਹੇਗੀ, ਨਹੀਂ ਕਿ ਤੁਹਾਡਾ ਖਤਮ ਕਰ ਰੱਦ ਕੀਤੀ ਜਾਵੇ ਜੀ, ਅਗਲੀ ਟਰਮ 'ਚੋਂ ਇਲੈਕਸ਼ਨ ਨਾ ਲੜ ਸਕਣ। ਦੂਜੀ ਗੱਲ ਹੋ ਰਹੀ, ਜਿਵੇਂ ਹੁਣ MLA ਆ, ਮਿਨਿਸਟਰ ਆ, ਮੰਤਰੀ ਆ, ਕੋਈ ਕਿਸੇ ਨੂੰ 40 ਸਾਲ ਹੋ ਗਏ ਬਣਦੇ ਨੂੰ, ਕਿਸੇ ਨੂੰ 50 ਸਾਲ ਹੋ ਗਏ। ਇਹ ਵੀ ਇੱਕ ਸਾਡੇ ਸੰਵਿਧਾਨ ਦੇ ਵਿੱਚ, ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈ ਕਿ ਜਿਹੜਾ ਰਾਜਨੀਤਿਕ ਪਾਰਟੀ ਦੇ ਵਿੱਚ ਚਾਹੇ ਉਹ MLA ਆ ਚਾਹੇ ਉਹ ਮੰਤਰੀ ਆ, ਉਹ 10 ਸਾਲ ਤੋਂ ਵੱਧ ਨਾ ਹੋਵੇ। ਕਿਉਂਕਿ ਇੱਕ ਮਿਨਿਸਟਰ ਬਣਦਾ, ਹੁਣ ਆਪਾਂ ਉਦਾਹਰਨ ਦੇ ਤੌਰ ਤੇ ਬਾਦਲ ਸਾਹਿਬ ਲੈ ਲੈਂਦੇ ਆ ਜਾਂ ਕੈਪਟਨ ਸਾਹਿਬ ਲੈ ਲੈਂਦੇ ਆ। ਇਹਨਾਂ ਨੇ ਆਪਣੇ ਤੋਂ ਬਾਅਦ ਸੁਖਬੀਰ ਤਿਆਰ ਹੋ ਗਿਆ, ਸੁਖਬੀਰ ਤੋਂ ਬਾਅਦ ਉਹਦਾ ਬੇਟਾ ਤਿਆਰ ਹੋ ਗਿਆ, ਕੈਪਟਨ ਤੋਂ ਬਾਅਦ ਉਹਦਾ ਬੇਟਾ, ਉਹਦੇ ਬੇਟੇ ਤੋਂ ਉਹਦਾ ਬੇਟਾ। ਇਹ ਤਾਂ ਫਿਰ ਸਾਡੇ ਤੇ ਇੱਕ ਰਾਜ ਹੋ ਗਿਆ। ਇਹ ਕੋਈ ਸੰਵਿਧਾਨਿਕ ਕੋਈ ਲੋਕਤੰਤਰ ਥੋੜ੍ਹਾ ਹੈ। ਇਹ ਤਾਂ ਜਿਹੜਾ ਇੱਕ ਵਾਰੀ ਕੁਰਸੀ ਸਾਡੇ ਸਿਰ ਤੇ ਬਿਠਾ ਲਤਾ ਉਹਦਾ ਸਾਲਾ ਜਦ ਤੱਕ 100 ਸਾਲ ਮਰੂਗਾ ਨਹੀਂ, ਉਹ ਤਾਂ ਸਾਡੇ ਸਿਰ ਤੇ ਰਹੂਗਾ। ਸਾਡੇ ਆ ਬੱਚੇ ਕੁਆਲੀਫਾਈਡ ਪੜ੍ਹੇ ਲਿਖੇ, ਇਹ ਨਹੀਂ MLA ਬਣ ਸਕਦੇ, ਸਭ ਕੁਝ ਕਰ ਸਕਦੇ। ਇਹਨਾਂ ਨੂੰ ਨੌਲੇਜ ਨਹੀਂ, ਕਿ ਪੜ੍ਹੇ ਲਿਖੇ ਨਹੀਂ, ਉਹਨਾਂ ਨਾਲੋਂ ਵੱਧ ਪੜ੍ਹੇ ਲਿਖੇ ਆ। ਜਿਵੇਂ ਪਿੱਛੇ ਬਜ਼ੁਰਗ ਨੇ ਕਿਹਾ ਵੀ ਉਹਨਾਂ ਤੋਂ ਆਪਣਾ ਫਰਮ ਨਹੀਂ ਭਰ ਹੁੰਦਾ, ਇਹ ਸੱਚਾਈ ਹੈ। ਖਾਸ ਕਰਕੇ ਤੁਸੀਂ ਅਕਾਲੀ ਦਲ 'ਚ ਅੱਧੇ ਲੀਡਰ ਆ ਜਿਹੜੇ ਮੇਰਾ ਖਿਆਲ ਵੀ 8ਵੀਂ ਫੇਲ ਆ, ਠੀਕ ਹੈ ਜੀ। ਵੀ ਇਸ ਕਰਕੇ ਉਹ ਟਾਈਮ ਨਹੀਂ ਰਿਹਾ, ਜਨਤਾ ਹੁਣ ਜਾਗ ਚੁੱਕੀ ਆ। ਲੋਕਾਂ ਨੂੰ ਆਪਣੇ ਹੱਕ, ਸਾਡੇ ਇੱਕ ਧਰਮ ਦੇ ਵਿੱਚ ਹੀ ਆ ਵੀ ਹੱਕ ਮੰਗਿਆ ਨਹੀਂ ਮਿਲਦੇ, ਖੋਣੇ ਪੈਣੇ, ਹੁਣ ਸਾਨੂੰ ਖੋਣੇ ਹੀ ਪੈਣੇ ਆ। ਸਰਪੰਚ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਆਪਣੇ ਪੂਰੇ ਪਿੰਡ ਨੂੰ ਲੈ ਕੇ ਇੱਥੇ ਮੌਜੂਦ ਰਹੇ ਤੇ तमाम ਮਸਲੇ ਤੇ ਗੱਲ ਕੀਤੀ। ਸਭ ਤੋਂ ਵੱਡੀ ਗੱਲ ਇਹ ਕਿ ਜਿਸ ਤਰੀਕੇ ਨਾਲ ਮੈਂ ਅਖੀਰ ਤੱਕ ਤੁਹਾਡੇ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਬਾਕੀ ਪਿੰਡਾਂ ਦੇ ਵਿੱਚ ਵੀ ਲਾਮਬੰਦੀ ਹੋਣੀ ਚਾਹੀਦੀ, ਕੋਸ਼ਿਸ਼ ਕਰ ਰਹੇ ਹੋ ਕਿ ਬਾਕੀ ਪਿੰਡ ਵੀ ਤੁਹਾਡੇ ਪਿੰਡ ਦੇ ਵਾਂਗੂ ਸੁਚੇਤ ਹੋਣ, ਉਹ ਵੀ ਲਾਮਬੰਦੀ ਕਰਨ, ਸੱਥਾਂ ਦੇ ਵਿੱਚ ਗੱਲਾਂ ਹੋਣ ਇਸ ਤਰੀਕੇ ਦੀਆਂ ਕਿ ਆਲੀਆਂ ਗੱਲਾਂ ਤੇ ਸਾਨੂੰ ਜਵਾਬ ਮੰਗਣੇ ਪੈਣ। ਮੈਂ ਦੱਸਦਾ ਜੀ ਤੁਹਾਨੂੰ, ਲਾਮਬੰਦੀ ਤਿਆਰੀ ਹੈ, ਫੁੱਲ ਤਿਆਰ ਨੇ। ਥੋੜ੍ਹਾ ਜਿਹਾ ਫਰਕ ਹੁੰਦਾ, ਕੋਈ ਬੰਦਾ ਇੱਕ ਆਪਣਾ ਹਰੇਕ ਦਾ ਬੰਦੇ ਦਾ ਸੁਭਾਅ ਹੁੰਦਾ। ਕੋਈ ਬੰਦਾ ਜਾ ਕੇ ਗੱਲ ਕਰਦਾ, ਕੋਈ ਬੰਦਾ ਖੁੱਲ੍ਹ ਕੇ ਗੱਲ ਕਰਦਾ, ਠੀਕ ਹੈ ਜੀ। ਮੇਰੇ ਬਲਾਕ ਦੇ 176 ਪੰਚਾਇਤਾਂ ਨੇ, ਰੋਪੜ ਬਲਾਕ 'ਚ 176। ਜੇ ਮੈਂ ਤੁਹਾਨੂੰ ਗੱਲ ਘੱਟੋ ਘੱਟ 100 ਸਰਪੰਚ ਹੋਣਗੇ ਜਿਨ੍ਹਾਂ ਨੇ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੂੰ, ਇਹ ਕਿਤੇ ਭੁਲੇਖੇ 'ਚ ਫਿਰਨਾ।
ਇਹ ਹੁਣ ਦਬਕੇ ਮਾਰਦੇ ਆ ਵੀ ਗ੍ਰਾਂਟ ਲੈ ਜਾਓ, ਗੋਡੀ ਹੱਥ ਲਾ ਜਾਓ ਜਾਂ ਕਰ ਦਿਓ। ਗੱਲ ਉਹੀ ਆ ਗਈ ਵੀ ਗ੍ਰਾਂਟ ਤੁਹਾਡੇ ਬਾਪੂਆਂ ਦੀ ਨਹੀਂ ਹੈਗੀ, ਗ੍ਰਾਂਟ ਅਸੀਂ ਸਾਡੇ ਘਰਾਂ ਚੋਂ ਗਏ ਵੇ ਪੈਸੇ ਨੇ। ਉਹ ਇਹਨਾਂ ਨੂੰ ਦੱਸਾਂਗੇ 2022 ਚ ਕਿਤੇ ਭੁਲੇਖਾ ਹੋਵੇ ਉਹਨੂੰ ਵੀ ਆ ਸਰਪੰਚ ਆ ਗਿਆ ਗ੍ਰਾਂਟ ਵਾਲੇ ਨੇ, ਪਤਾ ਨਹੀਂ ਮੈਨੂੰ ਇਹ ਵੋਟ ਪੈਣੀ, ਉਹ ਭੁਲੇਖੇ ਕੱਢ ਦੇਣਾ। ਇਹ ਹੁਣ ਕਿਸਾਨ ਨਹੀਂ ਮੁੱਦੇ ਨੇ, ਸਾਡੇ ਨਾਲ ਮਜ਼ਦੂਰ ਨੇ, ਇਹ ਹੁਣ ਸਾਨੂੰ ਆਪਣਾ ਸੰਘਰਸ਼ ਆਪ ਲੜਨਾ ਪੈਣਾ। ਇਹਨਾਂ ਨੂੰ ਦੱਸ ਦਾਂਗੇ ਬਾਈ ਚ ਮਾਂਜ ਕੇ ਛੱਡ ਦਾਂਗੇ। ਤਾਂ ਇਹ ਬੜੀ ਅਹਿਮ ਗੱਲ ਹੈ। ਪ੍ਰੋਗਰਾਮ ਦੇ ਤਹਿਤ ਸਪੋਕਸਮੈਨ ਦੀ ਸਾਥ ਦੇ ਤਹਿਤ ਅੱਜ ਅਸੀਂ ਬਹਿਰਾਮਪੁਰ ਜ਼ਿਮੀਂਦਾਰਾ ਪਹੁੰਚੇ ਸੀਗੇ। ਲੋਕਾਂ ਦੇ ਵਿੱਚ ਬਹੁਤ ਸਾਰੀ ਜਾਗਰੂਕਤਾ ਹੈਗੀ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਅਸੀਂ ਜਿਹੜੇ ਮਸਲੇ ਸਾਡੇ ਨਾਲ ਜਿਹੜੇ ਵਾਅਦੇ ਹੁੰਦੇ ਰਹੇ ਸਰਕਾਰ ਦੇ ਵੱਲੋਂ, ਉਹਨਾਂ ਵਾਅਦਿਆਂ ਦੀ ਗੱਲ ਕਰਾਂਗੇ, ਉਹਨਾਂ ਦਾ ਜ਼ਿਕਰ ਕਰਾਂਗੇ। 2022 ਦੇ ਵਿੱਚ ਜਵਾਬ ਮੰਗਿਆ ਜਾਊਗਾ ਕੱਲੇ-ਕੱਲੇ ਸਵਾਲ ਦਾ, ਕੱਲੇ-ਕੱਲੇ ਜਵਾਬ ਦਾ, ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਹੁਤ ਸਾਰੇ ਵਾਅਦੇ ਕੀਤੇ, ਉਹ ਵਾਅਦੇ ਵਫਾ ਨਹੀਂ ਹੋਏ। ਇੱਕ ਗੱਲ ਤੇ ਕਹਿੰਦੇ ਅਸੀਂ ਜਵਾਬ ਮੰਗਾਂਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਪੰਚ ਸਾਹਿਬ ਨੇ ਵੀ ਆਪਣੇ ਪਿੰਡ ਨੂੰ ਪੂਰੀ ਤਰ੍ਹਾਂ ਲਾਮਬੰਦ ਕਰਕੇ ਰੱਖਿਆ ਹੋਇਆ ਤੇ ਬਾਕੀ ਪਿੰਡਾਂ ਦੇ ਸਰਪੰਚ ਵੀ ਲਾਮਬੰਦ ਹੋ ਰਹੇ ਨੇ ਕਿ 2022 ਦੇ ਵਿੱਚ ਜੇ ਸਿਆਸਤਦਾਨ ਘਰਾਂ ਦੇ ਵਿੱਚ ਢੁਕੇ ਤਾਂ ਜਵਾਬ ਮੰਗੇ ਜਾਣਗੇ। ਤਾਂ ਪਹਿਲਾਂ ਸਭ ਤੋਂ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਕਿਸੇ ਵੀ ਸਿਆਸਤਦਾਨ ਨੂੰ, ਖਾਸ ਕਰਕੇ ਬਹਿਰਾਮਪੁਰ ਜ਼ਿਮੀਂਦਾਰਾ ਜਿਹੜਾ ਪਿੰਡ ਹੈਗਾ, ਉਹ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਸਿਆਸਤਦਾਨ ਨੂੰ ਨਹੀਂ ਆਉਣ ਦੇਵੇਗਾ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ, ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ, ਉਹਨਾਂ ਨੂੰ ਟੁੰਬਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ ਸਹਿਯੋਗੀ ਰਮਨੀਤ ਤੇ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਜ਼ਿਮੀਂਦਾਰਾ, ਰੋਪੜ।